ਲਾਈਫ 'ਚ ਕੱਲੀ ਸਾਡੀ ਜਿਹੜੀ ਸੁੰਦਰਤਾ ਕਹਿ ਲਓ ਜਾਂ ਸਾਡਾ ਪੜ੍ਹਿਆ ਲਿਖਿਆ ਹੋਣਾ, ਇਹ ਚੀਜ਼ਾਂ ਨਹੀਂ, ਬੜਾ ਕੁਛ। ਹੁਣ ਸਾਨੂੰ ਵਿਚਰਦਿਆਂ ਨੂੰ ਆਪਸ 'ਚ 25 ਸਾਲ ਹੋ ਗਏ, ਠੀਕ ਹੈ ਨਾ ਜੀ। ਮੈਂ ਤੁਹਾਨੂੰ ਪੁਆਇੰਟ ਦੱਸ ਸਕਦਾ ਕਿ ਹਾਂ ਉੱਥੇ ਇਹਨਾਂ ਨੇ ਇਸ ਤਰ੍ਹਾਂ ਦੀ ਸਿਆਣਪ ਵਰਤੀ ਅਤੇ ਅਸੀਂ ਬਹੁਤ ਵਧੀਆ ਰਹੇ। ਜਦੋਂ ਮੇਰੀ ਮੈਰਿਜ ਹੋਈ ਤਾਂ ਮੈਂ PhD ਕਰ ਰਹੀ ਸੀਗੀ ਔਰ ਮੇਰੀ ਆਲਮੋਸਟ ਪ੍ਰੈਕਟੀਕਲ ਵਰਕ ਸ਼ੂਟ ਪੂਰਾ ਹੋ ਚੁੱਕਿਆ ਸੀ, ਥੀਸਿਸ ਥੋੜ੍ਹਾ ਜਿਹਾ ਰਹਿ ਰਿਹਾ ਸੀਗਾ ਮੇਰਾ। ਔਰ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ ਵੀ ਮੈਂ ਇਹਨਾਂ ਨੂੰ ਕਹਿਤਾ ਸੀ ਵੀ ਮੇਰੇ ਹੁਣ ਹੱਥ ਖੜੇ ਆ, ਇਸ ਕਰਕੇ ਨਹੀਂ ਵੀ ਮੈਨੂੰ ਇਹਨਾਂ ਵੱਲੋਂ ਕੋਈ ਪ੍ਰੋਬਲਮ ਸੀ ਜਾਂ ਮੇਰੇ ਮਦਰ ਇਨ ਲਾਅ ਵੱਲੋਂ। ਇਹ ਕਹਿੰਦੇ ਵੀ ਨਹੀਂ, ਇੱਥੇ ਮੈਂ ਹੁਣ ਤੈਨੂੰ ਇਹ ਛੱਡਣ ਨਹੀਂ ਦੇਣੀ, ਕਿਉਂਕਿ ਉਹੀ ਗੱਲ ਹੈ ਵੀ ਕੱਲ੍ਹ ਨੂੰ ਇਹ ਕੋਈ ਕਹੂਗਾ ਵੀ ਤੇਰਾ ਵਿਆਹ ਹੋਇਆ, ਤੇਰਾ ਇੱਥੇ ਰੁਕ ਗਿਆ ਸੀ, ਅਦਰਵਾਈਜ਼ ਕਹਿੰਦੇ ਮੈਂ ਤਾਂ ਤੇਰੇ ਨਾਮ ਅੱਗੇ ਹੁਣ ਡਾਕਟਰ ਲਗਵਾ ਕੇ ਹੀ ਛੱਡਣਾ। ਕਈ ਵਾਰ ਕੁਛ ਇਨਸਾਨ ਨੇ ਉਹ ਸਾਡੇ ਨਾਲ ਕੁਛ ਮਾੜਾ ਚੰਗਾ ਵੀ ਕਰ ਜਾਂਦੇ ਨੇ, ਬਟ ਉਦੋਂ ਹੀ ਹੁੰਦਾ ਕਿ ਤੁਹਾਡਾ ਪਾਰਟਨਰ ਜਦੋਂ ਤੁਹਾਡੇ ਬਰਾਬਰ ਖੜ ਕੇ ਕਹਿੰਦਾ ਨਾ, ਲੈ ਇਹ ਕਿਹੜੀ ਗੱਲ ਆ, ਦਿਸ ਇਜ਼ ਦਾ ਪੁਆਇੰਟ। ਮਨ ਦੇ ਤੌਰ 'ਤੇ ਜੁੜਨਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਹ। ਔਰ ਮੈਨੂੰ ਇਸ ਗੱਲ ਦਾ ਮਾਣ ਆ ਜੀ ਕਿ ਅਸੀਂ ਮੈਂਟਲੀ ਬਹੁਤ ਜੁੜੇ ਹੋਏ ਹਾਂ। ਜਦੋਂ ਵਿਆਹ ਤੋਂ ਬਾਅਦ ਮੁੰਡਾ ਕੁੜੀ ਨੂੰ ਹੱਦ ਤੋਂ ਜ਼ਿਆਦਾ ਫਰੀਡਮ ਦਿੰਦਾ ਤਾਂ ਕਈ ਵਾਰੀ ਨਤੀਜੇ ਬਹੁਤ ਗਲਤ ਨਿਕਲਦੇ ਨੇ। ਔਰਤ ਦਾ ਸਰਕਲ ਬਾਹਰ ਵੱਧਦਾ ਹੈ ਤਾਂ ਕਿਤੇ ਨਾ ਕਿਤੇ ਮਨ 'ਚ ਥਿੜਕ ਪੈਂਦੀ ਹੈ ਵੀ ਇਹਦਾ ਨਤੀਜਾ ਕੁਝ ਹੋਰ ਵੀ ਹੋ ਸਕਦਾ। ਵੀ ਆਪ ਤਾਂ ਭਾਵਾਂ ਹੋਵੇ ਕਿ 2 ਮਹੀਨੇ ਬਾਅਦ 3 ਮਹੀਨੇ ਬਾਅਦ ਦੁਬਈ ਦਾ ਗੇੜਾ ਲਾਇਆ ਈਏ, ਅਤੇ ਸਾਡੀ ਜਿਹੜੀ ਔਰਤ ਆ ਘਰ ਦੀ, ਉਹ ਸਾਡੀ ਲੁਧਿਆਣੇ ਨਾ ਆਵੇ ਪਿੰਡਾਂ 'ਚ। ਪਾਕਿਸਤਾਨ ਦਾ ਜੇ ਵੀਜ਼ਾ ਲੱਗ ਗਿਆ ਨਾ, ਵੀ ਮੁੜ ਕੇ ਅਮਰੀਕਾ ਕੈਨੇਡਾ ਦਾ ਨਹੀਂ ਲੱਗਣਾ, ਠੀਕ ਹੈ ਜੀ। ਪਰ ਇਹਨਾਂ ਨੂੰ ਮੈਂ 2 ਵਾਰ ਲਾਹੌਰ ਲੈ ਕੇ ਗਿਆ ਔਰ ਤੁਹਾਡੇ ਕੋਲ ਬੈਠੇ ਨੇ ਕਿ ਜੋ ਇਹਨਾਂ ਨੇ ਜ਼ਿੰਦਗੀ ਦਾ ਲੁਤਫ ਜਾਂ ਜੋ ਇੰਜੋਏਮੈਂਟ ਲਾਹੌਰ ਹੋਈ ਆ, ਮੈਨੂੰ ਲੱਗਦਾ ਸਾਨੂੰ ਅਮਰੀਕਾ ਕੈਨੇਡਾ ਵੀ ਜਾ ਕੇ ਨਹੀਂ ਹੋਈ। ਬਹੁਤ ਸਾਰੇ ਮਸਲੇ ਇਹੋ ਜਿਹੇ ਹੁੰਦੇ ਆ, ਮਾਂ ਕਹਿੰਦੀ ਆ ਵੀ ਇਮੋਸ਼ਨਲੀ ਹੈਂਡਲ ਕਰੋ ਤੇ ਪਿਓ ਕਹਿੰਦਾ ਹੁੰਦਾ ਵੀ ਨਹੀਂ, ਸਿਰਫ ਗੁੱਸੇ ਨਾਲ ਸਿੱਧਾ ਹੋ ਸਕਦਾ ਕੰਮ। ਨਹੀਂ, ਇੱਦਾਂ ਦੀ ਸਿਚੁਏਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਆਉਂਦੀਆਂ, ਪਰ ਉਹ ਗੱਲ ਇਹਨਾਂ ਵਾਲੀ ਉੱਥੇ ਹੀ ਆ ਗਈ ਵੀ ਫਿਰ ਉਹ ਪੋਜ਼ੀਟਿਵਿਟੀ ਨੂੰ ਨੈਗੇਟਿਵਿਟੀ 'ਤੇ ਹਾਵੀ ਰੱਖੀਦਾ। ਭਾਜੀ, ਤੁਹਾਨੂੰ ਜ਼ਿੰਦਗੀ ਦੇ ਵਿੱਚ ਇਹਨਾਂ ਨਾਲ ਹੁਣ ਤੱਕ ਦੇ ਸਫ਼ਰ 'ਚ ਸਭ ਤੋਂ ਯਾਦਗਾਰ ਤੁਹਾਡਾ ਦੋਨਾਂ ਦਾ ਕੀ ਰਿਹਾ ਆਪਸ ਵਿੱਚ? ਮੈਨੂੰ ਕਈ ਵਾਰ 10-10 ਦਿਨ ਚੰਡੀਗੜ੍ਹ ਰਹਿਣਾ ਪੈਂਦਾ ਸੀ, ਔਰ ਇਹ ਇੱਥੋਂ ਫੋਨ 'ਤੇ ਜਿਹੜੀ ਗੱਲ ਕਹਿ ਦਿੰਦੇ ਸੀ ਨਾ ਵੀ ਪਰਵਾਹ ਨਾ ਕਰੋ, ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਸੀ। ਜਿਹੜੇ ਰਿਸ਼ਤੇ ਨੇ, ਰਿਸ਼ਤਿਆਂ ਦੀਆਂ ਤੰਦਾਂ ਨੇ, ਮੋਹ ਦੀਆਂ ਤੰਦਾਂ ਨੇ, ਜਿਹੜੀ ਅਪਣਾਤਾ ਉਹ ਔਰਤ 'ਚ ਜ਼ਿਆਦਾ ਹੁੰਦੀ ਆ। ਬੰਦਾ ਥੋੜ੍ਹਾ ਖੁਸ਼ਕ ਹੁੰਦਾ, ਸੋ ਉਹ ਖੁਸ਼ਕੀ ਜਿਹੜੀ ਆ ਉਹ ਬੰਦੇ ਦੀ, ਉਹ ਔਰਤ ਹੀ ਠੀਕ ਕਰਦੀ ਆ। ਔਰਤ ਉਹਨੂੰ ਦੱਸਦੀ ਆ ਕਿ ਇੱਥੇ ਤੂੰ ਖੁਸ਼ਕ ਆ ਮਾਮਾ, ਇੱਥੇ ਆ ਠੀਕ ਗੱਲ ਕਰ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਰੁਪਿੰਦਰ ਸੰਧੂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਮੁਹੱਬਤਨਾਮਾ 'ਚ। ਕੋਈ ਵੀ ਰਿਸ਼ਤਾ ਜਦੋਂ ਸ਼ੁਰੂਆਤ 'ਚ ਹੁੰਦਾ ਹੈ ਤਾਂ ਹਮੇਸ਼ਾ ਬਹੁਤ ਸੋਹਣਾ ਹੁੰਦਾ ਹੈ, ਕਿਉਂਕਿ ਉਸ ਵਕਤ ਤੁਸੀਂ ਇੱਕ ਦੂਜੇ ਦੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਇੱਕ ਦੂਜੇ ਨਾਲ ਮੁਹੱਬਤ ਸੋਚਦੇ ਹੋ। ਪਰ ਜਿਵੇਂ ਜਿਵੇਂ ਰਿਸ਼ਤਾ ਪੁਰਾਣਾ ਹੁੰਦਾ ਹੈ ਤਾਂ ਤੁਹਾਨੂੰ ਇੱਕ ਦੂਸਰੇ ਦੇ ਗੁਣ ਜਾਂ ਔਗਣ ਜਦੋਂ ਪਤਾ ਚੱਲਦੇ ਹਨ ਤਾਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਮੋਹ ਹੈ ਜਿਹੜਾ ਉਹ ਫਿੱਕਾ ਪੈ ਜਾਂਦਾ। ਪਰ ਜੇਕਰ ਤੁਸੀਂ ਇੱਕ ਦੂਜੇ ਨਾਲ ਵਰ੍ਹਿਆਂ ਦਾ ਸਫ਼ਰ ਤੈਅ ਕਰ ਲਿਆ ਅਤੇ ਫਿਰ ਵੀ ਤੁਹਾਡਾ ਰਿਸ਼ਤਾ ਮਿਠਾਸ 'ਚ ਹੈ ਅਤੇ ਲੋਕ ਉਸ ਰਿਸ਼ਤੇ ਦੀਆਂ ਉਦਾਹਰਨਾਂ ਦੂਜਿਆਂ ਨੂੰ ਦੇਣ, ਤਾਂ ਵਾਕਿਆ ਹੀ ਉਸ ਸਫ਼ਰ ਨੂੰ ਜਾਣਨ ਦੀ ਇੱਛਾ ਹਰ ਇੱਕ ਨੂੰ ਹੁੰਦੀ ਹੈ। ਇਸੇ ਤਰ੍ਹਾਂ ਦਾ ਇੱਕ ਜੋੜਾ ਅੱਜ ਤੁਹਾਨੂੰ ਮਿਲਵਾ ਰਹੇ ਹਾਂ, ਜਿਨ੍ਹਾਂ ਨੇ ਕਿ ਆਪਣੀ 25ਵੀਂ ਸਾਲਗਿਰਾ ਹੁਣੇ ਮਨਾਈ ਹੈ। ਜਾਣਾਂਗੇ ਕਿ ਉਹਨਾਂ ਦਾ ਇਹ 25 ਵਰ੍ਹਿਆਂ ਦਾ ਸਫ਼ਰ ਕਿਵੇਂ ਰਿਹਾ। ਨਾਂ ਹੈ ਸਹਿਜਪ੍ਰੀਤ ਸਿੰਘ ਮੰਗਟ ਅਤੇ ਮੈਮ ਜਸਵਿੰਦਰ ਕੌਰ। ਸਹਿਜਪ੍ਰੀਤ ਭਾਜੀ ਪੰਜਾਬੀ ਸਾਹਿਤ ਸਭਾ ਦੇ ਮੀਤ ਪ੍ਰਧਾਨ ਨੇ ਅਤੇ ਮੈਮ ਸਰਕਾਰੀ ਸਕੂਲ 'ਚ ਪ੍ਰਿੰਸੀਪਲ ਦੇ ਅਹੁਦੇ ਉੱਤੇ ਆਪਣੀ ਸੇਵਾ ਨਿਭਾ ਰਹੇ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਤੁਹਾਨੂੰ ਦੋਵਾਂ ਨੂੰ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਕਿ ਤੁਸੀਂ 25ਵੀਂ ਸਾਲਗਿਰਾ ਆਪਣੀ ਮਨਾਈ ਹੈ, ਹੈ ਨਾ? ਤਾਂ ਸ਼ੁਕਰੀਆ ਜੀ। ਕਿਵੇਂ ਮਨਾਇਆ ਉਸ ਦਿਨ ਨੂੰ? ਇਹ ਕਹਿ ਲਓ ਵੀ ਇੱਕ ਸਰਪ੍ਰਾਈਜ਼ ਸਾਡਾ ਬੱਚਿਆਂ ਨੇ ਸਾਨੂੰ ਦਿੱਤਾ ਸੀਗਾ। ਬੇਟੀ ਨੇ ਸਾਡੇ ਲਈ ਇੱਕ ਸਰਪ੍ਰਾਈਜ਼ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ ਸੀ। ਕੇਕ ਲਿਆ ਕੇ, ਬੈਲੂਨਸ ਲਾ ਕੇ, ਪਹਿਲਾਂ ਅਸੀਂ ਇੱਥੇ ਕਟਿੰਗ ਕੀਤੀ, ਸਾਰਾ ਕੀਤਾ। ਉਸ ਤੋਂ ਬਾਅਦ ਅਸੀਂ ਨਾਲ ਬੱਚਿਆਂ ਦੇ ਨਾਲ ਹੀ ਜਾ ਕੇ ਆਪਣੀ ਸਿਰਫ ਫੈਮਿਲੀ ਦੇ ਤੌਰ 'ਤੇ ਹੀ ਇਸ ਦਿਨ ਨੂੰ ਅਸੀਂ ਸੈਲੀਬ੍ਰੇਟ ਕੀਤਾ। ਅੱਛਾ,
ਮਤਲਬ ਨਹੀਂ ਤਾਂ ਇਹ ਹੁੰਦਾ ਹੈ ਕਿ ਕਈ ਲੋਕ ਬਹੁਤ ਹੈ ਨਾ ਵੱਡੇ ਪੱਧਰ 'ਤੇ ਸੈਲੀਬ੍ਰੇਟ ਕਰਦੇ ਆ, ਕਿਉਂਕਿ ਅੱਜ ਕੱਲ੍ਹ ਜਿਹੜਾ ਟਾਈਮ ਆ ਮੈਨੂੰ ਲੱਗਦਾ 25ਵੀਂ ਸਾਲਗਿਰਾ ਵੀ ਬਹੁਤ ਰੇਅਰ ਹੀ ਰਹਿ ਗਈ ਹੈ। ਹਾਂਜੀ, ਉਹਦਾ ਇੱਕ ਆਪਣੇ ਟਾਈਪ ਦਾ ਹੀ ਆਪਾਂ ਮੰਨ ਸਕਦੇ ਹਾਂ ਇੰਜੋਇਮੈਂਟ ਹੈਗੀ ਆ, ਪਰ ਮੈਨੂੰ ਲੱਗਦਾ ਵੀ ਉਹ ਅਸਲ 'ਚ ਆਪਸ 'ਚ ਨਹੀਂ ਅਸੀਂ ਮਨਾ ਰਹੇ ਹੁੰਦੇ, ਉਹ ਤਾਂ ਅਸੀਂ ਇੱਕ ਲੋਕਾਂ ਨਾਲ ਸ਼ੇਅਰ ਕਰ ਰਹੇ ਹੁੰਦੇ ਹਾਂ। ਜੇ ਆਪਾਂ ਕਹੀਏ ਅਸਲ ਜੇ ਆਪਾਂ ਕੋਈ ਵੀ ਵਰ੍ਹੇਗੰਢ ਮਨਾਉਂਦੇ ਹਾਂ ਫੈਮਿਲੀ ਦੇ ਵਿੱਚ, ਤਾਂ ਇੱਕ ਇਹੀ ਹੈ ਵੀ ਆਪਾਂ ਆਪਣੇ ਹੀ ਬੰਦਿਆਂ ਨਾਲ ਹੋਈਏ, ਸਾਡੇ ਬੱਚੇ ਹੋਣ, ਸਾਡੇ ਲਾਈਫ ਪਾਰਟਨਰ ਹਸਬੈਂਡ ਜਾਂ ਵਾਈਫ ਜਿਹੜਾ ਵੀ ਉਹ ਹੋਵੇ, ਜਾਂ ਹੋਰ ਸਾਡੇ ਜਿਹੜੇ ਫੈਮਿਲੀ ਦੇ ਮੈਂਬਰਸ ਨੇ, ਉਹਨੂੰ ਅਸੀਂ ਆਪਣੇ ਤੌਰ ਦੇ ਨਾਲ ਪਰਿਵਾਰ 'ਚ ਮਨਾਈਏ। ਉਹ ਅਸੀਂ ਉਹਨੂੰ ਇੱਕ ਇਸ ਨੂੰ ਅਸੀਂ ਜ਼ਿਆਦਾ ਜਿਹਨੂੰ ਕਹੋ ਵੀ ਜ਼ਰੂਰੀ ਸਮਝਿਆ ਵੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਬਣਾਈਏ। ਹਾਂਜੀ ਭਾਜੀ, ਜਿਵੇਂ ਮੈਨੂੰ ਲੱਗਦਾ ਹੁੰਦਾ ਵੀ ਬੰਦਿਆਂ ਨੂੰ ਸ਼ਾਇਦ ਬਹੁਤ ਥੋੜ੍ਹੀ ਇੱਛਾ ਹੁੰਦੀ ਆ ਵੀ ਸਾਨੂੰ ਗਿਫਟ ਮਿਲਣ, ਹੈ ਨਾ, ਵੀ ਮੇਰਾ ਜਿਹੜਾ ਪਾਰਟਨਰ ਆ ਉਹ ਮੈਨੂੰ ਕੋਈ ਵਧੀਆ ਜਿਹਾ ਗਿਫਟ ਦੇਵੇ। ਮੈਨੂੰ ਲੱਗਦਾ ਔਰਤਾਂ ਨੂੰ ਜ਼ਿਆਦਾ ਹੁੰਦੀ ਹੈ। ਤੁਸੀਂ ਫਿਰ ਕੋਈ ਗਿਫਟ ਦਿੱਤਾ? ਦੇਖੋ, ਗਿਫਟ ਦਿੱਤਾ ਵੀ ਤੇ ਲਿਆ ਵੀ। ਅੱਛਾ ਜੀ। ਕਿਉਂਕਿ ਉਸ ਦਿਨ ਕਿਉਂਕਿ ਸਾਨੂੰ ਇਹ ਆਸ ਨਹੀਂ ਸੀ ਕਿ ਬੱਚੇ ਇੰਨਾ ਵਧੀਆ ਘਰੇ ਅਰੇਂਜਮੈਂਟ ਕਰਨਗੇ ਜਿਸ ਥਾਂ 'ਤੇ ਆਪਾਂ ਬੈਠੇ ਹਾਂ। ਇਹ ਕਿਉਂਕਿ ਘਰ ਤੋਂ ਥੋੜ੍ਹਾ ਅਲੱਗ ਆ, ਤਾਂ ਉਹਨਾਂ ਨੇ ਇੱਥੇ ਸਾਰਾ ਅਰੇਂਜਮੈਂਟ ਕੀਤਾ। ਅਰੇਂਜਮੈਂਟ 'ਚ ਉਹਨਾਂ ਨੇ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਰਾ ਔਰਗੇਨਾਈਜ਼ ਕੀਤਾ। ਬਾਅਦ 'ਚ ਅਸੀਂ ਗਏ ਅਤੇ ਮੈਂ ਤਾਂ ਇਹਨਾਂ ਨੂੰ ਇੱਕ ਸੂਟ ਲੈ ਕੇ ਦਿੱਤਾ ਅਤੇ ਇਹਨਾਂ ਨੇ ਮੈਨੂੰ ਇੱਕ ਪੱਗ ਲੈ ਕੇ ਦਿੱਤੀ। ਸੋ ਉਹ ਚੀਜ਼ ਸਾਡੇ ਲਈ ਮੈਂ ਕਹਿੰਦਾ ਬੜੀ ਵਧੀਆ ਕਿ ਤੁਹਾਨੂੰ ਇੱਕ ਯਾਦਗਾਰੀ, ਇੱਕ ਯਾਦ ਇਹ ਹੁੰਦੀ ਹੈ ਜੀ, ਇੱਕ ਜਿਹੜੀ ਅਸੀਂ ਗਿਫਟ ਦਿੰਦੇ ਹਾਂ, ਲੈਂਦੇ ਹਾਂ, ਇੱਕ ਮੋਹ ਹੀ ਹੁੰਦਾ। ਮੋਹ ਦੀਆਂ ਤੰਦਾਂ ਬੁਣਦੇ ਹਾਂ ਅਸੀਂ ਆਪਣੇ ਪਾਰਟਨਰ ਨਾਲ। ਸੋ ਉਹ ਪੱਗ ਜਿਹੜੀ ਆ ਉਹ ਮੈਂ ਅੱਜ ਦਸਤਾਰ ਉਹ ਸਜਾਈ ਹੋਈ ਆ, ਇਹ ਮੈਨੂੰ ਉਸੇ ਗਿਫਟ ਦੇ ਤੌਰ 'ਤੇ ਮੈਨੂੰ ਮਿਲੀ ਸੀ। ਸੋ ਵਧੀਆ ਲੱਗਦਾ। ਜਿਵੇਂ ਤੁਸੀਂ ਕਿਹਾ ਕਿ ਲੋਕ ਦਿਖਾਵੇ ਦੇ ਵਿੱਚ ਅੱਜ ਕੱਲ੍ਹ ਹੁਣ ਚਲੋ ਕੁਦਰਤ ਨੇ ਬੜੀ ਵੱਡੀ ਮਾਰ ਮਾਰੀ ਕਿ ਅਸੀਂ ਫੇਰ ਥੋੜ੍ਹਾ ਜਿਹਾ ਅਸੀਂ ਸਿੰਪਲਸਿਟੀ ਵੱਲ ਆਏ ਹਾਂ। ਅਦਰਵਾਈਜ਼ ਤੁਸੀਂ ਦੇਖੋ ਕਿ ਲੋਕ ਹੁਣ ਵਿਆਹ ਦੇ 7-7 ਫੰਕਸ਼ਨ ਕਰਨ ਲੱਗ ਗਏ ਜਿਨ੍ਹਾਂ ਦੀ ਕਿ ਕੋਈ ਜ਼ਰੂਰਤ ਨਹੀਂ ਹੁੰਦੀ। ਸਭ ਤੋਂ ਪਹਿਲੀ ਗੱਲ ਆ ਕਿ ਤੁਸੀਂ ਤੁਹਾਡਾ ਆਪਣਾ ਪਰਿਵਾਰ ਆ, ਜਿਹੜੀਆਂ ਕੋਈ ਇਹੋ ਜਿਹੀਆਂ ਖੁਸ਼ੀਆਂ ਨੇ ਤੁਸੀਂ ਆਪਣੇ ਪਰਿਵਾਰ 'ਚ ਸਾਂਝੀਆਂ ਕਰੋ, ਲੋਕ ਦਿਖਾਵਾ ਨਾ ਕਰੋ। ਸੋ ਅਸੀਂ ਉਸ ਦਿਨ ਬਹੁਤ ਵਧੀਆ ਤਰੀਕੇ ਨਾਲ ਦੇਰ ਰਾਤ ਤੱਕ ਇਸ ਚੀਜ਼ ਨੂੰ ਸੈਲੀਬ੍ਰੇਟ ਕੀਤਾ। ਨਹੀਂ, ਚੰਗੀ ਗੱਲ ਵੀ ਮੈਨੂੰ ਲੱਗਦਾ ਇਹੀ ਹੁੰਦੀ ਆ। ਆਪਾਂ ਜਦੋਂ ਘਰ 'ਚ ਕਿਸੇ ਬੱਚੇ ਦਾ ਜਨਮ ਦਿਨ ਵੀ ਮਨਾਉਂਦੇ ਹਾਂ ਤਾਂ ਮਨਾਉਂਦੇ ਇਸੇ ਲਈ ਹੁੰਦੇ ਆ ਵੀ ਸਾਨੂੰ ਖੁਸ਼ੀ ਬਹੁਤ ਹੁੰਦੀ ਹੈ ਨਾ, ਪਰ ਅਸੀਂ ਇੰਨਾ ਜ਼ਿਆਦਾ ਤਾਮ ਝਾਮ ਇਕੱਠਾ ਕਰ ਲੈਂਦੇ ਹਾਂ ਵੀ ਉਸ ਜਿਹੜੇ ਬੱਚੇ ਲਈ ਸੈਲੀਬ੍ਰੇਟ ਕਰ ਰਹੇ ਨੇ ਉਹਦੇ ਲਈ ਸਾਡੇ ਕੋਲ ਪੂਰੇ ਦਿਨ 'ਚ ਟਾਈਮ ਹੀ ਨਹੀਂ ਹੁੰਦਾ, ਹੈ ਨਾ, ਕਿਉਂਕਿ ਅਸੀਂ ਇੰਨੇ ਮਹਿਮਾਨ ਸੱਦ ਲੈਂਦੇ ਹਾਂ ਜਾਂ ਇੱਦਾਂ ਦੇ ਬਹੁਤ ਸਾਰੇ ਅਰੇਂਜਮੈਂਟ ਕਰ ਲੈਂਦੇ ਹਾਂ ਕਿ ਸਾਰਾ ਦਿਨ ਬੰਦਾ ਉਹ 'ਚ ਹੀ ਬਿਜ਼ੀ ਰਹਿੰਦਾ। ਅਤੇ ਇਹ ਸਭ ਤੋਂ ਸੋਹਣੀ ਗੱਲ ਸੀ ਕਿ ਤੁਸੀਂ ਉਹ ਪੂਰਾ ਦਿਨ ਫਿਰ ਇੱਕ ਦੂਜੇ ਨੂੰ ਦਿੱਤਾ, ਹੈ ਨਾ। ਅਤੇ ਤੁਸੀਂ ਵੀ ਅੱਜ ਫਿਰ ਉਹੀ ਸੂਟ ਪਾਇਆ ਹੋਇਆ? ਵੈਸੇ ਕੁਦਰਤੀ ਅੱਜ ਸਾਡਾ ਕੰਬੀਨੇਸ਼ਨ ਇਹਦੇ ਨਾਲ ਮਿਲ ਗਿਆ। ਅਸਲ 'ਚ ਵੈਸੇ ਮੈਂ ਉਹ ਸੂਟ ਨਹੀਂ ਪਾਇਆ, ਜੇ ਮੈਨੂੰ ਪਹਿਲਾਂ ਇੰਨਾ ਪਤਾ ਹੁੰਦਾ ਵੀ ਇਸ ਟਾਈਪ ਨਾਲ ਮੈਂ ਜ਼ਰੂਰ ਉਹੀ ਪਾਉਂਦੀ, ਪਰ ਕੁਦਰਤੀ ਤੌਰ 'ਤੇ ਜਿਹੜੀ ਹੁਣ ਮੈਂ ਵੈਸੇ ਜਦੋਂ ਇਹਨਾਂ ਨੇ ਪੱਗ ਦੀ ਗੱਲ ਕੀਤੀ ਤਾਂ ਮੈਂ ਇਹ ਦੇਖ ਲਿਆ ਵੀ ਸਾਡਾ ਕੁਦਰਤੀ ਉਹੀ ਕਲਰ ਟੈਲੀ ਹੋ ਗਿਆ। ਇਹ ਕਈ ਵਾਰ ਅਕਸਰ ਇੰਝ ਹੁੰਦਾ ਜਿਵੇਂ ਅਸੀਂ ਕਈ ਵਾਰ ਫੰਕਸ਼ਨਸ 'ਤੇ ਜਾਂਦੇ ਹਾਂ ਜਾਂ ਇਹ ਆ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਅਸੀਂ ਉਹ ਸੂਟ, ਫਿਰ ਮੈਂ ਜ਼ਰੂਰ ਉਹ ਸੂਟ ਪਾਉਂਦੀ, ਪਰ ਮੈਂ ਇਹਨੂੰ ਵੀ ਓਨਾ ਹੀ ਲੱਕੀ ਤਾਂ ਮੰਨੂਗੀ ਕਿਉਂਕਿ ਅੱਜ ਸਾਡਾ ਫੇਰ ਕੰਬੀਨੇਸ਼ਨ ਮਿਲ ਗਿਆ। ਮੋਸਟਲੀ ਜਦੋਂ ਅਸੀਂ ਫੰਕਸ਼ਨਸ ਵਗੈਰਾ ਜਾਂ ਕਿਤੇ ਜਾਈਦਾ, ਆਮ ਤੌਰ 'ਤੇ ਕਈ ਸਾਨੂੰ ਪੁੱਛ ਲੈਂਦੇ ਵੀ ਤੁਸੀਂ ਮਿਲਾ ਕੇ ਇੰਝ ਪਾਇਆ। ਕਈ ਵਾਰ ਤਾਂ ਅਸੀਂ ਵੈਸੇ ਮਿਲਾ ਕੇ ਵੀ ਪਾਉਂਦੇ ਹਾਂ, ਪਰ ਆਲ ਆਫ ਏ ਸਡਨ ਕਈ ਵਾਰ ਵੈਸੇ ਵੀ ਹੋ ਜਾਂਦਾ। ਮੈਂ ਤੁਹਾਡੀਆਂ ਸੋਸ਼ਲ ਮੀਡੀਆ 'ਤੇ ਫੋਟੋਗ੍ਰਾਫਸ ਦੇਖਦੀ ਹੁੰਦੀ ਹਾਂ, ਮੈਨੂੰ ਵੀ ਲੱਗਦਾ ਹੁੰਦਾ ਵੀ ਬਹੁਤ, ਜੇ ਤੁਸੀਂ 100 ਕਪਲ 'ਚੋਂ ਹੈ ਨਾ ਕੋਈ 10-12 ਨੂੰ ਨੋਟਿਸ ਕਰਦੇ ਹੋ ਤਾਂ ਮੈਨੂੰ ਤੁਹਾਡੀ ਇਹੀ ਚੀਜ਼ ਯਾਦ ਆਉਂਦੀ ਹੈ ਕਿ ਤੁਸੀਂ ਹਮੇਸ਼ਾ ਮੈਚਿੰਗ 'ਚ ਹੁੰਦੇ ਹੋ। ਹਾਂਜੀ, ਆ ਦੇਖੋ ਅੱਜ ਤੁਹਾਡੇ ਹੁਣ ਜਿਵੇਂ ਕਈਆਂ ਨੂੰ ਲੱਗਦਾ ਬੜਾ ਪਲਾਨਡ ਹੈ, ਪਰ ਹੁਣ ਅੱਜ ਆਲ ਆਫ ਏ ਸਡਨ ਹੀ ਹੋ ਗਿਆ। ਤੁਹਾਡੇ ਸਾਹਮਣੇ ਹੀ ਆ ਵੀ ਮੈਂ ਆਪਣੇ ਸਕੂਲ ਗਈ ਸੀ, ਉੱਥੋਂ ਆਈਆਂ ਇਹ ਆ। ਕੁਦਰਤੀ ਵੀ ਕਈ ਵਾਰ ਹੋ ਜਾਂਦਾ, ਇਹਨੂੰ ਪਰਪਸਲੀ ਵੀ ਕਈ ਵਾਰ ਕਰੀਦਾ, ਬਟ ਇਟ ਵਾਜ਼ ਆਲ ਅਸਲ। ਜਿਵੇਂ ਭਾਜੀ ਤੁਸੀਂ ਜਦੋਂ ਅਸੀਂ ਆਏ ਸੀ ਤਾਂ ਸ਼ੁਰੂਆਤ 'ਚ ਦੱਸ ਰਹੇ ਸੀ ਵੀ ਪੂਰੀਆਂ ਚਿੱਠੀਆਂ ਦੇ ਢੇਰ 'ਚੋਂ ਤੁਸੀਂ ਇਹਨਾਂ ਨੂੰ ਲੱਭਿਆ ਹੋਇਆ ਹੈ ਨਾ, ਤਾਂ ਉਹ ਮੈਂ ਚਾਹੁੰਦੀ ਹਾਂ ਕਿ ਉਹ ਗੱਲ ਤੁਸੀਂ ਦੱਸੋ ਕਿ ਤੁਹਾਡਾ ਰਿਸ਼ਤਾ ਕਿਵੇਂ ਹੋਇਆ। ਭੈਣ ਜੀ, ਮੈਂ ਤੁਹਾਨੂੰ ਦੱਸਿਆ ਕਿ ਮੈਂ ਬੜੀ ਅਰਲੀ ਜੌਬ 'ਚ ਆ ਗਿਆ ਸੀਗਾ। ਜੌਬ 'ਚ ਆਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 'ਚ ਅੱਜ ਕੱਲ੍ਹ ਰਹਿ ਰਹੇ ਨੇ ਡਾਕਟਰ ਦੀਪਕ ਮਨਮੋਹਨ ਸਿੰਘ। ਹਾਂਜੀ। ਉਹਨਾਂ ਨੇ ਵਿਆਹ ਨਹੀਂ ਕਰਾਇਆ। ਮੈਂ ਉਹਨਾਂ ਦੀ ਪਰਸਨੈਲਿਟੀ ਤੋਂ ਬੜਾ ਪ੍ਰਭਾਵਿਤ ਸੀ ਕਿ ਸਵੇਰੇ ਉਸ ਬੰਦੇ ਨੇ ਉਹਨਾਂ ਦਿਨਾਂ 'ਚ ਪਟਿਆਲੇ ਹੋਣਾ ਜਾਂ ਚੰਡੀਗੜ੍ਹ ਹੋਣਾ, ਸ਼ਾਮ ਨੂੰ ਉਹ ਬੰਦਾ ਬੰਬੇ ਤੋਂ ਮੈਨੂੰ ਫੋਨ ਕਰਦਾ ਸੀ ਅਤੇ ਮੈਨੂੰ ਲੱਗਣਾ ਵੀ ਵਿਆਹ ਵਾਲਾ ਕੰਮ ਤਾਂ ਔਖਾ ਜਿਹਾ। ਸੋ ਮੈਂ ਇੱਕ ਮਨ 'ਚ
ਆਪਣੇ ਆਪ 'ਚ ਇੱਕ ਬਿਲਡ ਕਰਨਾ ਸ਼ੁਰੂ ਕਰਤਾ ਕਿ ਮੈਂ ਬਿਨਾਂ ਵਿਆਹ ਤੋਂ ਰਵਾਂਗਾ। ਹਾਂਜੀ 1994 'ਚ ਪਹਿਲੀ ਵਾਰ ਅਸੀਂ ਕੈਨੇਡਾ ਗਏ। ਮੇਰੇ ਨਾਨੀ ਜੀ ਠੀਕ ਨਹੀਂ ਸੀ, ਮੇਰੇ ਸਾਰੇ ਨਾਨਕੇ ਉੱਥੇ ਨੇ। ਤਾਂ ਉੱਥੇ ਮੇਰੇ ਮਾਮਾ ਜੀ ਨੇ ਮੈਨੂੰ ਜ਼ੋਰ ਪਾਇਆ ਕਿ ਮੇਰਾ ਵਿਆਹ ਨਹੀਂ ਸੀ ਹੋਇਆ, ਕਿ ਤੇਰਾ ਇੱਥੇ ਅਸੀਂ ਕੋਈ ਵਿਆਹ ਕਰ ਲੈਂਦੇ ਹਾਂ। ਵੈਸੇ ਜਿਵੇਂ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਕਾਫੀ ਇਸ ਚੀਜ਼ ਦਾ ਹੈ। ਮੈਂ ਕਿਹਾ ਕਿ ਨਹੀਂ, ਵਿਆਹ ਦਾ ਮਤਲਬ ਮੈਂ ਉਹ ਮੈਨੂੰ ਚੀਜ਼ ਝੰਜੋੜ ਗਈ ਕਿ ਵਿਆਹ ਦਾ ਤਾਂ ਮਤਲਬ ਕੁਝ ਹੋਰ ਹੁੰਦਾ। ਵਿਆਹ ਦਾ ਮਤਲਬ ਹੁੰਦਾ ਕਿ ਆਪਸੀ ਮਾਨਸਿਕ ਤੌਰ 'ਤੇ ਸਾਰੇ ਤਰੀਕੇ ਨਾਲ ਦੋ ਜਿਹੜੀਆਂ ਰੂਹਾਂ ਨੇ ਉਹ ਮਿਲਦੀਆਂ ਨੇ। ਮੈਂ ਤਾਂ ਉਹਨੂੰ ਹੀ ਵਿਆਹ ਸਮਝਦਾ ਸੀ, ਪਰ ਕਿਉਂਕਿ ਉੱਥੇ ਜਾ ਕੇ ਮੈਂ ਦੇਖਿਆ ਕੈਨੇਡਾ ਵਗੈਰਾ 'ਚ ਇਸ ਟਾਈਪ ਦਾ ਸਿਸਟਮ ਸੀ, ਤਾਂ ਮੈਂ ਉੱਥੇ ਫਿਰ ਸੋਚਿਆ ਵੀ ਨਹੀਂ, ਹੁਣ ਆਪਾਂ ਇੰਡੀਆ ਜਾ ਕੇ ਵਿਆਹ ਕਰਾ ਲੈਣਾ। ਇੰਡੀਆ ਮੈਂ ਆਇਆ, ਮੇਰੇ ਮਦਰ ਅਤੇ ਮੇਰਾ ਬ੍ਰਦਰ ਉਹ ਲੇਟ ਆਉਣਾ ਸੀ ਉਹਨਾਂ ਨੇ, ਕਿਉਂਕਿ ਮੇਰੀ ਜੌਬ ਸੀ। ਆਉਂਦੇ ਹੀ ਸਭ ਤੋਂ ਪਹਿਲਾਂ ਮੈਂ ਡਾਕਟਰ ਦੀਪਕ ਨੂੰ ਐਲਾਨ ਕੀਤਾ ਵੀ ਮੈਂ ਤਾਂ ਵਿਆਹ ਕਰਾਊਂਗਾ। ਔਰ ਉਸ ਬੰਦੇ ਦੀ ਇਸ ਵੇਲੇ ਪਿੱਠ ਸੁਣਦੀ ਆ, ਉਹ ਕਹਿੰਦਾ ਕਿ ਵਨ ਸ਼ੁੱਡ ਗੈਟ ਮੈਰਿਡ। ਦੇਖੋ ਆਪਣਾ ਉਸ ਬੰਦੇ ਦਾ ਤਜਰਬਾ ਸੀ। ਅਜੇ ਇਹ ਪਿੱਛੇ ਸੀ ਮੇਰੇ ਮਦਰ ਹੋਣੀ, ਅਤੇ ਮੈਂ ਟ੍ਰਿਬਿਊਨ 'ਚ ਇਸ਼ਤਿਹਾਰ ਦੇਤਾ ਕਿ ਸੋ ਐਂਡ ਸੋ ਜਿਵੇਂ ਹੁੰਦਾ ਜੀ। ਤਾਂ ਜਦੋਂ ਨੂੰ ਇਹ ਆਏ ਤਾਂ ਕਾਫੀ ਉਹ ਪੋਸਟ ਬਾਕਸ ਦੀਆਂ ਲੈਟਰਸ ਇਕੱਠੀਆਂ ਭੇਜ ਦਿੰਦੇ ਸੀ, ਉਹ ਕਾਫੀ ਲੈਟਰਸ ਆਈਆਂ ਹੋਈਆਂ। ਫਿਰ ਕਹਿ ਲਓ ਕਿ ਜਿੱਥੇ ਤੁਹਾਡੇ ਸੰਜੋਗ ਲਿਖੇ ਹੁੰਦੇ ਨੇ, ਹਰ ਇੱਕ ਚੀਜ਼ ਫਿਰ ਉਸ ਰਾਹੀਂ ਚੱਲਦੀ ਆ। ਸੋ ਉਹ ਸੰਜੋਗ ਇੱਥੇ ਸੀਗੇ, ਸੰਜੋਗ ਜ਼ੋਰਾਵਰ ਸੀਗੇ। ਤਾਂ ਉਹ ਸਾਰੀਆਂ ਚਿੱਠੀਆਂ 'ਚੋਂ ਇੱਕ ਫਿਰ ਜਿਹੜੀ ਪਿਆਰੀ ਚਿੱਠੀ ਸੀ ਉਹ ਫਾਈਨਲ ਹੋਈ ਜੀ। ਅਤੇ ਉਹ ਫਾਈਨਲ ਹੋ ਕੇ ਅਸੀਂ 1996 27 ਜਨਵਰੀ ਨੂੰ ਸਾਡਾ ਵਿਆਹ ਹੋਇਆ। ਔਰ ਵਾਹਿਗੁਰੂ ਦੀ ਮਿਹਰ ਆ ਇੰਸ਼ਾਅੱਲਾ। ਅਤੇ ਬਹੁਤ ਜ਼ਿਆਦਾ ਜਿਹਨੂੰ ਕਹਿ ਲਈਏ, ਮੈਂ ਬਹੁਤ ਇਸ ਚੀਜ਼ ਨੂੰ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਉਹਨਾਂ ਦਿਨਾਂ 'ਚ ਮੇਰਾ ਵਿਆਹ ਹੋਇਆ। ਔਰ ਮੇਰੀ ਜੋ ਜੀਵਨ ਸਾਥਣ ਆ, ਬਿਲਕੁਲ ਮੈਂ ਬੇਝਿਜਕ ਹਰੇਕ ਥਾਂ 'ਤੇ ਕਹਿਣਾ ਹੁੰਦਾ ਕਿ ਹਰ ਇੱਕ ਨੂੰ ਰੱਬ ਇਹੋ ਜਿਹੀ ਜੀਵਨ ਸਾਥਣ ਦੇਵੇ। ਨਹੀਂ, ਇਹ ਦੇਖੋ ਮੈਨੂੰ ਲੱਗਦਾ ਵੀ ਬੰਦਿਆਂ ਲਈ ਇਹ ਐਕਸੈਪਟੈਂਸ ਬਹੁਤ ਔਖੀ ਹੁੰਦੀ ਆ ਵੀ ਇਹੋ ਲੇਡੀਜ਼ ਜਿਹੀ ਮੋਸਟਲੀ ਕਰ ਲੈਂਦੇ। ਬਿਲਕੁਲ। ਅਤੇ ਤੁਸੀਂ ਮੈਮ ਜਦੋਂ ਜਿਵੇਂ ਭਾਜੀ ਨੇ ਕਿਹਾ ਵੀ ਸਭ ਤੋਂ ਪਿਆਰੀ ਜਿਹੜੀ ਚਿੱਠੀ ਸੀ, ਹੈ ਨਾ, ਜਦੋਂ ਤੁਸੀਂ ਇਹਨਾਂ ਬਾਰੇ ਕਲਾਸੀਫਾਈਡ ਪੜ੍ਹਿਆ ਹੋਣਾ, ਤੁਹਾਨੂੰ ਕਿਵੇਂ ਲੱਗਿਆ ਸੀ, ਕਿਵੇਂ ਇਹਨਾਂ ਤੱਕ ਅਪਰੋਚ ਕੀਤੀ ਫਿਰ? ਦੇਖੋ ਉਹੀ ਗੱਲ ਹੈ ਵੀ ਸਾਡਾ ਕਲਚਰ ਜਿਹੜੀ ਆ ਉਹ, ਹਾਲਾਂਕਿ ਨੋ ਡਾਊਟ ਮੈਂ ਕਾਲਜ ਮਤਲਬ ਯੂਨੀਵਰਸਿਟੀ 'ਚ ਪੜ੍ਹ ਰਹੀ ਸੀ, ਹੋਸਟਲ 'ਚ ਵੀ ਰਹਿ ਰਹੀ ਸੀ, ਪਰ ਜਿਵੇਂ ਸਾਡੀ ਇੱਕ ਪੰਜਾਬੀਅਤ ਦਾ ਕਹਿ ਲਓ ਜਾਂ ਇੰਡੀਅਨ ਕਲਚਰ ਜੋ ਵੀ ਹੈ ਵੀ ਪੇਰੈਂਟਸ ਆਪਣੇ ਇਸ ਚੀਜ਼ ਨੂੰ ਫਾਈਨਲ ਕਰਦੇ ਆ। ਸੋ ਮੇਰੇ ਲਈ ਤਾਂ ਇੰਨਾ ਕੀ ਹੈ ਕਿ ਮੈਂ ਘਰ ਜਦੋਂ ਗਈ ਤਾਂ ਮੇਰੇ ਫਾਦਰ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਅਸੀਂ ਜਿਹੜਾ ਹੈ ਅਖਬਾਰ ਦੇ ਵਿੱਚ ਇਹ ਦੇਖਿਆ ਹੈ ਰਿਸ਼ਤਾ, ਅਤੇ ਉਹਦੇ ਵਿੱਚੋਂ ਆਹ ਚੀਜ਼ਾਂ ਸੀ, ਆਹ ਜੋ ਵੀ ਹੈ ਫਾਈਨਲ ਕੀਤਾ ਇਹ ਉਹ। ਮੈਂ ਉਸ ਚੀਜ਼ ਨੂੰ ਟੂ ਬੀ ਵੈਰੀ ਫਰੈਂਕ, ਕੋਈ ਮੈਨੂੰ ਐ ਨਹੀਂ ਸੀ ਵੀ ਹਾਂ ਉਹਨਾਂ ਨੇ ਕਿਹੜਾ ਦੇਖ ਲਿਆ ਜਾਂ ਕਿਵੇਂ ਹੈ। ਉਹ ਕਹਿੰਦੇ ਅਸੀਂ ਇਸ ਗੱਲ ਨੂੰ ਆਪਣੇ ਹਿਸਾਬ ਨਾਲ ਕੰਟੀਨਿਊ ਕਰਨ ਲੱਗੇ ਹਾਂ ਇਹ ਉਹ। ਤਾਂ ਮੈਂ ਉਹਨੂੰ ਐਕਸੈਪਟ ਕੀਤਾ, ਉਹਨਾਂ ਨੇ ਕੰਟੀਨਿਊ ਕੀਤਾ ਇਸ ਚੀਜ਼ ਨੂੰ ਸਾਰਾ। ਅਤੇ ਫਸਟ ਟਾਈਮ ਜਦੋਂ ਵੀ ਸਾਡਾ ਇੱਕ ਕਹਿ ਲਓ ਵੀ ਸਮਾਂ ਸੀ ਜਦੋਂ ਸਾਨੂੰ ਪਹਿਲਾਂ ਸਭ ਤੋਂ ਪਹਿਲੇ ਟਾਈਮ ਮਿਲਣ ਦਾ ਇਸ ਚੀਜ਼ ਬਾਰੇ ਮੌਕਾ ਮਿਲਿਆ, ਅਤੇ ਉਦੋਂ ਹੀ ਮੈਂ ਜਦੋਂ ਇਹਨਾਂ ਦੇ ਬਾਰੇ, ਚਲੋ ਪਤਾ ਤਾਂ ਮੈਨੂੰ ਲੱਗ ਗਿਆ ਸੀਗਾ ਵੀ ਕੀ ਹੈ ਕੁਆਲੀਫਿਕੇਸ਼ਨ ਜਾਂ ਜੋ ਵੀ ਆਪਣੇ ਪੇਰੈਂਟਸ ਆਪਾਂ ਨੂੰ ਦੱਸਦੇ ਆ, ਪਰ ਉਸ ਚੀਜ਼ ਨੂੰ ਮੈਂ ਬਸ ਇੰਨਾ ਹੀ ਕੰਸੀਡਰ ਕੀਤਾ ਵੀ ਮੇਰੇ ਪੇਰੈਂਟਸ ਨੇ ਮੇਰੇ ਲਈ ਇਹ ਚੀਜ਼ ਪਾਰਟਨਰ ਦੇਖ ਰਹੇ ਨੇ ਜਾਂ ਇਹ ਹੈ, ਤਾਂ ਮੈਂ ਉਹਨੂੰ ਐਕਸੈਪਟ ਕਰਦੇ ਹੋਏ ਹੀ ਇਹਨੂੰ ਅੱਗੇ ਕੰਟੀਨਿਊ ਕੀਤਾ ਇੱਕ ਤਰ੍ਹਾਂ ਨਾਲ। ਪਰ ਹੁਣ ਮੈਨੂੰ ਇਹੀ ਲੱਗਦਾ ਜਿਵੇਂ ਕਿ ਚਲੋ ਇਹਨਾਂ ਦੀ ਮੈਂ ਫੀਲਿੰਗ, ਤੁਹਾਡੀ ਗੱਲ ਉਹ ਸਹੀ ਹੈ ਵੀ ਮੇਲਸ ਦੇ ਲਈ ਐਕਸੈਪਟ ਕਰਨਾ ਬਹੁਤ ਔਖਾ ਹੈ। ਲੇਡੀਜ਼ ਮੋਸਟਲੀ ਸ਼ਾਇਦ ਕਰਦੀਆਂ ਨੇ ਜਾਂ ਕਰਦੀਆਂ ਹੋਣਗੀਆਂ ਵੀ ਸਾਰੀਆਂ ਹੀ ਮੋਸਟਲੀ। ਤਾਂ ਪਰ ਮੈਨੂੰ ਇਹ ਲੱਗ ਰਿਹਾ ਬਈ ਚਾਹੇ ਮੈਂ ਇਹ ਕਹਿ ਦੇਵਾਂ ਵੀ ਮੇਰੀ ਕਿਸਮਤ, ਸੰਜੋਗ, ਪਰਮਾਤਮਾ, ਅਤੇ ਉਸ ਤੋਂ ਬਾਅਦ ਉਹੀ ਹੈ ਵੀ ਮੇਰੇ ਫਾਦਰ ਜਿਨ੍ਹਾਂ ਨੇ ਇਸ ਟਾਈਪ ਦਾ ਰਿਸ਼ਤਾ ਮੇਰੇ ਲਈ ਲੱਭਿਆ ਅਤੇ ਸਾਡਾ ਇਹ ਜਿਹੜਾ ਜੋੜ ਬਣਿਆ, ਅਤੇ ਜਿਹਦੇ ਲਈ ਮੈਂ ਲਾਈਫ ਲਈ ਜਿਹਨੂੰ ਕਹਿ ਲਈਏ ਵੀ ਥੈਂਕਫੁਲ ਹਾਂ ਤਿੰਨਾਂ ਚੀਜ਼ਾਂ ਲਈ। ਦੇਖੋ ਸੰਜੋਗ ਹੋ ਗਏ, ਪਰਮਾਤਮਾ, ਅਤੇ ਉਸ ਤੋਂ ਬਾਅਦ ਨਾਲ ਮੇਰੇ ਫਾਦਰ ਵੀ ਜਿਨ੍ਹਾਂ ਨੇ ਇਸ ਚੀਜ਼ ਨੂੰ ਦੇਖਿਆ ਅਤੇ ਮੇਰੇ ਲਈ ਕੀਤਾ, ਕਿਉਂਕਿ ਉਹਨਾਂ ਨੇ ਹੀ ਸਭ ਤੋਂ ਪਹਿਲੀ ਵਾਰ ਮੈਨੂੰ ਇਹ ਕਿਹਾ ਸੀ ਵੀ ਇਹ ਚੀਜ਼ ਮੈਨੂੰ ਲੱਗ ਰਿਹਾ ਵੀ ਤੇਰੇ ਲਈ ਮੈਚ ਬਹੁਤ ਵਧੀਆ ਰਹੂਗਾ। ਅਤੇ ਜਦੋਂ ਵੀ ਮੈਨੂੰ ਪਹਿਲੀ ਵਾਰ ਮੈਂ ਇਹਨਾਂ ਨੂੰ ਮਿਲੀ ਜਾਂ ਜੋ ਵੀ ਹੈ, ਤਾਂ ਮੈਨੂੰ ਲੱਗਿਆ ਉਦੋਂ ਵੀ ਮੈਨੂੰ ਆਈਡਲੀ ਲੱਗ ਗਿਆ ਸੀ ਵੀ ਹਾਂ ਇਹ ਚੀਜ਼ ਸਾਡੇ ਲਈ ਪਰਫੈਕਸ਼ਨ ਹੈ। ਕਿਉਂਕਿ ਆਮ ਤੌਰ 'ਤੇ ਜਦੋਂ ਆਪਾਂ ਦੇਖਦੇ ਹਾਂ ਸੁਸਾਇਟੀ ਦੇ ਵਿੱਚ ਸੁਣਨ 'ਚ ਵੀ ਮਿਲਦਾ, ਤਾਂ ਲੋਕ ਜਿਹੜਾ ਇੱਕ ਰਿਸ਼ਤਾ ਜਦੋਂ ਸ਼ੁਰੂ ਹੁੰਦਾ ਉਹਨੂੰ ਬੜੇ ਅਲੱਗ ਵੇ ਦੇ ਨਾਲ ਲੈ ਕੇ ਜਾਂਦੇ ਆ ਵੀ ਪਤਾ ਨਹੀਂ ਆਹ ਪੁੱਛਣਾ ਇਹ ਉਹ। ਸਾਡਾ ਇੱਕ ਜਦੋਂ ਕਹਿ ਲਓ ਵੀ ਅਸੀਂ ਮਿਲੇ ਫਸਟ ਟਾਈਮ, ਜਾਂ ਜਦੋਂ ਵੀ ਸਾਡਾ ਇਸ ਚੀਜ਼ ਬਾਰੇ ਮੇਲ ਹੋਇਆ ਜਾਂ ਫਸਟ ਟਾਈਮ ਸਾਡੇ
ਫੈਮਲੀਜ਼ ਵੀ ਨਾਲ ਸੀ, ਤਾਂ ਅਸੀਂ ਉਹਨੂੰ ਕੋਈ ਸਾਡੇ ਉਸ ਨੂੰ ਐਵੇਂ ਨਹੀਂ ਚੱਲਿਆ ਗਿਆ ਵੀ ਆਹ ਪੁੱਛਣਾ ਜਾਂ ਇਹ ਆ। ਬੜਾ ਇੱਕ ਸਿੰਪਲ ਸਾਦਾ ਇਹ ਸੀ ਵੀ ਹਾਂ ਜੀ ਅਸੀਂ ਆਪਸ 'ਚ ਸਾਡਾ ਇਹ ਜਿਹੜਾ ਮੇਲ ਹੋ ਰਿਹਾ, ਤਾਂ ਇੱਕ ਆਪਾਂ ਇਹਨੂੰ ਕਹਿ ਰਹੇ ਵੀ ਅਸੀਂ ਇੱਕ ਉਸ ਚੀਜ਼ ਨੂੰ ਐਕਸੈਪਟ ਕਰਕੇ ਹੀ ਚੱਲੇ। ਸਾਨੂੰ ਕੋਈ ਐ ਨਹੀਂ ਸੀ ਵੀ ਅਸੀਂ ਬਹੁਤ ਇੱਕ ਦੂਜੇ ਨੂੰ ਕੁਝ ਪੁੱਛਿਆ ਜਾਂ ਕਿਸੇ ਬਾਰੇ ਅਸੀਂ ਘੋਖਣ ਦੀ ਕੋਈ ਕੋਸ਼ਿਸ਼ ਕੀਤੀ, ਇਹੋ ਜਿਹਾ ਸਾਡਾ ਕੋਈ ਹੋਇਆ ਨਹੀਂ ਸਾਡੇ ਨਾਲ। ਇੱਕ ਸਿੰਪਲ ਵੇ ਦੇ ਨਾਲ ਹੀ ਕਹਿ ਲਓ ਇਹ ਚੱਲ ਪਿਆ ਸਿਸਟਮ। ਜਿਵੇਂ ਭਾਜੀ ਤਾਂ ਉਸ ਟਾਈਮ ਜੌਬ 'ਚ ਸੀਗੇ ਹੈ ਨਾ, ਜਿਵੇਂ ਆਪਣੇ ਜਦੋਂ ਵੀ ਹੁਣ ਇਸ ਟਾਈਮ 'ਚ ਆਪਾਂ ਕਿਸੇ ਕੁੜੀ ਮੁੰਡੇ ਨਾਲ ਗੱਲ ਕਰਦੇ ਹਾਂ ਵੀ ਅੱਛਾ ਤੁਸੀਂ ਵਿਆਹ ਕਦੋਂ ਕਰਾਉਣਾ, ਤਾਂ ਉਹ ਸਭ ਤੋਂ ਪਹਿਲੀ ਇਹੀ ਚੀਜ਼ ਹੁੰਦੀ ਹੈ ਵੀ ਹਾਲੇ ਅਸੀਂ ਲਾਈਫ 'ਚ ਸੈਟਲ ਨਹੀਂ ਹੋਏ ਹੈ ਨਾ। ਉਹਦਾ ਮਤਲਬ ਇਹ ਹੁੰਦਾ ਕਿ ਚੰਗੀ ਜੌਬ ਨਹੀਂ ਹੋਈ ਜਾਂ ਫਿਰ ਮੈਂ ਚੰਗਾ ਕਮਾਉਣ ਨਹੀਂ ਲੱਗਿਆ। ਤਾਂ ਤੁਹਾਡੇ ਮਨ 'ਚ ਨਹੀਂ ਸੀ ਵੀ ਮੈਂ, ਜਿਵੇਂ ਤੁਸੀਂ ਕਹਿੰਦੇ ਹੋ ਕਿ ਮੈਂ ਯੂਨੀਵਰਸਿਟੀ ਪੜ੍ਹਦੀ ਸੀ ਹੈ ਨਾ, ਤਾਂ ਚੰਗੀ ਐਜੂਕੇਸ਼ਨ ਤੋਂ ਸਾਡਾ ਇਹੀ ਹੁੰਦਾ ਵੀ ਮੈਂ ਜੌਬ ਪਹਿਲਾਂ ਕਰਾਂ ਵਿਆਹ ਤੋਂ ਪਹਿਲਾਂ, ਤਾਂ ਇਹ ਨਹੀਂ ਸੀ ਥੋਟ ਕਿ ਹਾਲੇ ਮੈਂ ਪੜ੍ਹ ਰਹੀ ਹਾਂ, ਜੌਬ ਮੈਂ ਵੀ ਕਰਾਂ ਫਿਰ ਹੀ ਵਿਆਹ ਕਰਾਵਾਂ? ਦੇਖੋ ਇਹ ਚੀਜ਼ ਮੈਂ ਹੁਣ ਤੁਹਾਨੂੰ ਪੂਰੀ ਜਿਹਨੂੰ ਕਹੋ ਵੀ ਵਿਸਤਾਰ 'ਚ ਹੀ ਸਾਰੀਆਂ ਚੀਜ਼ਾਂ ਦੱਸ ਦਿੰਦੀ ਹਾਂ ਕਿ ਜਦੋਂ ਮੈਂ ਜਿਵੇਂ ਤੁਸੀਂ ਕਹਿ ਰਹੇ ਯੂਨੀਵਰਸਿਟੀ 'ਚ ਮੈਂ ਪੜ੍ਹ ਰਹੀ ਸੀ, ਸਕਾਲਰਸ਼ਿਪ ਮੇਰਾ ਚੱਲ ਰਿਹਾ ਸੀ, ਕੋਈ ਆਪਣੀ ਇੱਕ ਐ ਨਹੀਂ ਹੁੰਦਾ ਵੀ ਹੁਣੇ ਬਸ ਮੇਰਾ ਵਿਆਹ ਹੋ ਜਾਵੇ ਜਾਂ ਇੰਝ ਚੱਲ ਰਵੇ ਉਹਦੇ ਵਿੱਚੋਂ। ਤਾਂ ਪਰ ਜਿਵੇਂ ਮੇਰੇ ਪੇਰੈਂਟਸ ਨੇ ਇਹ ਗੱਲ ਤੋਰੀ, ਆ ਸਾਰਾ ਸਾਡਾ ਸੰਯੋਗ ਬਣਿਆ ਆਪਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਹੈ ਨਾ। ਅਤੇ ਉਹ ਤੁਰਦੇ ਤੁਰਦੇ ਜਿਹਨੂੰ ਤੁਸੀਂ ਕਹੋਗੇ ਵੀ ਮੈਨੂੰ ਇਹ ਨਹੀਂ ਸੀ ਪਤਾ ਵੀ ਜਦੋਂ ਮੇਰਾ ਇਹਨਾਂ ਦੇ ਨਾਲ ਇਸ ਤਰ੍ਹਾਂ ਨਾਲ ਰਿਸ਼ਤਾ ਜੁੜੂਗਾ ਕਿ ਇੱਕ ਦਿਨ ਇਹੋ ਜਿਹਾ ਆਊਗਾ ਵੀ ਮੇਰੀ ਇਹ ਜੌਬ ਦੇ ਨਾਲ ਵੀ ਜਾ ਕੇ ਜੁੜ ਜੂਗਾ। ਹਾਂਜੀ, ਕੋਈ ਮੈਂ ਚੀਜ਼ ਤੁਹਾਨੂੰ ਦੱਸ ਰਹੀ ਹਾਂ ਵੀ ਇਹ ਕੁਦਰਤੀ ਕਹਿ ਲਓ, ਇਹਨੂੰ ਮੈਂ ਕੁਦਰਤ ਦਾ ਹੀ ਸਬੱਬ ਮੰਨੂੰਗੀ, ਜਾਂ ਮੈਂ ਕਹਿ ਲੂੰ ਵੀ ਇਹ ਮੇਰੇ ਲਈ ਇੰਨੇ ਲੱਕੀ ਰਹੇ ਆ ਫਸਟ ਸਟੈਪ ਤੋਂ ਹੀ ਕਿ ਮੇਰਾ ਉਹ ਕਿਤੇ ਨਾ ਕਿਤੇ ਜਾ ਕੇ ਮੇਰੀ ਜੌਬ ਦੇ ਨਾਲ ਰੁਲ ਗਿਆ। ਉਦੋਂ ਮੈਨੂੰ ਨਹੀਂ ਸੀ ਵੀ ਹਾਂ ਮੇਰੀ ਜੌਬ ਲੱਗ ਜੂਗੀ ਜਾਂ ਮੈਂ ਪਹਿਲਾਂ ਕਿਉਂਕਿ ਇਹ ਆਪਾਂ ਨੂੰ ਹੁੰਦਾ ਵੀ ਅਸੀਂ ਇੰਨੀ ਕੁਆਲੀਫਿਕੇਸ਼ਨ ਲੈ ਰਹੇ ਹਾਂ, ਜੌਬ ਤਾਂ ਹੋਊਗੀ ਅਲਟੀਮੇਟਲੀ ਕਦੇ। ਅਤੇ ਪਰ ਜਦੋਂ ਇਹ ਪੇਰੈਂਟਸ ਨੇ ਪਰਸਿਊ ਕੀਤਾ, ਇੱਕ ਵਾਰ ਤਾਂ ਤੁਹਾਨੂੰ ਲੱਗਦਾ ਵੀ ਅਸੀਂ ਹੋਰ ਕਰ ਲਈਏ ਜਾਂ ਸਾਡੀ ਜੌਬ ਹੋਵੇ, ਪਰ ਉਹੀ ਗੱਲ ਹੈ ਕਿ ਜਿਵੇਂ ਸਾਡੀ ਸੁਸਾਇਟੀ ਵੀ ਇੱਕ ਏਜ 'ਤੇ ਜਾ ਕੇ ਤਾਂ ਤੁਹਾਨੂੰ ਕਰਨੀ ਪੈਂਦੀ ਹੈ ਇਹ ਚੀਜ਼ ਨੂੰ ਐਕਸੈਪਟ ਹੈ ਨਾ। ਤਾਂ ਉਹ ਐਕਸੈਪਟ ਕਰਦੇ ਕਰਦੇ ਜਿਵੇਂ ਆਪਾਂ ਕਹਿ ਦਿੰਦੇ ਵੀ ਚਲੋ ਸਾਡੀ ਕਿਸਮਤ ਦੇ ਵਿੱਚ ਹੁਣ ਇੱਥੋਂ ਹੀ ਆਹ ਚੀਜ਼ ਤੁਰਨੀ ਹੈ, ਪਰ ਉਹ ਤੁਸੀਂ ਕਹੋ ਵੀ ਲੱਕੀਲੀ ਕਿ ਮੈਂ ਇਨ ਦਾ ਮੀਨ ਟਾਈਮ ਜਦੋਂ ਇਹ ਸਾਡੀ ਗੱਲਬਾਤ ਇਸ ਤਰ੍ਹਾਂ ਚੱਲ ਰਹੀ ਸੀ, ਤਾਂ ਇਹੀ ਪ੍ਰੈਜ਼ੈਂਟ ਜੌਬ ਜਿਹੜੀ ਮੈਂ ਹੁਣ ਕਰ ਰਹੀ ਹਾਂ, ਮੈਂ ਐਕਚੁਅਲੀ ਐਜ਼ ਲੈਕਚਰਰ ਜੁਆਇਨ ਕੀਤਾ ਸੀ ਸਕੂਲ ਦੇ ਵਿੱਚ। ਤਾਂ ਮੇਰੇ ਜਿਹੜੇ ਸੁਪਰਵਾਈਜ਼ਰ ਸੀ ਉਹਨਾਂ ਨੇ ਮੈਨੂੰ ਬਹੁਤ ਕਿਹਾ ਵੀ ਤੂੰ ਜੌਬ ਲਈ ਟਰਾਈ ਨਾ ਕਰ, ਤੂੰ ਯੂਨੀਵਰਸਿਟੀ 'ਚ ਕਰੀ ਟਰਾਈ। ਪਰ ਉਹ ਜਿਵੇਂ ਕਹਿ ਲਓ ਵੀ ਸਬੱਬ ਬਣਨ ਲੱਗੀ, ਇਹ ਜੌਬ ਨਿਕਲੀ, ਮੈਂ ਜੌਬ ਲਈ ਅਪਲਾਈ ਕਰ ਦਿੱਤਾ। ਅਤੇ ਅਪਲਾਈ ਕਰਨ ਤੋਂ ਬਾਅਦ ਜਿਵੇਂ ਆਪਾਂ ਭੁੱਲ ਜਾਂਦੇ ਹਾਂ ਵੀ ਠੀਕ ਆ ਕਿਉਂਕਿ ਯੂਨੀਵਰਸਿਟੀ 'ਚ ਹੈ ਇਹ। ਔਰ ਜਦੋਂ ਸਾਡੀ ਇਹਨਾਂ ਦੇ ਨਾਲ ਮੇਰੇ ਪੇਰੈਂਟਸ ਦੀ ਗੱਲਬਾਤ ਜੋ ਵੀ ਚੱਲ ਰਹੀ ਸੀ, ਤਾਂ ਜਿਵੇਂ ਇਹਨਾਂ ਨੂੰ ਆਪਾਂ ਆਮ ਪੇਰੈਂਟਸ ਦੱਸਦੇ ਆ ਵੀ ਜੀ ਉਹਨੇ ਇਸ ਜੌਬ ਲਈ ਅਪਲਾਈ ਕੀਤਾ ਜਾਂ ਇਹ ਆ। ਤੁਸੀਂ ਇਹ ਦੇਖੋ ਵੀ ਜਿੱਦਣ ਸਾਨੂੰ ਪਹਿਲੇ ਦਿਨ ਮੇਰੇ ਪੇਰੈਂਟਸ ਇਹਨਾਂ ਨੂੰ ਜਿਵੇਂ ਆਪਾਂ ਫਾਈਨਲੀ ਯੈਸ ਵਾਲੀ ਸਿਸਟਮ 'ਚ ਆਏ, ਤਾਂ ਇਹਨਾਂ ਨੇ ਆਉਂਦੇ ਹੀ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਮੁਬਾਰਕਾਂ ਵੀ ਜਸਵਿੰਦਰ ਨੂੰ ਜੌਬ ਮਿਲ ਗਈ। ਔਰ ਤੁਸੀਂ ਦੇਖੋ ਵੀ ਨਾ ਮੈਨੂੰ ਇਸ ਚੀਜ਼ ਬਾਰੇ ਪਤਾ ਸੀ ਅਤੇ ਨਾ ਮੇਰੇ ਉਸ ਪੇਰੈਂਟਸ ਨੂੰ ਵੀ ਉਦੋਂ ਤੱਕ ਨਹੀਂ ਸੀ ਪਤਾ, ਕਿਉਂਕਿ ਉਹ ਅਖਬਾਰ ਦੇ ਵਿੱਚ ਜਿਵੇਂ ਪੂਰੀ ਲਿਸਟ ਆਉਂਦੀ ਹੈ ਤਾਂ ਇਹਨਾਂ ਨੇ ਆਲਰੇਡੀ ਜਿਵੇਂ ਸਿਲੈਕਸ਼ਨ। ਪਰ ਦੇਖੋ ਵੀ ਤੁਸੀਂ ਬੰਦਾ ਉਦੋਂ ਤੋਂ ਹੀ ਇੰਨਾ ਕੰਸਰਨਡ ਸੀ, ਹਾਲਾਂਕਿ ਸਾਡਾ ਜੇ ਰਿਸ਼ਤਾ ਪੂਰੇ ਤੌਰ 'ਤੇ ਬੱਝਿਆ ਨਹੀਂ ਸੀ, ਪਰ ਤੁਸੀਂ ਕੰਸਰਨ ਦੇਖੋ ਕਿ ਉਦੋਂ ਹੀ ਬੰਦੇ ਨੂੰ ਇਹ ਲੱਗਿਆ ਵੀ ਇੱਕ ਜੌਬ ਲਈ ਅਪਲਾਈ ਕੀਤਾ ਤਾਂ ਦੇਖਦੇ ਹਾਂ ਵੀ ਉਹਨਾਂ ਦਾ ਵੀ ਕਿਤੇ ਹੈ ਨਾਮ ਜਾਂ ਕੁਛ ਨਹੀਂ ਹੈ। ਮੈਂ ਤਾਂ ਇਹਨੂੰ ਇਹੀ ਮੰਨੂਗੀ ਨਾ ਵੀ ਇਸ ਚੀਜ਼ ਨੂੰ, ਅਤੇ ਉਹ ਮੇਰਾ ਉਸ ਲਿਸਟ 'ਚ ਨਾਮ ਸੀਗਾ। ਤਾਂ ਤੁਸੀਂ ਇਹ ਦੇਖ ਲਓ ਵੀ ਸਾਡਾ ਲੱਕ ਕਿਵੇਂ ਉਦੋਂ ਤੋਂ ਸ਼ੁਰੂ ਹੋਇਆ ਵੀ ਉਸੇ ਦਿਨ ਸਾਡੀ ਫਾਈਨਲ ਮੇਰੇ ਪੇਰੈਂਟਸ ਇਹਨਾਂ ਨਾਲ ਕਰਕੇ ਗਏ ਅਤੇ ਉਸੇ ਦਿਨ ਮੇਰਾ ਲਿਸਟ ਦੇ ਵਿੱਚ ਜਿਹੜਾ ਇੱਕੋ ਜੌਬ ਨੂੰ ਆਇਆ। ਸੋ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਇਹ ਤਾਂ ਨਹੀਂ ਸੀ ਵੀ ਜੌਬ ਕਰਨੀ ਹੈ ਇਹ, ਤਾਂ ਮੇਰਾ ਤਾਂ ਇਹ ਸਿਸਟਮ ਪੈਰਲਲ ਚੱਲ ਪਿਆ। ਉਸ ਤੋਂ ਬਾਅਦ ਹੋਰ ਨੈਕਸਟ ਫਰਦਰ ਦੇਖੋ ਜੀ ਕਿ ਮੇਰੀ ਅਪੋਇੰਟਮੈਂਟ ਸਾਡੀ ਸਿਲੈਕਸ਼ਨ ਹੋ ਗਈ ਸੀਗੀ, ਅਤੇ ਸਾਡੀ ਸਿਲੈਕਸ਼ਨ ਕਹਿ ਲਓ ਵੀ ਦਸੰਬਰ 'ਚ ਹੋ ਗਈ ਸੀਗੀ 95 ਦੇ ਵਿੱਚ ਸਿਲੈਕਸ਼ਨ। ਸੋ ਅਸੀਂ ਵੇਟ ਕਰਦੇ ਰਹੇ ਵੀ ਸਾਨੂੰ ਅਪੋਇੰਟਮੈਂਟ ਲੈਟਰ ਮਿਲੇ ਜਾਂ ਇਹ ਹੈ। ਤਾਂ ਇਨ ਦਾ ਮੀਨ ਟਾਈਮ ਕੰਸਰਨ ਦੀ ਹੋਈ ਫਿਰ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ ਵੀ ਸਿਲੈਕਸ਼ਨ ਹੋਣ ਤੋਂ ਬਾਅਦ ਇਹਨਾਂ ਨੇ ਜਦੋਂ ਦੇਖਿਆ, ਕਿਉਂਕਿ ਮੈਂ ਜੌਬ ਦੇ ਵਿੱਚ ਨਹੀਂ ਸੀ, ਅਸੀਂ ਇੱਕ ਸਟੂਡੈਂਟ ਦੀ ਤਰ੍ਹਾਂ ਵਿਚਰਦੇ ਸੀਗੇ, ਪਰ ਇਹਨਾਂ ਦਾ ਬਹੁਤ ਲਾਈਫ 'ਚ ਐਕਸਪੀਰੀਅੰਸ ਸੀਗਾ ਆਪਣਾ ਜੌਬ ਪ੍ਰਤੀ ਵੀ ਅਤੇ ਬਾਕੀ ਐਕਸਪੀਰੀਅੰਸਿਸ ਪ੍ਰਤੀ ਵੀ। ਤਾਂ ਇਹਨਾਂ ਨੂੰ ਉਦੋਂ ਹੀ ਇਸ ਚੀਜ਼ ਦੀ ਇਹਨਾਂ ਦੇ ਦਿਮਾਗ 'ਚ ਆਏ ਵੀ ਦੇਖੋ ਅੰਮ੍ਰਿਤਸਰ, ਮੇਰੇ ਪੇਰੈਂਟਸ ਅੰਮ੍ਰਿਤਸਰ ਸਾਡਾ ਪਰਮਾਨੈਂਟ ਐਡਰੈਸ ਸੀ, ਵੀ ਉੱਥੋਂ ਦਾ ਐਡਰੈਸ ਹੈ, ਹੁਣ ਸਾਡੀ ਮੈਰਿਜ ਹੋ ਜਾਣੀ ਹੈ ਨੈਚੁਰਲੀ ਜਦੋਂ ਫਾਈਨਲ ਹੋ ਗਿਆ ਤਾਂ ਗੱਲ, ਤਾਂ ਵੀ ਅਸੀਂ ਉਸ ਚੀਜ਼ ਨੂੰ ਚੇਂਜ ਕਰਾ ਲਈਏ। ਇਨ ਦਾ ਮੀਨ ਟਾਈਮ ਮੈਰਿਜ ਵਾਲੇ ਇਹ ਸਿਸਟਮ ਦੇ ਵਿੱਚ ਹੀ ਜਿਹੜੀ ਡਿਊਰੇਸ਼ਨ ਸੀਗੀ, ਇਹਨਾਂ ਨੇ ਮੇਰਾ ਡਿਸਟ੍ਰਿਕਟ ਹੋਮ ਟਾਊਨ ਉਹ ਵਾਲਾ ਵੀ ਚੇਂਜ ਕਰਵਾ ਲਿਆ ਆਪਣੇ ਆਪ ਹੀ ਕਰਕੇ, ਕਿਉਂਕਿ ਸਾਨੂੰ ਇਸ ਬਾਰੇ ਕੋਈ ਇੰਨਾ ਬਾਹਲਾ ਆਪਾਂ ਨੂੰ ਜਿਵੇਂ ਕਹਿੰਦੇ ਵੀ ਪਤਾ ਨਹੀਂ ਸੀਗਾ। ਤਾਂ ਇਹਨਾਂ ਨੇ ਮੇਰਾ ਅੰਮ੍ਰਿਤਸਰ ਤੋਂ ਲੁਧਿਆਣਾ ਕਰਾ ਲਿਆ, ਉਹ ਇਸ ਲਈ ਕਿ ਜਦੋਂ ਮੈਰਿਜ ਹੋ ਜੂਗੀ ਤਾਂ ਜੇ ਅਪੋਇੰਟਮੈਂਟ ਹੁੰਦੀ ਹੈ ਤਾਂ ਇਹਨੂੰ ਅੰਮ੍ਰਿਤਸਰ ਡਿਸਟ੍ਰਿਕਟ ਦੀ ਜੇ ਜੌਬ ਮਿਲਦੀ ਹੈ ਤਾਂ ਫਿਰ ਬੰਦੇ ਨੂੰ ਇੱਥੇ ਰਹਿਣਾ ਔਖੇ ਹੋਊਗਾ ਜਾਂ ਜੋ ਵੀ ਵਾਟਸੋਐਵਰ ਵੀ ਸਾਨੂੰ ਪ੍ਰੋਬਲਮਸ ਨਾ ਆਵੇ। ਤਾਂ ਤੁਸੀਂ ਇਹ ਦੇਖੋ ਵੀ
ਇਹੋ ਜਿਹਾ ਲਾਈਫ ਪਾਰਟਨਰ ਕਿਹਨੂੰ ਮਿਲੂਗਾ ਜਿਹੜਾ ਪਹਿਲੇ ਸਟੈਪ ਤੋਂ ਹੀ ਤੁਹਾਡੇ ਲਈ ਇੰਨਾ ਕੰਸਰਨਡ ਹੈਗਾ, ਔਰ ਜਿਹਦੇ ਲਈ ਤੁਹਾਨੂੰ ਵੀ ਪਤਾ ਨਹੀਂ ਉਹਦੇ ਬਾਰੇ ਅਗਲਾ ਇੰਨਾ ਅਵੇਅਰ ਹੈ ਔਰ ਤੁਹਾਨੂੰ ਉਸ ਸਟੈਪ 'ਤੇ ਉਹ ਗਾਈਡ ਕਰ ਰਿਹਾ। ਜੇ ਉਦੋਂ ਇਹ ਚੀਜ਼ ਨਾ ਕਰਦੇ ਤਾਂ ਹੋ ਸਕਦਾ ਮੈਨੂੰ ਕਿੰਨੀ ਦੇਰ ਅੰਮ੍ਰਿਤਸਰ ਰਹਿ ਕੇ ਜਾਂ ਜੌਬ ਕਰਨੀ ਪੈਣੀ। ਤਾਂ ਉਹ ਚੀਜ਼ ਵੀ ਦੇਖੋ ਵੀ ਮੇਰੀ ਇਨ ਦਾ ਮੀਨ ਟਾਈਮ ਸ਼ਿਫਟ ਹੋ ਗਈ ਉਹਦੇ ਵਿੱਚੋਂ। ਜਨਵਰੀ 'ਚ ਸਾਡੀ ਮੈਰਿਜ ਹੋਈ ਅਤੇ ਉਸ ਤੋਂ ਬਾਅਦ ਮੈਰਿਜ ਹੋਣ ਤੋਂ ਬਾਅਦ ਮਹੀਨਾ ਕੁ ਬਾਅਦ ਫਿਰ ਮੈਨੂੰ ਅਪੋਇੰਟਮੈਂਟ ਲੈਟਰ ਮਿਲੀ ਉੱਥੇ ਲੁਧਿਆਣੇ ਦੇ ਵਿੱਚ ਇੱਥੇ। ਤਾਂ ਉਹ ਚੀਜ਼ ਵੀ ਸਾਡੇ ਪੋਜ਼ੀਟਿਵ ਦੇ ਵਿੱਚ। ਤਾਂ ਆਪਾਂ ਇਹ ਕਹਿ ਦਿਓ ਵੀ ਜੌਬ ਕਰਨਾ ਨਾ ਕਰਨਾ, ਮੈਨੂੰ ਇਹ ਪਤਾ ਨਹੀਂ ਸੀ ਵੀ ਮੇਰੀ ਮੈਰਿਜ ਦੇ ਨਾਲ ਇਹ ਸਾਰਾ ਕੁਝ ਜੁੜਿਆ ਹੋਇਆ। ਹਾਂਜੀ, ਪਹਿਲਾਂ ਨਹੀਂ ਮਤਲਬ ਲੱਕੀ ਰਹੇ ਤੁਹਾਡੇ ਲਈ ਭਾਜੀ। ਮੈਂ ਤਾਂ ਕਹਿ ਹੀ ਦਿੱਤਾ ਵੀ ਇਸ ਤੋਂ ਲੱਕੀ ਬੰਦਾ ਹੋਰ ਕੀ ਹੋਊਗਾ ਵੀ ਤੁਹਾਡੀ ਉਸੇ ਦਿਨ ਮਤਲਬ ਮੈਨੂੰ ਅਜੇ ਵੀ ਯਾਦ ਆ। ਔਰ ਫਿਰ ਉਹੀ ਜਿਵੇਂ ਹੁਣ ਆਪਾਂ ਥੋੜ੍ਹੀ ਦੇਰ ਪਹਿਲਾਂ ਗੱਲਾਂ ਕਰ ਰਹੇ ਸੀ, ਉਦੋਂ ਲੈਂਡਲਾਈਨਸ ਹੁੰਦੇ ਸੀ ਤਾਂ ਹੋਸਟਲ 'ਚ ਵੀ ਲੈਂਡਲਾਈਨ ਸੀਗਾ। ਤਾਂ ਫਿਰ ਮੈਨੂੰ ਇਹਨਾਂ ਦੇ ਘਰੋਂ ਇੱਥੋਂ ਹੀ ਫੋਨ ਕਰਕੇ ਇਹ ਦੱਸਿਆ ਗਿਆ ਵੀ ਤੁਸੀਂ ਅਖਬਾਰ ਨਹੀਂ ਦੇਖੀ, ਕਿਉਂਕਿ ਮੈਂ ਕੁਰੂਕਸ਼ੇਤਰਾ ਯੂਨੀਵਰਸਿਟੀ 'ਚ ਕਰ ਰਹੀ ਸੀਗੀ ਉੱਥੇ। ਤਾਂ ਕਈ ਵਾਰ ਨਹੀਂ ਆਪਾਂ ਕਹਿੰਦੇ ਤੁਸੀਂ ਦੇਖੋ ਵੀ ਤੁਹਾਡੇ ਲਿਸਟ 'ਚ ਆਹ ਸੀਰੀਅਲ ਹੈ, ਤੁਹਾਡੀ ਆ ਜਿਹੜੀ ਆ ਉਹਦੇ 'ਚ ਸਿਲੈਕਸ਼ਨ ਹੋ ਗਈ ਹੈ। ਠੀਕ ਹੈ, ਤਾਂ ਹੁਣ ਮੈਂ ਤਾਂ ਉਸ ਦਿਨ ਤੋਂ ਇਹੀ ਸੋਚ ਲਿਆ ਵੀ ਇਹ ਪਰਸਨ ਮੇਰੇ ਲਈ ਤਾਂ ਲਾਈਫ 'ਚ ਇੰਨਾ ਲੱਕੀ ਹੈ ਕਿ ਮੈਨੂੰ ਹਰ ਸਟੈਪ ਦੇ ਵਿੱਚ ਇਹ ਲੱਕ ਨਾਲ ਫੇਵਰ ਕਰਦੇ ਹੋਈ ਚੱਲੂਗੀ ਸਾਡੀ ਮੈਰਿਜ ਦੇ। ਬਿਲਕੁਲ, ਜ਼ਿੰਦਗੀ ਮੈਨੂੰ ਲੱਗਦਾ ਇਹੀ ਹੁੰਦੀ ਹੈ ਕਿ ਚੰਗਾ ਰਿਸ਼ਤਾ ਤੁਸੀਂ ਉਦੋਂ ਹੀ ਨਿਭਾ ਸਕਦੇ ਹੋ ਜਦੋਂ ਤੁਸੀਂ ਇੱਕ ਦੂਜੇ ਦੇ ਨਾਲ ਸੱਚੀ ਨਾਲ ਤੁਰਨਾ ਸਿੱਖ ਲੈਂਦੇ ਹੋ। ਨਾਲ ਤੁਰਨਾ ਇਹੀ ਹੁੰਦਾ ਕਿ ਤੁਸੀਂ ਇੱਕ ਦੂਜੇ ਦੀ ਇਕਨੋਮਿਕ ਜਾਂ ਸੋਸ਼ਲ ਗਰੋਥ ਆ ਜਿਹੜੀ ਜਦੋਂ ਹੈ ਨਾ, ਉਹ ਤੁਹਾਨੂੰ ਲੱਗਦਾ ਵੀ ਤੁਹਾਡੇ ਸਾਥੀ ਦੀ ਵੀ ਉਨੀ ਹੋਣੀ ਚਾਹੀਦੀ ਹੈ। ਅਤੇ ਇਹ ਚੰਗੀ ਚੀਜ਼ ਆ। ਨਹੀਂ ਤਾਂ ਹਾਲੇ ਤੱਕ ਵੀ ਮੈਨੂੰ ਲੱਗਦਾ ਸਾਡੀ ਕਮਿਊਨਿਟੀ 'ਚ ਇਹੀ ਹੁੰਦਾ ਕਿ ਬੇਸ਼ੱਕ ਤੁਸੀਂ ਤੁਹਾਡੀ ਐਜੂਕੇਸ਼ਨ ਬਰਾਬਰ ਹੋਵੇ ਜਾਂ ਤੁਸੀਂ ਕਿੰਨਾ ਵੀ ਮਤਲਬ ਵਾਈਫ ਨੂੰ ਹਾਲੇ ਤੱਕ ਵੀ ਲੋਕ ਇਹੀ ਸਮਝਦੇ ਨੇ ਕਿ ਨਹੀਂ ਪੜ੍ਹਨਾ ਹੋਰ ਚੀਜ਼ ਆ, ਪਰ ਪਹਿਲੀ ਰਿਸਪੋਂਸੀਬਿਲਿਟੀ ਸਿਰਫ ਘਰ ਸੰਭਾਲਣ ਵਾਲੀ ਗੱਲ ਹੈ ਨਾ। ਤਾਂ ਉਹ ਚੰਗੀ ਲੱਗੀ ਮੈਨੂੰ ਕਿ ਪਹਿਲਾਂ ਤੋਂ ਹੀ ਤੁਹਾਡਾ ਇੰਨਾ ਧਿਆਨ ਰੱਖ ਰਹੇ ਸੀਗੇ। ਮੈਨੂੰ ਮੇਰੇ ਹਿਸਾਬ ਨਾਲ ਲਾਈਫ ਪਾਰਟਨਰ ਜਿਹੜਾ ਐਕਚੁਅਲ ਵਰਡ ਆ, ਪਾਰਟਨਰ ਬਿਲਕੁਲ ਪਰਫੈਕਟ ਵਰਡ ਹੈਗਾ ਇਹਦੇ ਲਈ। ਵੀ ਜਿਵੇਂ ਆਪਾਂ ਇੱਕ ਕਹਿ ਰਹੇ ਕਿ ਆਪਾਂ ਵਰਡ ਕਪਲ ਯੂਜ਼ ਕਰਦੇ ਹਾਂ, ਇੱਕ ਲਾਈਫ ਪਾਰਟਨਰ ਜਿਹੜਾ ਆਪਾਂ ਅਸਲ ਜਿਹੜਾ ਸਾਥੀ ਆ ਉਹ ਇਹਨਾਂ ਚੀਜ਼ਾਂ ਦੇ ਨਾਲ ਹੀ ਬਣਦਾ। ਭਾਜੀ ਤੁਸੀਂ ਉਸ ਇਸ਼ਤਿਹਾਰ 'ਚ ਕੀ ਲਿਖਿਆ ਸੀ ਕਿ ਕਿਵੇਂ ਦੀ ਕੁੜੀ ਚਾਹੀਦੀ ਆ? ਮੈਂ ਦੇਖੋ ਮੈਂ ਫਿਰ ਭੈਣ ਜੀ ਮੈਂ ਉਸ ਤੋਂ ਬਾਅਦ ਮੈਂ ਕਈ ਚੀਜ਼ਾਂ ਸੋਚੀਆਂ। ਹਰ ਇੱਕ ਬੰਦੇ ਦੀ ਸੋਚ ਆਪਣੀ ਆ। ਮੈਨੂੰ ਇਹ ਸੀ ਕਿ ਕਿਉਂਕਿ ਹਾਲਾਤ ਹੁਣ ਤਾਂ ਦੇਖੋ ਇਹੋ ਜਿਹੇ ਬਣ ਗਏ ਕਿ ਜੇ ਤੁਸੀਂ ਬੋਥ ਅਰਨਿੰਗ ਨਹੀਂ ਹੈਗੇ ਨਾ, ਤੁਹਾਨੂੰ ਪਤਾ ਕਿਵੇਂ ਗੁਜ਼ਰ ਬਸਰ ਔਖੀ ਆ। ਸੋ ਉਹਦੇ 'ਚ ਮੇਰਾ ਇਹੀ ਸੀਗਾ ਕਿ ਕੁਆਲੀਫਿਕੇਸ਼ਨ ਇਸ ਟਾਈਪ ਦੀ ਹੋਵੇ ਕਿ ਜੌਬ ਕਰੇ। ਕਿਉਂਕਿ ਕਈ ਵਾਰ ਤੁਹਾਨੂੰ ਵੀ ਪਤਾ ਪੇਰੈਂਟਸ ਨੂੰ ਇਹ ਹੁੰਦਾ ਅਸੀਂ ਨਹੀਂ ਜੀ ਆਪਣੀ ਕੁੜੀ ਤੋਂ ਨੌਕਰੀ ਕਰਾਉਣੀ। ਬਿਲਕੁਲ, ਇਹ ਵਰਡਿੰਗ ਬਿਲਕੁਲ ਇਸ ਟਾਈਪ ਦੀ ਹੁੰਦੀ ਆ। ਸੋ ਮੈਨੂੰ ਇਹ ਸੀ ਕਿ ਇਹ ਚੀਜ਼ ਹੋਵੇ ਕਿ ਅਸੀਂ ਦੋਵੇਂ ਨੌਕਰੀ ਕਰੀਏ, ਸਾਫ਼ ਸੁਥਰੀ ਨੌਕਰੀ ਕਰੀਏ, ਸਾਫ਼ ਸੁਥਰਾ ਰਹੀਏ, ਬੋਥ ਅਰਨਿੰਗ ਹੋਈਏ, ਗੁਜ਼ਰ ਬਸਰ ਸਾਡੀ ਵਧੀਆ ਚੱਲੇ। ਬਸ ਇਹੀ ਇੱਕ ਮੈਂ ਉਹਦੇ 'ਚ ਸੀਗਾ ਕਿ ਜਿਹੜੀ ਆ ਮਤਲਬ ਲੜਕੀ ਜਿਹਦੇ ਨਾਲ ਮੈਂ ਵਿਆਹ ਕਰਾਉਣਾ ਉਹ ਪੜ੍ਹੀ ਲਿਖੀ ਹੋਵੇ। ਜਦੋਂ ਕਿਉਂਕਿ ਹੁਣ ਥੋੜ੍ਹਾ ਨੌਕਰੀਆਂ ਦਾ ਹੋਰ ਸਿਸਟਮ ਹੋ ਗਿਆ। ਉਦੋਂ ਜਦੋਂ 96 ਸੀ ਉਦੋਂ ਫਿਰ ਵੀ ਇਹ ਸੀ ਇੰਨੀ ਅਨਇੰਪਲੋਇਮੈਂਟ ਨਹੀਂ ਸੀ। ਜੇ ਤੁਸੀਂ ਵਧੀਆ ਪੜ੍ਹੇ ਲਿਖੇ ਹੋ ਤਾਂ ਤੁਹਾਨੂੰ ਜੌਬਸ ਮਿਲਦੀਆਂ ਸੀ। ਸੋ ਇੱਕ ਜੌਬ ਤੋਂ ਵੱਧ ਕੇ ਕੁਛ ਨਹੀਂ ਸੀ ਉਹ 'ਚ। ਔਰ ਇੱਕ ਚੀਜ਼ ਇਹ ਦੱਸਣਾ ਭੁੱਲ ਗਏ ਕਿ ਇਹਨਾਂ ਦੀ ਜਿਹੜੀ ਫਸਟ ਅਪੁਆਇੰਟਮੈਂਟ ਹੋਈ, ਦੇਖੋ ਕੁਦਰਤੀ ਉਹ ਵੀ ਚੀਜ਼ ਕੁਦਰਤੀ। ਦੇਖੋ ਅਸੀਂ ਲੁਧਿਆਣੇ ਰਹਿੰਦੇ ਹਾਂ ਔਰ ਮੇਰਾ ਪਿੰਡ ਹੈ ਜੀ ਕਟਾਣੀ ਕਲਾਂ। ਅੱਛਾ ਜੀ, ਸਮਰਾਲਾ ਰੋਡ 'ਤੇ, ਚੰਡੀਗੜ੍ਹ ਰੋਡ 'ਤੇ ਆ। ਇਹਨਾਂ ਦੀ ਫਸਟ ਅਪੁਆਇੰਟਮੈਂਟ ਕੁਦਰਤੀ ਦੇਖੋ ਆਪਣੇ ਸਹੁਰੇ ਪਿੰਡ ਹੋਈ। ਅੱਛਾ ਜੀ। ਔਰ ਮਤਲਬ ਇਹ ਚੀਜ਼ਾਂ ਤੁਹਾਨੂੰ ਲਾਈਫ 'ਚ ਕਹਿ ਲਓ ਵੀ ਇਹ ਅਚੰਭੇ ਹੀ ਹੁੰਦੇ ਨੇ ਇੱਕ ਕਿ ਕਿੱਥੇ ਅੰਮ੍ਰਿਤਸਰ ਹੋਣੀ ਸੀ ਅਪੁਆਇੰਟਮੈਂਟ, ਅੰਮ੍ਰਿਤਸਰ ਤੋਂ ਡਿਸਟ੍ਰਿਕਟ ਚੇਂਜ ਹੋਇਆ, ਡਿਸਟ੍ਰਿਕਟ ਚੇਂਜ ਹੋਣ ਤੋਂ ਬਾਅਦ ਤੁਸੀਂ ਆਪਣੇ ਸਹੁਰੇ ਪਿੰਡ ਜਾ ਕੇ ਪਹਿਲੀ ਨੌਕਰੀ ਸ਼ੁਰੂ ਕਰਦੇ ਔਰ ਉਹ ਜੇ ਸਹੁਰੇ ਪਿੰਡ ਦਾ ਉਹ ਸਕੂਲ ਜਿੱਥੇ ਇਹ ਆਪ ਛੋਟੇ ਹੁੰਦੇ ਵੀ ਜਾਂਦੇ ਰਹੇ, ਪੜ੍ਹਿਆ ਜਿੱਥੇ ਮੈਂ। ਸੋ ਇਹ ਗੱਲਾਂ ਕਈ ਚੀਜ਼ਾਂ ਫਿਰ ਜਦੋਂ ਇਕੱਠੀਆਂ ਹੁੰਦੀਆਂ ਜੀ ਤਾਂ ਇਹ ਤੁਹਾਨੂੰ ਨਾ ਇੱਕ ਖੁਸ਼ੀ ਦਿੰਦੀਆਂ ਨੇ। ਔਰ ਇਹ ਖੁਸ਼ੀ ਦਾ ਤੁਹਾਨੂੰ ਪਤਾ ਕੋਈ ਟਿਕਾਣਾ ਨਹੀਂ ਹੁੰਦਾ। ਬਿਲਕੁਲ ਬਿਲਕੁਲ ਮੈਮ, ਜਦੋਂ ਤੁਸੀਂ ਇਸ ਘਰ 'ਚ ਆਏ ਹੈ ਨਾ, ਵੈਸੇ ਤਾਂ ਹਰ ਬੰਦੇ ਨੂੰ ਮਤਲਬ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਿਰਫ ਕੁੜੀ ਦੀ ਜ਼ਿੰਦਗੀ 'ਚ। ਮੈਨੂੰ ਲੱਗਦਾ ਵਿਆਹ ਤੋਂ ਬਾਅਦ ਮੁੰਡੇ ਦੀ ਜ਼ਿੰਦਗੀ 'ਚ ਬਹੁਤ ਸਾਰੀ ਤਬਦੀਲੀ ਆਉਂਦੀ ਹੈ। ਖਾਸ ਕਰਕੇ ਬਹੁਤ ਵੱਡਾ ਸਰਕਲ ਹੁੰਦਾ ਮੁੰਡੇ ਦਾ ਜਿਹੜਾ ਉਹਨੂੰ ਇੱਕਦਮ ਕਈ ਵਾਰੀ ਛੱਡਣਾ ਪੈਂਦਾ ਹੈ ਨਾ, ਕਿਉਂਕਿ ਇੱਕ ਨਵੀਂ ਜ਼ਿੰਮੇਵਾਰੀ ਜਿਹੜੀ ਮੋਢਿਆਂ 'ਤੇ ਪੈਂਦੀ ਆ। ਕੁੜੀ ਲਈ ਵੀ ਬਹੁਤ ਕੁਛ ਚੇਂਜ ਹੁੰਦਾ। ਤਾਂ ਤੁਹਾਨੂੰ ਲੱਗਿਆ ਵੀ ਕੋਈ ਥੋੜ੍ਹੇ ਜਿਹੇ ਵੀ ਐਫਰਟਸ ਤੁਹਾਨੂੰ ਕਰਨੇ ਪਏ ਕਿ ਇਸ ਘਰ ਨੂੰ ਆਪਣਾ ਬਣਾਉਣ ਲਈ ਜਾਂ ਇਸ ਘਰ ਦੇ ਜੀਆਂ ਨੂੰ ਆਪਣਾ ਬਣਾਉਣ ਲਈ, ਕਿ ਐਵੇਂ ਸੀਗਾ ਕਿ ਤੁਹਾਨੂੰ ਲੱਗਿਆ ਵੀ ਆਉਂਦੇ ਹੀ ਮੈਨੂੰ ਸਾਰਿਆਂ ਨੇ ਐਕਸੈਪਟ ਕਰ ਲਿਆ? ਦੇਖੋ ਵੈਸੇ ਤਾਂ ਮੈਨੂੰ ਆਉਂਦੇ ਹੀ ਸਾਰਿਆਂ ਨੇ ਐਕਸੈਪਟ ਕਰ ਲਿਆ, ਚਾਹੇ ਉਹ
ਮੇਰਾ ਬ੍ਰਦਰ ਇਨ ਲਾ ਸੀਗਾ, ਦੇਵਰ ਮੇਰਾ ਛੋਟਾ ਸੀ ਉਦੋਂ, ਉਹ ਪੜ੍ਹ ਰਿਹਾ ਸੀ। ਉਹਨੇ ਹੈ ਨਾ, ਮੇਰੇ ਮਦਰ ਇਨ ਲਾ ਨੇ, ਤੇ ਚਲੋ ਹਸਬੈਂਡ ਨੇ ਤਾਂ ਕਰਨਾ ਹੀ ਸੀ, ਸਾਰਿਆਂ ਨੇ ਮੈਨੂੰ ਟੋਟਲੀ ਐਕਸੈਪਟ ਕਰ ਲਿਆ ਸੀਗਾ। ਬਾਕੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਆਪਾਂ ਨੂੰ ਕਈ ਵਾਰ ਸਟਰਗਲ ਕਰਨਾ ਪੈਂਦਾ, ਦੇਖੋ ਉਹਨੂੰ ਆਪਾਂ ਸਟਰਗਲ ਨਹੀਂ ਕਹਿ ਸਕਦੇ, ਉਹਨੂੰ ਆਪਾਂ ਇੱਕ ਐਡਜਸਟਮੈਂਟ ਕਹਿ ਸਕਦੇ ਹਾਂ। ਦੇਖੋ ਹਰ ਇੱਕ ਫੈਮਿਲੀ ਦੀਆਂ ਜਾਂ ਜਿਹੜੀਆਂ ਜਗ੍ਹਾਵਾਂ ਤੋਂ ਤੁਸੀਂ ਆਏ ਹੁੰਦੇ ਹੋ, ਕੁਛ ਨਾ ਕੁਛ ਤਾਂ ਡਿਫਰੈਂਟ ਹੁੰਦਾ ਹੀ ਹੈ ਨਾ। ਜੇ ਹੁਣ ਅੱਜ ਸਾਡਾ ਪਰਿਵਾਰ ਆ, ਮੰਨ ਲਓ ਤੁਹਾਡਾ ਪਰਿਵਾਰ ਜਾਂ ਕੋਈ ਵੀ, ਥੋੜ੍ਹੇ ਡਿਫਰੈਂਸਿਸ ਤਾਂ ਹੁੰਦੇ ਆ। ਉਹਨੂੰ ਆਪਾਂ ਸਟਰਗਲ ਨਾ ਵਰਡ ਨਾ ਦੇ ਕੇ, ਜੇ ਆਪਾਂ ਇਹ ਕਹੀਏ ਵੀ ਕੁਛ ਅਸੀਂ ਚੇਂਜ ਕਰ ਲਈਏ, ਕੁਛ ਅਗਲੇ ਆਪਣੇ ਅਕੋਰਡਿੰਗਲੀ ਥੋੜ੍ਹੇ ਬਹੁਤ ਚੇਂਜਸ ਤਾਂ ਆਪਾਂ ਨੂੰ ਕਰਨੇ ਹੀ ਪੈਂਦੇ ਆ ਨਾ ਆਪਣੇ ਆਪ ਦੇ ਵਿੱਚ। ਉਹਨੂੰ ਆਪਾਂ ਸਟਰਗਲ ਨਾ ਕਹਿ ਕੇ ਕਹਿ ਲਓ ਵੀ ਇੱਕ ਲਾਈਫ ਦਾ ਜਿਹਨੂੰ ਆਪਾਂ ਕਹਿ ਲਓ ਰੂਟੀਨ ਵਰਕ ਹੈ, ਉਹਦੇ ਅਕੋਰਡਿੰਗਲੀ ਆਪਾਂ ਨੇ। ਬਾਕੀ ਕੋਈ ਮੇਜਰ ਮੈਨੂੰ ਇਹੋ ਜਿਹੀਆਂ ਪ੍ਰੋਬਲਮਸ ਨਹੀਂ ਆਈਆਂ ਫੈਮਿਲੀ ਦੇ ਵਿੱਚ, ਕਿਉਂਕਿ ਜਿਵੇਂ ਦੀ ਕਹਿ ਲਓ ਫੈਮਿਲੀ ਮੇਰੇ ਪੇਰੈਂਟਸ ਜਾਂ ਮੈਂ ਐਕਸਪੈਕਟ ਕਰਦੀ ਸੀ, ਉਵੇਂ ਦੀ ਹੋਈ ਫੈਮਿਲੀ ਸੀ ਵੀ ਅਸੀਂ ਇੱਕ ਰੂਟੀਨ ਸਾਡੇ ਵਰਗੀ, ਕਿਉਂਕਿ ਮੈਂ ਜੌਬ ਕਲਾਸ ਵਾਲੀ ਫੈਮਿਲੀ 'ਚੋਂ ਹੀ ਆਈ ਸੀ, ਅਤੇ ਇੱਕ ਜੌਬ ਵਾਲੀ ਹੀ ਫੈਮਿਲੀ ਮੈਨੂੰ ਅੱਗੇ ਮਿਲੀ ਉਸ ਟਾਈਪ ਦੀ। ਅਤੇ ਸ਼ੁਰੂ ਤੋਂ ਹੀ ਜਿਵੇਂ ਕਹਿ ਰਹੇ ਵੀ ਮੈਨੂੰ ਜੌਬ ਵਾਲੀ ਕੁੜੀ ਚਾਹੀਦੀ ਸੀ, ਮੇਰੀ ਕਹਿ ਲਓ ਵੀ ਜਦੋਂ ਮੈਂ ਅੱਗੇ ਕੁਆਲੀਫਿਕੇਸ਼ਨ ਕਰਦੀ ਰਹੀ ਤਾਂ ਮੈਨੂੰ ਇਹ ਸੀ ਵੀ ਮੈਂ ਜੌਬ ਜ਼ਰੂਰ ਕਰੂੰਗੀ। ਹਾਂਜੀ, ਕਿ ਵੀ ਮੈਨੂੰ ਸ਼ਾਇਦ ਉਹੀ ਜਿਵੇਂ ਤੁਸੀਂ ਕਹਿ ਰਹੇ ਹੋ, ਜੇ ਕਿਤੇ ਸਟੈਪ 'ਤੇ ਕੋਈ ਮੈਨੂੰ ਇਹ ਕਹਿ ਦਿੰਦਾ ਵੀ ਤੂੰ ਜੌਬ ਛੱਡ ਦੇ, ਜਾਂ ਹੋ ਸਕਦਾ ਮੈਂ ਛੱਡ ਵੀ ਦਿੰਦੀ ਹਾਲਾਤਾਂ ਦੇ ਅਨੁਸਾਰ, ਪਰ ਉਸ ਚੀਜ਼ ਦਾ ਹੋ ਸਕਦਾ ਮੇਰੇ ਮਨ 'ਚ ਕਿਤੇ ਰਹਿ ਜਾਂਦਾ ਵੀ ਮੈਂ ਇੰਨੀ ਕੁਆਲੀਫਿਕੇਸ਼ਨ ਮੇਰੀ ਹੈਗੀ ਆ ਜਾਂ ਜੋ ਵੀ ਮੈਂ ਜੌਬ ਕਰਨੀ। ਪਰ ਉਹ ਚੀਜ਼ ਨੇ ਮੈਨੂੰ ਇੱਕ ਦੇਖੋ ਬਹੁਤ ਫੇਵਰੇਬਲ ਰੱਖਿਆ ਬਈ। ਹਾਲਾਂਕਿ ਉਹਦੇ ਵਿੱਚ ਤਾਂ ਮੈਂ ਇਹ ਕਹਿ ਦੂੰਗੀ ਵੀ ਕਈ ਸਟੈਪਸ ਇਹੋ ਜਿਹੇ ਆਏ ਆ ਕਿ ਜਿੱਥੇ ਮੈਂ ਥੋੜ੍ਹਾ ਜਿਹਾ ਜਿਵੇਂ ਕਹਿ ਲਓ ਡੋਲ ਰਹੀ ਸੀ, ਜਾਂ ਮੈਨੂੰ ਹਾਰਡਸ਼ਿਪਸ ਪਰਸਨਲ ਲਾਈਫ ਦੇ ਵਿੱਚ ਲੱਗ ਰਹੀਆਂ ਸੀ, ਬਟ ਮੈਨੂੰ ਇਹਨਾਂ ਦਾ ਪਹਿਲਾਂ ਤੇ ਬਾਕੀ ਸਾਰੀ ਫੈਮਿਲੀ ਦਾ ਵੀ ਮੈਨੂੰ ਬਹੁਤ ਉਸ ਜਗ੍ਹਾ 'ਤੇ ਸਪੋਰਟ ਮਿਲਿਆ। ਕਿਉਂਕਿ ਜਦੋਂ ਮੇਰੀ ਮੈਰਿਜ ਹੋਈ ਤਾਂ ਮੈਂ PhD ਕਰ ਰਹੀ ਸੀਗੀ, ਔਰ ਮੇਰੀ ਆਲਮੋਸਟ ਪ੍ਰੈਕਟੀਕਲ ਵਰਕ ਪੂਰਾ ਹੋ ਚੁੱਕਿਆ ਸੀ, ਥੀਸਿਸ ਥੋੜ੍ਹਾ ਜਿਹਾ ਰਹਿ ਰਿਹਾ ਸੀਗਾ ਮੇਰਾ। ਅਤੇ ਇੱਕ ਕਹਿ ਲਓ ਕੁਛ ਟਾਈਮ ਤੋਂ ਬਾਅਦ ਆ ਕੇ ਜਦੋਂ ਮੇਰੀ ਮੈਰਿਜ ਹੋਣੀ ਸੀ, ਜਾਂ ਜਿਵੇਂ ਮੇਰੇ ਫਾਦਰ ਜਾਂ ਮੇਰੇ ਇੱਕ ਸੁਪਰਵਾਈਜ਼ਰ ਸੀ, ਉਹਨਾਂ ਨੇ ਮੈਨੂੰ ਇੱਕ ਕਹਿਤੇ ਸੀ ਵੀ ਬਸ ਹੁਣ ਤਾਂ ਖਤਮ ਹੈ ਤੇਰਾ ਕੰਮ, ਇਹ ਤੇਰੀ ਪੂਰੀ ਨਹੀਂ ਹੋਣੀ ਹੁਣ PhD, ਹੈ ਨਾ। ਅਤੇ ਪਰ ਜਦੋਂ ਮੇਰੀ ਜਿਵੇਂ ਕਹਿ ਲਓ ਕਿ ਸਰਕਮਸਟਾਂਸਿਸ ਜੌਬ ਲੱਗ ਗਈ ਇੱਥੇ, ਹੈ ਨਾ, ਮੈਰਿਜ ਦੇ ਨਾਲ ਹੀ ਜੌਬ ਲੱਗ ਗਈ। ਕੁਛ ਟਾਈਮ ਬਾਅਦ ਚਲੋ ਆਪਾਂ ਫੈਮਿਲੀ ਵੀ, ਬੇਟੀ ਮੇਰੀ ਛੋਟੀ ਸੀ, ਮੈਂ ਉਸ ਟਾਈਮ ਦੇ ਵਿੱਚ ਉਸ ਨੂੰ ਰੋਕਣਾ ਪਿਆ, ਮੈਨੂੰ ਵਿੱਚ ਥੋੜ੍ਹਾ ਜਿਹਾ ਗੈਪ ਪਾਉਣਾ ਪਿਆ। ਔਰ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ ਵੀ ਮੈਂ ਇਹਨਾਂ ਨੂੰ ਕਹਿਤਾ ਸੀ ਵੀ ਮੇਰੇ ਹੁਣ ਹੱਥ ਖੜੇ ਆ, ਇਸ ਕਰਕੇ ਨਹੀਂ ਵੀ ਮੈਨੂੰ ਇਹਨਾਂ ਵੱਲੋਂ ਕੋਈ ਪ੍ਰੋਬਲਮ ਸੀ ਜਾਂ ਮੇਰੇ ਮਦਰ ਇਨ ਲਾ ਵੱਲੋਂ, ਮਤਲਬ ਮੈਨੂੰ ਆਪਣੇ ਵੇ 'ਚ ਲੱਗ ਰਿਹਾ ਸੀਗਾ ਵੀ ਹੁਣ ਤੁਹਾਨੂੰ ਜਿਵੇਂ ਉਹੀ ਗੱਲ ਹੈ ਵੀ ਆਪਾਂ ਇੱਕ ਫੈਮਿਲੀ 'ਚ ਆ ਕੇ ਸਾਨੂੰ ਲੱਗਦਾ ਵੀ ਬਸ ਜੀ, ਮੈਂ ਕਿਹਾ ਵੀ ਮੈਂ ਹੁਣ ਛੱਡ ਦਿੰਦੀ ਅਕੋਰਡਿੰਗ ਥੋੜਾ ਜਿਹਾ ਨਾ ਵੀ ਅਸੀਂ ਪਹਿਲਾਂ ਸੈਟਲਮੈਂਟ ਸੋਚ। ਬਟ ਦੇਖੋ ਐਡਵਰਸ ਟੂ ਐਵਰੀਵਨ, ਲੋਕ ਕਹਿ ਦਿੰਦੇ ਵੀ ਕਾਹਦੇ ਲਈ ਛੱਡੋ, ਕੀ ਕਰਨਾ ਅੱਗੇ ਇਹ ਉਹ, ਇਹ ਕਹਿੰਦੇ ਵੀ ਨਹੀਂ ਇੱਥੇ ਮੈਂ ਹੁਣ ਤੈਨੂੰ ਇਹ ਛੱਡਣ ਨਹੀਂ ਦੇਣੀ, ਕਿਉਂਕਿ ਉਹੀ ਗੱਲ ਹੈ ਵੀ ਕੱਲ੍ਹ ਨੂੰ ਇਹ ਕੋਈ ਕਹੂਗਾ ਵੀ ਤੇਰਾ ਵਿਆਹ ਹੋਇਆ ਤੇਰਾ ਇੱਥੇ ਰੁਕ ਗਿਆ ਸੀ, ਅਦਰਵਾਈਜ਼ ਕਹਿੰਦੇ ਮੈਂ ਤਾਂ ਤੇਰੇ ਨਾਮ ਅੱਗੇ ਹੁਣ ਡਾਕਟਰ ਲਗਵਾ ਕੇ ਹੀ ਛੱਡਣਾ। ਔਰ ਮੇਰੀ ਬੇਟੀ ਬਹੁਤ ਛੋਟੀ ਸੀ, ਅਤੇ ਇਹਨਾਂ ਨੇ ਮੇਰੇ ਮਦਰ ਨੇ ਬੇਟੀ ਨੂੰ ਪੂਰੀ ਕੇਅਰ ਕਰਕੇ ਜਦੋਂ ਵੀ ਮੈਨੂੰ ਯੂਨੀਵਰਸਿਟੀ ਜਾਣ ਦੀ ਜਾਂ ਜੋ ਵੀ ਕੁਛ ਜ਼ਰੂਰਤ ਪਈ, ਉਹ ਸਾਰਾ ਇਹਨਾਂ ਨੇ ਮੈਨੂੰ ਸਪੋਰਟ ਕੀਤਾ ਉਹਨੂੰ ਕੰਪਲੀਟ ਕਰਨ ਦੇ ਲਈ। ਸੋ ਆਪਾਂ ਸਟਰਗਲ ਨਹੀਂ ਮੈਂ ਕਹਿ ਸਕਦੀ, ਮੈਂ ਤਾਂ ਇਹੀ ਕਹੂੰਗੀ ਵੀ ਮੈਨੂੰ ਪੋਜ਼ੀਟਿਵ ਹੀ ਸਾਰਾ ਰਿਸਪੌਂਸ ਇਹਨਾਂ ਵੱਲੋਂ ਮਿਲਿਆ। ਅਤੇ ਜਿਹੜਾ ਹੈ ਈਵਨ ਮੇਰੇ ਥੀਸਿਸ ਵਰਕ ਦੇ ਵਿੱਚ ਟਾਈਪਿੰਗ ਸਾਰੀਆਂ ਚੀਜ਼ਾਂ 'ਚ ਮੈਨੂੰ ਤਾਂ ਇੱਕ ਬਹੁਤ ਜਿਵੇਂ ਕਹਿ ਲਓ ਵੀ ਐਕਸਟਰਾ ਹੈਲਪ ਮਿਲਦੀ ਰਹੀ ਵੀ ਮੈਂ ਉਸ ਚੀਜ਼ ਨੂੰ ਪੂਰੀ ਕਰ ਸਕਾਂ। ਸੋ ਉਸ ਕੋਈ ਐਡਵਰਸ ਵਾਲੀ ਗੱਲ ਨਹੀਂ। ਭਾਜੀ ਤੁਸੀਂ ਇੱਕ ਵਾਰੀ ਤੁਹਾਡੀ ਦੋਵਾਂ ਦੀ ਇੱਕ ਪਿਕਚਰ ਸ਼ੇਅਰ ਕੀਤੀ ਸੀ ਸੋਸ਼ਲ ਮੀਡੀਆ 'ਤੇ, ਤਾਂ ਉੱਥੇ ਕਿਸੇ ਬੰਦੇ ਨੇ ਕਮੈਂਟ ਕੀਤਾ ਹੋਇਆ ਸੀਗਾ, ਸ਼ਾਇਦ ਤੁਹਾਡੇ ਖਾਸ ਦੋਸਤ ਹੋਣਗੇ, ਉਹਨਾਂ ਨੇ ਲਿਖਿਆ ਹੋਇਆ ਸੀ ਕਿ ਵਿਆਹ ਤੋਂ ਬਾਅਦ ਜਦੋਂ ਦੋਨਾਂ ਨੂੰ ਤੁਹਾਨੂੰ ਪਹਿਲੀ ਵਾਰ ਮਿਲੇ ਤਾਂ ਉਹਨਾਂ ਨੂੰ ਇਹ ਲੱਗਿਆ ਸੀ ਕਿ ਸਹਿਜਪ੍ਰੀਤ ਬਹੁਤ ਹੈਂਡਸਮ ਹੈ ਨਾ, ਤਾਂ ਉਹਨਾਂ ਦੇ ਮੁਕਾਬਲੇ ਮੈਮ ਨੂੰ ਮਿਲ ਕੇ ਸ਼ਾਇਦ ਉਹਨਾਂ ਨੂੰ ਉਹ ਪ੍ਰਭਾਵ ਨਹੀਂ ਉਹਨਾਂ ਨੂੰ ਪਿਆ ਉਹਨਾਂ 'ਤੇ, ਹੈ ਨਾ। ਤਾਂ ਤੁਹਾਨੂੰ ਲੱਗਦਾ ਕਿ ਇੱਕ ਮੈਰਿਜ ਦੇ ਵਿੱਚ ਅਸੀਂ ਜਿਵੇਂ ਜ਼ਿਆਦਾਤਰ ਲੋਕ ਸੋਚਦੇ ਕਿ ਦੋਨਾਂ ਕਪਲਸ ਦਾ ਬਹੁਤ ਸੋਹਣੇ ਹੋਣਾ ਬਹੁਤ ਜ਼ਰੂਰੀ ਹੈ, ਜੇ ਮੁੰਡਾ ਬਹੁਤ ਸੋਹਣਾ ਤਾਂ ਕੁੜੀ ਦਾ ਬੇਹੱਦ ਸੋਹਣੇ ਹੋਣਾ ਜ਼ਰੂਰੀ ਆ, ਜੇ ਮੁੰਡਾ ਬਹੁਤ ਪੜ੍ਹਿਆ ਲਿਖਿਆ ਤਾਂ ਕੁੜੀ ਦਾ ਬਹੁਤ ਪੜ੍ਹੇ ਲਿਖੇ ਹੋਣਾ ਜ਼ਰੂਰੀ ਆ। ਕਿ ਇਹੀ ਚੀਜ਼ ਵਿਆਹ ਨੂੰ ਕੰਪਲੀਟ ਕਰਦੀ ਹੈ ਜਾਂ ਫਿਰ ਵਿਆਹ ਨੂੰ ਹੋਰ ਬਹੁਤ ਸਾਰੇ ਤਰੀਕੇ ਨੇ ਜਿਹੜੇ ਕੰਪਲੀਟ ਕਰ ਸਕਦੇ? ਦੇਖੋ ਇਹ ਇੱਕ ਪੁਆਇੰਟ ਆ, ਇਹ ਚਲੋ ਇੱਕ ਪੁਆਇੰਟ ਇਹਨੂੰ ਕੰਸੀਡਰ ਕਰ ਸਕਦੇ ਆਪਾਂ, ਬਟ ਹੋਰ ਬਹੁਤ ਕੁਛ ਆ ਲਾਈਫ 'ਚ। ਕੱਲੀ ਸਾਡੀ ਜਿਹੜੀ ਸੁੰਦਰਤਾ ਕਹਿ ਲਓ ਜਾਂ ਸਾਡਾ ਪੜ੍ਹਿਆ ਲਿਖਿਆ ਹੋਣਾ, ਇਹ ਚੀਜ਼ਾਂ ਨਹੀਂ, ਬੜਾ ਕੁਛ। ਹੁਣ ਸਾਨੂੰ ਵਿਚਰਦਿਆਂ ਨੂੰ ਆਪਸ 'ਚ 25 ਸਾਲ ਹੋ ਗਏ, ਠੀਕ ਹੈ ਨਾ ਜੀ। ਮੈਂ ਤੁਹਾਨੂੰ ਪੁਆਇੰਟ ਦੱਸ ਸਕਦਾ ਕਿ ਹਾਂ ਉੱਥੇ ਇਹਨਾਂ ਨੇ ਇਸ ਤਰ੍ਹਾਂ ਦੀ ਸਿਆਣਪ ਵਰਤੀ ਅਤੇ ਅਸੀਂ ਬਹੁਤ ਵਧੀਆ ਰਹੇ। ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਮਨ ਦੀ ਸੁੰਦਰਤਾ ਨਾ, ਮੈਂ ਉਸ ਨੂੰ ਬਹੁਤ ਤਰਜੀਹ ਦਿੰਦਾ। ਚਲੋ ਤਨ ਵੀ ਸੁੰਦਰ ਹੋਵੇ, ਤੁਸੀਂ ਦੋਵੇਂ ਤੁਹਾਡਾ ਕਪਲ ਠੀਕ ਲੱਗੋ, ਇਹ ਵੀ ਜ਼ਰੂਰੀ ਹੈ, ਪਰ ਇਹਦੇ ਨਾਲੋਂ ਵੀ ਜ਼ਰੂਰੀ ਹੋਰ ਚੀਜ਼ਾਂ ਨੇ ਬਹੁਤ, ਜਿਨ੍ਹਾਂ 'ਚ ਕਹਿ ਲਓ ਵੀ ਮਾਨਸਿਕ ਤੌਰ 'ਤੇ ਇੱਕ ਦੂਜੇ ਨੂੰ ਸਮਝਣਾ ਜੀ,
ਫਿਰ ਜਦੋਂ ਤੁਸੀਂ ਆਪਸੀ ਕੋਈ ਵੀ ਸੰਵਾਦ ਹੋਵੇ ਤੁਹਾਡਾ ਤਾਂ ਉਹ ਬੜਾ ਪੋਜ਼ਿਟਿਵ ਹੋਵੇ। ਹਾਂਜੀ। ਸਾਡੇ 'ਚ ਮੈਂ ਜੋ ਸਮਝਦਾ ਨਾ, ਇੱਕ ਚੀਜ਼ ਜੋ ਅਸੀਂ ਫੀਲ ਕੀਤੀ ਆਪਸ 'ਚ ਦੋਵਾਂ ਨੇ, ਸਾਡੇ 'ਚ ਪੋਜ਼ਿਟਿਵਿਟੀ ਬਹੁਤ ਆ। ਇੱਕ ਕਹਿ ਲਓ ਕਿ ਥੋੜ੍ਹਾ ਗੁਰੂ ਘਰ ਨਾਲ ਜੁੜੇ ਹੋਣ ਕਰਕੇ ਵਾਹਿਗੁਰੂ ਦੀ ਬਖਸ਼ਿਸ਼ ਆ ਇਹ ਕਿ ਅਸੀਂ ਹਰੇਕ ਚੀਜ਼ ਨੂੰ ਪੋਜ਼ਿਟਿਵ ਲੈਂਦੇ ਹਾਂ। ਸਾਡੇ 'ਤੇ ਕਈ ਵਾਰ ਕੋਈ ਪ੍ਰੋਬਲਮਸ ਆਈਆਂ, ਸਾਡੇ ਨਾਲ ਕਈ ਵਾਰ ਆਪਾਂ ਦੇਖੋ ਦੁਨੀਆ 'ਚ ਵਿਚਰਦੇ ਹਾਂ, ਕਈ ਵਾਰ ਕੁਛ ਇਨਸਾਨ ਨੇ ਉਹ ਸਾਡੇ ਨਾਲ ਕੁਛ ਮਾੜਾ ਚੰਗਾ ਵੀ ਕਰ ਜਾਂਦੇ ਨੇ, ਬਟ ਉਦੋਂ ਹੀ ਹੁੰਦਾ ਕਿ ਤੁਹਾਡਾ ਪਾਰਟਨਰ ਜਦੋਂ ਤੁਹਾਡੇ ਬਰਾਬਰ ਖੜ ਕੇ ਕਹਿੰਦਾ ਨਾ, ਲੈ ਇਹ ਕਿਹੜੀ ਗੱਲ ਆ, ਦਿਸ ਇਜ਼ ਦਾ ਪੁਆਇੰਟ। ਐਕਚੁਅਲ ਇਹ ਹੋਣਾ ਚਾਹੀਦਾ ਲਾਈਫ 'ਚ ਵੀ ਤੁਸੀਂ ਇੱਕ ਬੰਦਾ ਇੱਕ ਹੈਗੇ ਹੋ, ਤੁਹਾਨੂੰ ਪ੍ਰੋਬਲਮ ਆ, ਦੂਜਾ ਬੰਦਾ ਤੁਹਾਨੂੰ ਡੋਲਣ ਨਾ ਦੇਵੇ। ਦੂਜੇ ਬੰਦੇ ਨੂੰ ਪ੍ਰੋਬਲਮ ਆ, ਤੁਹਾਡੀ ਡਿਊਟੀ ਹੈ ਕਿ ਤੁਸੀਂ ਇੰਨੀ ਕੁ ਚੜ੍ਹਦੀ ਕਲਾ 'ਚ ਰੱਖੋ ਤੇ ਉਹ ਕਹੇ ਕਿ ਦੁੱਖ ਜਾਂ ਇਹ ਜਿਹੜੀ ਪ੍ਰੋਬਲਮ ਜਾਂ ਜਿਹੜੀ ਇਹ ਚਿੰਤਾ, ਇਹ ਤਾਂ ਚਿੰਤਾ ਹੈ ਹੀ ਨਹੀਂ। ਬਿਲਕੁਲ। ਸੋ ਅਸੀਂ ਕਿਉਂਕਿ ਤੁਸੀਂ ਦੇਖਿਆ ਹੋਣਾ ਘਰ 'ਚ ਅਸੀਂ ਛੋਟਾ ਜਿਹਾ ਪਾਰਕ ਬਣਾਇਆ, ਅਸੀਂ ਉੱਥੇ ਬੈਠ ਕੇ ਫਿਰ ਆਪਸ 'ਚ ਸੰਵਾਦ ਕਰੀਦਾ। ਮਤਲਬ ਦੇਖੋ ਸਾਡੇ ਗੁਰੂ ਜੀ ਨੇ ਕਿਹਾ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਸੋ ਇਹ ਤਾਂ ਸੁਣੋ ਵੀ, ਕਹੋ ਵੀ, ਉਹਦੇ ਨਾਲ ਤੁਸੀਂ ਬਹੁਤ ਵਧੀਆ ਰਹਿੰਦੇ ਹੋ। ਔਰ ਜੋ ਤੁਸੀਂ ਕਹੀ ਆ ਸੁੰਦਰਤਾ ਦੀ ਗੱਲ, ਉਹ ਸੁੰਦਰਤਾ ਆਪਣੀ ਥਾਂ 'ਤੇ ਹੈ, ਬਟ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਮਨ ਦੇ ਤੌਰ 'ਤੇ ਜੁੜਨਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਹ। ਔਰ ਮੈਨੂੰ ਇਸ ਗੱਲ ਦਾ ਮਾਣ ਆ ਜੀ ਕਿ ਅਸੀਂ ਮੈਂਟਲੀ ਬਹੁਤ ਜੁੜੇ ਹੋਏ ਆ। ਪਰ ਮੈਨੂੰ ਉਹ ਤੁਹਾਡੇ ਨਾਲੋਂ ਜ਼ਿਆਦਾ ਸਮਾਰਟ ਲੱਗੀ ਸੀ। ਨਹੀਂ, ਪਰ ਤੁਸੀਂ ਦੇਖੋ ਜਿਹੜੀ ਤੁਸੀਂ ਦਿੱਤਾ ਹੈ, ਨੋ ਡਾਊਟ ਇਸ ਚੀਜ਼ ਨੂੰ ਕਦੇ ਮੈਂ ਵੀ ਸ਼ਾਇਦ ਐਕਸਪੀਰੀਅੰਸ, ਮਤਲਬ ਮੈਨੂੰ ਵੀ ਸੁਣਨ 'ਚ ਕਦੇ ਆਇਆ ਹੋਊਗਾ ਸ਼ੁਰੂਆਤ ਦਿਨਾਂ 'ਚ ਇਹ ਉਹ। ਉਹਦੇ ਵਿੱਚ ਪਿੱਛੇ ਕਈ ਰੀਜ਼ਨਸ ਵੀ ਹੋ ਸਕਦੇ ਆ ਵੀ ਤੁਸੀਂ ਤੇ ਅਗਲਾ ਬੰਦਾ, ਦੇਖੋ ਇੱਕ ਪ੍ਰੋਫੈਸ਼ਨ 'ਚ ਹੋਣਾ, ਇੱਕ ਸਟੂਡੈਂਟ ਹੋਣਾ, ਬਹੁਤ ਚੇਂਜਸ ਹੈ। ਬਟ ਮੈਂ ਫਿਰ ਉਹੀ ਤੁਹਾਡੀ ਗੱਲ ਪਿੱਛੇ ਜਾ ਕੇ ਫਿਰ ਜਾ ਕੇ ਕਹੂੰਗੀ ਵੀ ਇੱਕ ਜਿਹੜਾ ਤੁਹਾਨੂੰ ਸਪੋਰਟ ਮਿਲਦਾ ਹਰ ਪੱਖ 'ਤੇ, ਹੈ ਨਾ, ਉਹ ਤੁਹਾਡੀ ਫਿਜ਼ੀਕਲ ਅਪੀਅਰੈਂਸ, ਮੈਂਟਲ, ਸਾਰੀਆਂ ਚੀਜ਼ਾਂ ਨੂੰ ਨਿਖਾਰਦਾ। ਇਹਦਾ ਮਤਲਬ ਮੇਰੇ 'ਚ ਜੇ ਤੁਸੀਂ ਜਿਵੇਂ ਕਹਿ ਰਹੇ ਹੋ, ਜੇ ਕੋਈ ਬਦਲਾਅ ਬਹੁਤ ਸਾਰੇ, ਮੈਨੂੰ ਵੀ ਪਤਾ ਵੀ ਮੇਰੇ 'ਚ ਬਹੁਤ ਸਾਰੇ ਪੋਜ਼ੀਟਿਵ ਬਦਲਾਅ ਆਇਆ, ਮੈਨੂੰ ਆਪ ਨੂੰ ਵੀ ਇੰਡੀਵਿਜੂਅਲੀ ਪਤਾ, ਪਰ ਉਹਦਾ ਕ੍ਰੈਡਿਟ ਮੈਂ ਇਹਨਾਂ ਨੂੰ ਹੀ ਦਊਂਗੀ ਕਿਉਂਕਿ ਜਦੋਂ ਇੱਕ ਬੰਦੇ ਦਾ ਤੁਹਾਨੂੰ ਸਪੋਰਟ ਜਾਂ ਹਰ ਸਟੈਪ 'ਤੇ ਨਾਲ ਚੱਲਦਾ, ਉਹ ਤੁਹਾਡੀ ਪਰਸਨੈਲਿਟੀ ਨੂੰ ਜ਼ਰੂਰ ਨਿਖਾਰ ਦਿੰਦਾ। ਬਿਲਕੁਲ। ਹਰ ਫੀਲਡ। ਔਰ ਮੈਨੂੰ ਜਦੋਂ ਉਹ ਤੁਹਾਡੇ ਬਾਰੇ ਗੱਲ ਕਰਦੇ, ਜਿਹੜੀ ਤੁਹਾਡੇ ਚਿਹਰੇ 'ਤੇ ਸਮਾਈਲ ਆਉਂਦੀ ਹੈ ਨਾ, ਮਤਲਬ ਇਹੀ ਚੀਜ਼ ਦੱਸਦੀ ਹੁੰਦੀ ਆ ਵੀ ਕੁੜੀਆਂ ਨੂੰ ਇਹ ਨਹੀਂ ਕਹਿਣਾ ਪੈ ਰਿਹਾ ਵੀ ਨਹੀਂ ਮੈਂ ਵਿਆਹ ਤੋਂ ਪਹਿਲਾਂ ਇੱਦਾਂ ਦੀ ਸੀ, ਬਾਅਦ 'ਚ ਤਾਂ ਮੈਨੂੰ ਇੱਦਾਂ ਦੀ ਕਰਤਾ। ਹਾਂਜੀ, ਮੋਸਟਲੀ ਲੋਕ ਵੈਸੇ ਕਹਿੰਦੇ ਆ ਵੀ ਵਿਆਹ ਤੋਂ ਪਹਿਲਾਂ ਤਾਂ ਮੈਂ ਇੰਝ ਹੁੰਦੀ ਸੀ, ਵਿਆਹ ਤੋਂ, ਪਰ ਮੈਂ ਉਹਨੂੰ ਉਲਟ ਵੇ ਨਾਲ ਹੀ ਕਹੂੰਗੀ ਵੀ ਮੈਨੂੰ ਵਿਆਹ ਤੋਂ ਬਾਅਦ ਸਾਰੀ ਚੀਜ਼ ਪੋਜ਼ਿਟਿਵਿਟੀ 'ਚ ਮੇਰੇ 'ਚ ਆਈ ਹੈ। ਅਪੀਅਰੈਂਸ, ਫਿਜ਼ੀਕਲ ਲੈ ਲਓ ਜਾਂ ਈਵਨ ਮੈਨੂੰ ਮੈਂਟਲੀ ਸਟਰੋਂਗ ਕਰਨ 'ਤੇ ਕਹਿ ਸਕਦੇ ਹਾਂ, ਕਿਉਂਕਿ ਕਈ ਵਾਰ ਹੋ ਸਕਦਾ ਵੀ ਜਿਵੇਂ ਹੁਣ ਇਹਨਾਂ ਦੇ ਥੋੜ੍ਹੇ ਸਰਕਮਸਟੈਂਸਿਸ ਡਿਫਰੈਂਟ ਹੋਣ ਕਰਕੇ ਬਹੁਤ ਸਾਰੀਆਂ ਰਿਸਪੌਂਸਿਬਿਲਿਟੀ ਸੀ, ਅਤੇ ਅਸੀਂ ਜਿਵੇਂ ਹੁਣ ਕਹਿ ਸਕਦੇ ਹਾਂ ਵੀ ਫਾਦਰ ਜਾਂ ਕਈ ਵਾਰ ਤੁਹਾਡੇ ਤੋਂ ਉਨੀਆਂ ਰਿਸਪੌਂਸਿਬਿਲਿਟੀਜ਼ ਉਸ ਟਾਈਪ ਦੀਆਂ ਨਹੀਂ ਪਈਆਂ ਹੁੰਦੀਆਂ। ਨੋ ਡਾਊਟ ਮੈਂ ਵੀ ਐਲਡੈਸਟ ਸੀਗੀ ਆਪਣੀ ਫੈਮਿਲੀ 'ਚ, ਬਟ ਉਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਉਸ ਟਾਈਪ ਦੀਆਂ ਰਿਸਪੌਂਸਿਬਿਲਿਟੀਜ਼ ਨਹੀਂ ਉਹ ਕੀਤੀਆਂ ਹੁੰਦੀਆਂ। ਪਰ ਜਦੋਂ ਤੁਹਾਨੂੰ ਬੰਦੇ ਦਾ ਸਪੋਰਟ ਮਿਲਦਾ ਰਹਿੰਦਾ, ਤੁਸੀਂ ਮੈਂਟਲੀ ਵੀ, ਹੁਣ ਮੈਂ ਆਪਣੇ ਪ੍ਰੋਫੈਸ਼ਨ ਨੂੰ ਵੀ ਜੇ ਇਹਦੇ ਵਿੱਚ ਲੈ ਕੇ ਆਵਾਂ ਨਾ, ਤਾਂ ਮੈਨੂੰ ਇਹ ਲੱਗਦਾ ਵੀ ਨਹੀਂ, ਇਸ ਸਪੋਰਟ ਕਰਕੇ ਮੈਂ ਆਪਣੇ ਪ੍ਰੋਫੈਸ਼ਨ 'ਚ ਵੀ ਬਹੁਤ ਸਟਰੋਂਗ ਹੋਈ ਹਾਂ। ਮਤਲਬ ਕਿਸੇ ਵੀ ਸਟੈਪ 'ਤੇ ਜਿਵੇਂ ਕਹਿ ਰਹੇ ਵੀ ਅਸੀਂ ਦੁੱਖ ਸੁੱਖ ਕਰਦੇ ਹਾਂ ਬਾਹਰ ਬੈਠ ਕੇ, ਉਹਦੇ ਵਿੱਚ ਅਸੀਂ, ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਮੋਸਟਲੀ ਲੋਕਾਂ ਤੋਂ ਸੁਣਿਆ ਕਈ ਵਾਰ, ਅਕਸਰ ਲੋਕ ਕਹਿ ਦਿੰਦੇ ਵੀ ਘਰ ਸਾਡੇ ਤਾਂ ਕਹਿੰਦੇ ਸਾਨੂੰ ਨਾ ਨੌਕਰੀ ਦਾ ਸਿਰਦਰਦੀ ਸਾਡੇ ਕੋਲ ਨਾ ਲਿਆ, ਉਹਨੂੰ ਉੱਥੇ ਛੱਡ ਕੇ ਆਓ। ਅਕਸਰ ਕਹਿ ਦਿੰਦੇ, ਸਾਡੇ ਨਾਲ ਵੀ ਪ੍ਰੋਫੈਸ਼ਨਲ ਲੋਕ ਕਹਿੰਦੇ ਇਹੋ ਜਿਹੀਆਂ ਗੱਲਾਂ ਬਈ ਉੱਥੋਂ ਦੀ ਸਿਰਦਰਦੀ ਉੱਥੋਂ ਹੀ ਛੱਡ ਕੇ ਆਓ। ਪਰ ਮੈਨੂੰ ਇਹ ਲੱਗਦਾ ਵੀ ਮੈਂ ਉੱਥੋਂ ਦੀ ਸਾਰੀਆਂ ਚੀਜ਼ਾਂ ਘਰ ਲੈ ਕੇ ਆਉਂਦੀ ਹਾਂ, ਅਤੇ ਮੈਂ ਬਿਲਕੁਲ ਇਹਨਾਂ ਨਾਲ ਡਿਸਕਸ ਕਰਦੀ ਹਾਂ, ਜਿੱਥੇ ਮੈਨੂੰ ਲੱਗਦਾ ਵੀ ਹਾਂ ਇਹ ਮੈਨੂੰ ਗਾਈਡ ਕਰ ਸਕਦੇ, ਅਸੀਂ ਬਿਲਕੁਲ ਉਹਨੂੰ ਡਿਸਕਸ ਕਰਦੇ ਹਾਂ ਅਤੇ ਫਿਰ ਉਹਨੂੰ ਮੈਂ ਉਸ ਟਾਈਪ ਦੇ ਨਾਲ ਟੈਕਲ ਕਰਦੀ ਹਾਂ। ਹਾਂਜੀ, ਇਹ ਸਾਨੂੰ ਬਹੁਤ, ਮੈਨੂੰ ਵੀ ਇਹੀ ਲੱਗਦਾ ਸੀ, ਜਿਵੇਂ ਉਹ ਲਿਖਦੇ ਵੀ ਨੇ ਬਹੁਤ ਸਾਰੀਆਂ, ਹੈ ਨਾ, ਮੈਂ ਦੇਖਦੀ ਨੇ ਬਹੁਤ ਸਾਰੇ ਇਵੈਂਟਸ 'ਤੇ ਜਾਂਦੇ ਆ, ਫਿਰ ਜੋਬ ਵੀ ਆ, ਤਾਂ ਕਦੇ ਕਦੇ ਇਹ ਮਨ 'ਚ ਨਹੀਂ ਆਉਂਦਾ ਵੀ ਨਹੀਂ ਓਨਾ ਟਾਈਮ ਨਹੀਂ ਦੇ ਪਾ ਰਹੇ ਜਿੰਨਾ ਇੱਕ ਪਾਰਟਨਰ ਦੂਜੇ ਨੂੰ, ਆਪਾਂ ਸਰਕਲ 'ਚ ਕਈ ਵਾਰ ਦੇਖ ਲੈਂਦੇ ਹਾਂ ਵੀ ਨਹੀਂ ਫਲਾਣੇ ਦਾ ਹਸਬੈਂਡ ਤਾਂ ਬਹੁਤ ਜ਼ਿਆਦਾ ਕਰਦਾ, ਉਹਦਾ ਬਹੁਤ ਸਮਾਂ ਦਿੰਦਾ। ਨਹੀਂ, ਮੈਨੂੰ ਤੁਹਾਡੀ ਗੱਲ, ਸੌਰੀ ਮੈਂ ਇੰਟਰਪਟ ਕਰਤੀ, ਮੈਨੂੰ ਇਹ ਲੱਗਦਾ ਵੀ ਇਸ ਤੋਂ ਵੱਧ ਸਮਾਂ ਨਹੀਂ ਕੋਈ ਦੇ ਸਕਦਾ। ਪੂਰਾ ਸਮਾਂ ਅਸੀਂ ਮਤਲਬ ਆਪਣਾ ਟਾਈਮ ਇਹ ਪੂਰਾ ਦਿੰਦੇ ਆ, ਚਾਹੇ ਲਿਖਦੇ ਨੇ ਚਾਹੇ ਕੁਛ ਹੈ। ਕੋਈ ਦੇਖੋ ਆਮ ਤੌਰ 'ਤੇ ਹੁੰਦਾ ਵੀ ਕਪਲਸ ਆਪਾਂ ਜਦੋਂ ਘੁੰਮਣ ਜਾਂਦੇ ਹਾਂ, ਲੋਕ ਫਰੈਂਡਸ ਨਾਲ ਜਾਂਦੇ ਆ, ਤੁਸੀਂ ਸਾਡੇ ਦੇਖੋ ਅਸੀਂ ਮੋਸਟਲੀ ਤੁਸੀਂ ਸੋਸ਼ਲ ਮੀਡੀਆ 'ਤੇ ਸਾਡੀ ਫੈਮਿਲੀ ਸਾਡੇ ਨਾਲ, ਬੱਚੇ ਵੀ, ਹੈ ਨਾ, ਜਾਂ ਈਵਨ ਤੁਸੀਂ ਦੇਖੋ ਵੀ ਜਿਵੇਂ ਹੁਣ ਆਪਾਂ ਲੋਕ ਆਮ ਤੌਰ 'ਤੇ, ਚਲੋ ਹੁਣ ਇਹ ਆਪਾਂ ਗੱਲ ਦੇ ਨਾਲ ਸ਼ੇਅਰ ਕਰਦੇ ਹਾਂ, ਇੱਥੇ ਮੈਂ ਕਰਦੀ ਹਾਂ ਤੁਹਾਨੂੰ ਵੀ ਇਸ ਤੋਂ ਜ਼ਿਆਦਾ ਸਪੋਰਟਿਵ ਆਪਾਂ ਕੀ ਹੋ ਸਕਦੇ ਹਾਂ ਕਿ 2014 ਦੇ ਵਿੱਚ ਇੱਕ ਸਾਡੇ ਡਿਪਾਰਟਮੈਂਟ ਨੇ ਨਾ
ਕੋਈ ਕੱਢਿਆ ਸੀਗਾ ਵੀ ਟੀਚਰਸ ਬਾਹਰ ਜਾਣਗੇ ਕਿਸੇ ਟ੍ਰੇਨਿੰਗ ਦੇ ਲਈ। ਸੋ ਮੇਰੇ ਬੱਚੇ ਉਦੋਂ ਛੋਟੇ ਸੀਗੇ, ਸੋ ਆਈ ਵਾਜ਼ ਰਿਲੈਕਟੈਂਟ ਕਿ ਵੀ ਨਹੀਂ ਮੈਂ ਨਹੀਂ ਜਾ ਸਕਦੀ, ਮੇਰੀ ਇਹ ਉਹ, ਬਟ ਇਹਨਾਂ ਨੇ ਆਪਣੇ ਆਪ ਹੀ ਮੇਰਾ ਫਾਰਮ ਉਹ ਭਰਿਆ, ਕਹਿੰਦੇ ਨਹੀਂ ਤੁਹਾਨੂੰ ਵੀ ਤਾਂ ਮੌਕਾ ਮਿਲਣਾ ਚਾਹੀਦਾ ਜਾਣ ਦਾ। ਤੇ ਮੈਂ ਮਹੀਨਾ ਗਈ, ਇਹਨਾਂ ਨੇ ਪੂਰਾ ਫੈਮਿਲੀ ਦਾ ਇੱਥੇ ਬੱਚਿਆਂ ਦਾ ਸਾਰਾ ਉਸ ਚੀਜ਼ ਨੂੰ ਧਿਆਨ ਰੱਖਿਆ। ਮੈਨੂੰ ਉੱਥੇ ਜਾਣ ਲਈ ਬਿਲਕੁਲ ਇਹਨਾਂ ਨੇ ਜਿਵੇਂ ਕਹ ਲਓ ਸਪੋਰਟ, ਸਿਰਫ ਕਹਿ ਲਓ ਸਪੋਰਟ, ਐਵੇਂ ਨਹੀਂ ਵੀ ਸਿਰਫ ਤੂੰ ਕਹਿ ਤਾ ਵੀ ਹਾਂ ਜਾ, ਨਹੀਂ, ਜੋ ਉਹਦੇ ਲਈ ਅਪਲਾਈ ਕਰਨਾ ਸੀ, ਕੋਈ ਆਪਾਂ ਆਇਲਸ ਐਗਜ਼ਾਮ ਦੇਣੇ ਸੀ, ਜੋ ਕੁਝ ਵੀ ਸੀ ਉਹ ਸਾਰਾ ਇਹਨਾਂ ਵੱਲੋਂ ਮੈਨੂੰ ਕੀਤਾ ਗਿਆ ਤੇ ਮੈਨੂੰ ਉੱਥੇ ਭੇਜਿਆ ਗਿਆ। ਔਰ ਕਾਫੀ ਲੋਕਾਂ ਤੋਂ ਆਪਾਂ ਨੂੰ ਇਹ ਸੁਣਨ ਨੂੰ ਆਉਂਦਾ ਵੀ ਸਾਡੇ ਤਾਂ ਨਹੀਂ ਹਸਬੈਂਡ ਕਹਿੰਦੇ ਲੈ ਅਸੀਂ ਨਹੀਂ ਭੇਜਣਾ ਇਹ ਉਹ, ਬਟ ਮੈਨੂੰ ਇਹ ਲੱਗਦਾ ਵੀ ਸ਼ਾਇਦ ਉਹਨਾਂ ਦੇ ਵਿੱਚ ਕਿਤੇ ਵਿਸ਼ਵਾਸ ਨਹੀਂ ਹੋਊਗਾ। ਠੀਕ ਹੈ, ਜਿਵੇਂ ਹੁਣ ਮੰਨ ਲਓ ਮੈਂ ਹਾਂ, ਮੈਨੂੰ ਇਹ ਆ ਵੀ ਚਾਹੇ ਕਿਤੇ ਵੀ ਹੋਣ, ਕਿਸੇ ਤਰ੍ਹਾਂ ਵੀ ਦੇ ਹੋਣ, ਮੈਨੂੰ ਪੂਰਾ ਇਹਨਾਂ ਤੇ ਕੌਨਫੀਡੈਂਸ ਆ ਵੀ ਮੈਨੂੰ ਕਦੇ ਨਹੀਂ ਐਂ ਲੱਗੂਗਾ। ਔਰ ਮੈਨੂੰ ਸਭ ਤੋਂ ਵਧੀਆ ਗੱਲ ਉਹਦੇ ਵਿੱਚ ਇਹ ਆ ਕਿ ਵੀ ਮੈਂ ਆਪਣੇ ਲਈ ਵੀ ਸੇਮ ਹੀ ਫੀਲ ਕਰਦੀ ਹਾਂ। ਕਈ ਵਾਰ ਆਮ ਤੌਰ 'ਤੇ ਲੋਕ ਕੀ ਕਰਦੇ ਵੀ ਹਸਬੈਂਡਸ ਐਕਸਪੈਕਟ ਕਰਦੇ ਵੀ ਵਾਈਫਸ ਤਾਂ ਸਾਡੇ 'ਤੇ ਪੂਰਾ ਕਰਨ ਅਤੇ ਵਾਈਫਸ ਨੂੰ ਰਿਸਟ੍ਰਿਕਸ਼ਨਸ ਹੋਣੀਆਂ, ਇਹੋ ਜਿਹੀ ਕੋਈ ਕਦੇ ਮੈਨੂੰ ਨਹੀਂ ਫੀਲਿੰਗ ਆਈ। ਮੈਨੂੰ ਲੱਗਦਾ ਵੀ ਜਿੰਨਾ ਮੈਂ ਸ਼ਾਇਦ ਉਸ ਤੋਂ ਕੋ ਹੋ ਸਕਦਾ ਵੱਧ ਹੀ ਹੋਵੇ, ਮੈਂ ਉਹ ਟਰਸਟ ਇਹਨਾਂ ਤੋਂ ਮਿਲ ਰਿਹਾ ਮੈਨੂੰ ਪੂਰਾ। ਮੈਂ ਅਗਲਾ ਸਵਾਲ ਇਹਨਾਂ ਨੂੰ ਇਹੀ ਪੁੱਛਣ ਲੱਗੀ ਸੀਗੀ ਕਿ ਬਹੁਤ ਸਾਰੇ ਮੁੰਡਿਆਂ ਨਾਲ ਜਿਵੇਂ ਅਸੀਂ ਵੀ ਕਦੀ ਬੈਠ ਕੇ ਜਦੋਂ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਇਹੀ ਹੁੰਦਾ ਵੀ ਜਦੋਂ ਨਾ ਕੁੜੀਆਂ ਨੂੰ ਹੱਦ ਤੋਂ ਜ਼ਿਆਦਾ ਅਸੀਂ ਫਰੀडम ਦੇ ਦਿੰਦੇ ਹਾਂ, ਮਤਲਬ ਉਹ ਇਹੀ ਕਹਿਣਗੇ ਵੀ ਜਦੋਂ ਵਿਆਹ ਤੋਂ ਬਾਅਦ ਮੁੰਡਾ ਕੁੜੀ ਨੂੰ ਹੱਦ ਤੋਂ ਜ਼ਿਆਦਾ ਫਰੀडम ਦਿੰਦਾ ਤਾਂ ਕਈ ਵਾਰੀ ਨਤੀਜੇ ਬਹੁਤ ਗਲਤ ਨਿਕਲਦੇ ਨੇ। ਮੈਨੂੰ ਲੱਗਦਾ ਵੀ ਉਹ ਤਾਂ ਫਿਰ ਮੁੰਡੇ ਨੂੰ ਵੀ ਹੱਦ ਤੋਂ ਜ਼ਿਆਦਾ ਫਰੀडम ਦਿਓਗੇ ਤੁਸੀਂ ਤਾਂ ਉਹ 'ਚ ਵੀ ਨਿਕਲ ਸਕਦੇ ਨੇ, ਹੈ ਨਾ। ਤਾਂ ਵਿਆਹ ਦੇ ਵਿੱਚ ਜਿਵੇਂ ਤੁਸੀਂ ਉਹਨਾਂ ਨੂੰ ਬਹੁਤ ਸਾਰੇ ਮੌਕੇ ਦਿੱਤੇ, ਵੀ ਉਹ ਬਾਹਰ ਵੀ ਗਏ ਟ੍ਰੇਨਿੰਗ 'ਤੇ, ਉਹਨਾਂ ਨੇ ਜੋਬ ਵੀ ਕੀਤੀ, ਹਰ ਪੁਆਇੰਟ 'ਤੇ ਤੁਸੀਂ ਇਹਨਾਂ ਨੂੰ ਸਪੋਰਟ ਕੀਤੀ ਹੈ ਨਾ। ਕਿਤੇ ਨਾ ਕਿਤੇ ਜਦੋਂ ਔਰਤ ਦਾ ਸਰਕਲ ਬਾਹਰ ਵੱਧਦਾ ਹੈ ਤਾਂ ਕਿਤੇ ਨਾ ਕਿਤੇ ਮਨ 'ਚ ਥਿੜਕ ਪੈਂਦੀ ਹੈ ਵੀ ਇਹਦਾ ਨਤੀਜਾ ਕੁਝ ਹੋਰ ਵੀ ਹੋ ਸਕਦਾ। ਮੁੰਡੇ ਇਨਸਿਕਿਉਰ ਫੀਲ ਕਰਦੇ ਨੇ? ਨਹੀਂ, ਮੇਰੇ ਖਿਆਲ 'ਚ ਦੇਖੋ, ਜਿੰਨੇ ਆਪਾਂ ਇੰਡੀਵਿਜੂਅਲਸ ਆ ਸਾਰਿਆਂ ਦੀ ਦੁਨੀਆ 'ਚ ਅਲੱਗ-ਅਲੱਗ ਸੋਚ ਆ। ਹੋ ਸਕਦਾ ਇਹ ਸੋਚ ਵਾਲੇ ਵੀ ਹੋਣ, ਪਰ ਇਹੋ ਜਿਹੀ ਗੱਲ ਨਹੀਂ ਕੋਈ। ਇਹ ਤਾਂ ਤੁਸੀਂ ਜ਼ਿੰਦਗੀ 'ਚ ਇੱਕ ਵਿਸ਼ਵਾਸ ਰੱਖੋ। ਤੁਸੀਂ ਜਿਹੜਾ ਆਪਣਾ ਕੰਮ ਕਰਦੇ ਹੋ, ਤੁਹਾਡਾ ਕੋਈ ਇਸ਼ਟ ਆ, ਤੁਹਾਡਾ ਧਰਮ ਆ। ਹੁਣ ਧਰਮ ਕੀ ਆ? ਵਿਸ਼ਵਾਸ ਹੀ ਆ ਜੀ। ਤੁਸੀਂ ਆਪਣੀ ਹਰ ਇੱਕ ਚੀਜ਼ 'ਤੇ ਜਦੋਂ ਵਿਸ਼ਵਾਸ ਰੱਖੋਗੇ ਨਾ, ਤੁਹਾਨੂੰ ਕਦੇ ਵੀ ਉਹਦੇ ਤੋਂ ਨਿਰਾਸ਼ ਨਹੀਂ ਹੋਣਾ ਪੈਣਾ। ਸੋ ਇਹ ਚੀਜ਼ ਆ ਕਿ ਆਪ ਅਸੀਂ ਕੁਛ ਕਰੀ ਜਾਈਏ ਜਾਂ ਆਪ ਅਸੀਂ ਜਿੰਨੇ ਮਰਜ਼ੀ ਫਿਰੀਏ। ਨਾਰਮਲੀ ਅੱਜ ਕੱਲ੍ਹ ਸੁਸਾਇਟੀ ਦਾ ਕੀ ਆ, ਆਪਾਂ ਦੇਖਿਆ ਹੁਣ ਆਪਣੇ ਪਿੰਡਾਂ 'ਚ ਵੀ ਆਪ ਤਾਂ ਭਾਵਾਂ ਹੋਵੇ ਕਿ 2 ਮਹੀਨੇ ਬਾਅਦ 3 ਮਹੀਨੇ ਬਾਅਦ ਦੁਬਈ ਦਾ ਗੇੜਾ ਲਾ ਆਈਏ, ਅਤੇ ਸਾਡੀ ਜਿਹੜੀ ਔਰਤ ਆ ਘਰ ਦੀ, ਉਹ ਸਾਡੀ ਲੁਧਿਆਣੇ ਨਾ ਆਵੇ ਪਿੰਡਾਂ 'ਚੋਂ। ਸੋ ਇਹ ਗੱਲਾਂ ਮੈਨੂੰ ਲੱਗਦਾ ਹੁਣ ਬਹੁਤ ਪਿੱਛੇ ਰਹਿ ਗਈਆਂ ਹੈਗੀਆਂ ਅਜੇ, ਪਰ ਹੌਲੀ ਖਤਮ ਹੋ ਰਹੀਆਂ। ਪਰ ਜਿੱਥੇ ਕਿਤੇ ਔਰਤ ਨਾਲ ਇਹ ਹੁੰਦਾ ਨਾ, ਉੱਥੇ ਮੈਂ ਸਮਝਦਾ ਕਿ ਧੱਕਾ ਔਰਤ ਦੇ ਨਾਲ। ਔਰਤ ਆਪਣੇ ਮਨ 'ਚ ਪਤਾ ਨਹੀਂ ਕੀ ਸੋਚ ਕੇ ਉਹ ਚੀਜ਼ ਨੂੰ ਪੀ ਜਾਂਦੀ ਆ। ਮਤਲਬ ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਪਾਰਟਨਰ ਹੋ ਤਾਂ ਤੁਹਾਨੂੰ ਆਪਣੇ ਪਾਰਟਨਰ 'ਤੇ ਨੰਬਰ 1 'ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ, ਨੰਬਰ 2 'ਤੇ ਆਪਣੇ ਪਾਰਟਨਰ ਨੂੰ ਪੂਰੀ ਉਡਾਰੀ ਲਾਉਣ ਦੇਣੀ ਚਾਹੀਦੀ ਆ। ਦੇਖੋ, ਤੁਹਾਡਾ ਪਾਰਟਨਰ ਵੀ ਕੋਈ ਨਾ ਸਮਝ ਤਾਂ ਹੈ ਨਹੀਂ। ਤੁਹਾਡਾ ਜੇ ਪਾਰਟਨਰ ਪੜ੍ਹਿਆ ਲਿਖਿਆ, ਉਹਨੇ ਦੁਨੀਆ ਦੇਖੀ ਆ, ਨੈਚੁਰਲ ਆ ਕਿ ਤੁਸੀਂ ਇੱਕ ਬਹੁਤ ਵਧੀਆ ਤਰੀਕੇ ਨਾਲ ਜੇ ਸਮਾਜ 'ਚ ਵਿਚਰਦੇ ਹੋ, ਉਹ ਵੀ ਸਮਾਜ 'ਚ ਵਧੀਆ ਤਰੀਕੇ ਨਾਲ ਵਿਚਰੂਗਾ। ਤਾਂ ਉਹ ਕਿਉਂ ਨਾ ਵਿਚਰੇ? ਜਿਵੇਂ ਤੁਸੀਂ ਵਿਚਰਦੇ ਹੋ ਵਧੀਆ ਤਰੀਕੇ ਨਾਲ, ਤਾਂ ਉਹ ਕਿਉਂ ਨਾ ਵਿਚਰੇ। ਮੈਂ ਤੁਹਾਨੂੰ ਦੱਸਦਾ ਕਿ ਮੈਂ ਜਿੰਨੀਆਂ ਕੁ ਵਰਲਡ ਪੰਜਾਬੀ ਕਾਨਫਰੰਸਿਸ ਹੋਈਆਂ, ਹਰੇਕ ਥਾਂ ਇਹਨਾਂ ਨੂੰ ਲੈ ਕੇ ਗਿਆ। ਔਰ ਈਵਨ ਲੋਕ ਕਹਿੰਦੇ ਆ ਜੀ ਕਿ ਪਾਕਿਸਤਾਨ ਦਾ ਜੇ ਵੀਜ਼ਾ ਲੱਗ ਗਿਆ ਨਾ, ਵੀ ਮੁੜ ਕੇ ਅਮਰੀਕਾ ਕੈਨੇਡਾ ਦਾ ਨਹੀਂ ਲੱਗਣਾ। ਠੀਕ ਹੈ ਜੀ। ਪਰ ਇਹਨਾਂ ਨੂੰ ਮੈਂ 2 ਵਾਰ ਲਾਹੌਰ ਲੈ ਕੇ ਗਿਆ, ਔਰ ਤੁਹਾਡੇ ਕੋਲ ਬੈਠੇ ਨੇ ਕਿ ਜੋ ਇਹਨਾਂ ਨੇ ਜ਼ਿੰਦਗੀ ਦਾ ਲੁਤਫ ਜਾਂ ਜੋ ਇੰਜੋਏਮੈਂਟ ਲਾਹੌਰ ਹੋਈ ਆ, ਮੈਨੂੰ ਲੱਗਦਾ ਸਾਨੂੰ ਅਮਰੀਕਾ ਕੈਨੇਡਾ ਵੀ ਜਾ ਕੇ ਨਹੀਂ ਹੋਈ। ਸੋ ਇਸ ਕਰਕੇ ਇਹ ਤਾਂ ਇੱਕ ਤੰਗ ਦਿਲੀਆਂ ਹੁੰਦੀਆਂ ਜੀ, ਛੋਟੀ ਸੋਚ ਹੁੰਦੀ ਆ ਕਿ ਤੁਸੀਂ ਆਏ, ਤੁਸੀਂ ਘੁੱਟ ਕੇ ਤੁਸੀਂ ਜਿਉਣ ਆਏ ਹੋ। ਤੁਸੀਂ ਗਲਤ ਨਾ ਕਰੋ, ਕਿਸੇ ਦਾ ਗਲਤ ਨਾ ਕਰੋ, ਕਿਸੇ ਬਾਰੇ ਤੁਸੀਂ ਗਲਤ ਨਾ ਸੋਚੋ, ਹਰੇਕ ਦਾ ਤੁਸੀਂ ਰਿਗਾਰਡ ਕਰੋ। ਬਟ ਤੁਸੀਂ ਇਹ ਨਹੀਂ ਕਿ ਤੁਹਾਡੇ ਜਿਹੜੀ ਤੁਸੀਂ ਔਰਤ ਨੂੰ ਵਿਆਹ ਕੇ ਲਿਆਏ ਹੋ, ਉਹ ਕੋਈ ਤੁਹਾਡੇ ਕੀਲੇ 'ਤੇ ਬੰਨਿਆ ਕੋਈ ਜਾਨਵਰ ਆ ਕਿ ਉਹਨੂੰ ਤੁਸੀਂ ਕਿਸੇ ਕਿਸਮ ਦਾ ਉਹ ਨਹੀਂ ਦੇਣਾ। ਤੁਸੀਂ ਜਦੋਂ ਉਹਨੂੰ ਫੇਥ ਦਿਓਗੇ, ਤੁਸੀਂ ਉਹਦੇ 'ਤੇ ਵਿਸ਼ਵਾਸ ਕਰੋਗੇ, ਤਾਂ ਉਹ ਤੁਹਾਡੇ ਵਿਸ਼ਵਾਸ ਨੂੰ ਨਾ ਉਸ ਤੋਂ ਚੌਗਣਾ ਕਰੂਗੀ। ਤੁਸੀਂ ਉਹਦੇ 'ਤੇ ਅੱਧਾ ਵਿਸ਼ਵਾਸ ਕਰੋਗੇ, ਉਹ ਵਿਸ਼ਵਾਸ ਹੋ ਸਕਦਾ ਉਹਦਾ ਫਿਰ ਪਾਈਆ ਹੀ ਰਹਿ ਜਾਵੇ, 1/4 ਤੇ ਰਹਿ ਜਾਵੇ। ਸੋ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਜ਼ਿੰਦਗੀ ਦਾ ਲੁਤਫ ਹੀ ਇਸ 'ਚ ਆ ਜੀ ਕਿ ਤੁਸੀਂ ਵਿਸ਼ਵਾਸ ਕਰੋ, ਜ਼ਿੰਦਗੀ ਨੂੰ ਖੁੱਲ੍ਹ ਕੇ ਜੀਓ।
ਕੋਸ਼ਿਸ਼ ਕਰੀਏ। ਜਪਜੀ ਸਾਹਿਬ 'ਚ ਇੱਕ ਮੈਂ ਤਾਂ ਬਹੁਤ ਦੂਰ ਹਾਂ ਜੀ ਉਹਦੇ ਤੋਂ, ਤੁਕ ਆਉਂਦੀ ਹੈ ਜੀ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ। ਸੋ ਕੋਸ਼ਿਸ਼ ਕਰੋ ਆਪਣੇ ਵੱਲੋਂ। ਆਪਾਂ ਦੇਖੋ ਸਾਰਾ ਦਿਨ ਆਪਾਂ ਤੋਂ ਵੀ ਗਲਤੀਆਂ ਹੁੰਦੀਆਂ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਅਣਜਾਣੇ 'ਚ ਗਲਤੀ ਹੋਈ ਰੱਬ ਮਾफ़ ਕਰਦਾ। ਆਪਣੇ ਮਨ 'ਚ ਕੋਈ ਬੁਰੀ ਚੀਜ਼ ਨਾ ਲਿਆਓ, ਮਾੜੀ ਚੀਜ਼ ਨਾ ਲਿਆਓ, ਹਰੇਕ ਦਾ ਭਲਾ ਕਰੋ। ਆਪਣੀ ਜਿਹੜਾ ਤੁਹਾਡਾ ਲਾਈਫ ਪਾਰਟਨਰ ਆ ਉਹਨੂੰ ਤੁਸੀਂ ਬਿਲਕੁਲ ਆਪਣੇ ਤੋਂ ਬਰਾਬਰ ਸਮਝੋ। ਤੁਸੀਂ ਆਪਣੇ ਬੱਚਿਆਂ ਦੀ ਸਹੀ ਪਰਵਰਿਸ਼ ਕਰੋ। ਤੁਸੀਂ ਆਪਣਾ ਮਾਂ ਪਿਓ ਜਿਨ੍ਹਾਂ ਨੇ ਤੁਹਾਨੂੰ ਇਹ ਦੁਨੀਆ ਦਿਖਾਈ ਆ, ਤੁਸੀਂ ਉਹਨਾਂ ਦਾ ਪੂਰਾ ਰਿਸਪੈਕਟ ਦਿਓ। ਮੇਰਾ ਖਿਆਲ ਆ ਤੁਹਾਡਾ ਜ਼ਿੰਦਗੀ ਦਾ ਸਫਲ ਆ। ਔਰ ਸਭ ਤੋਂ ਵੱਡੀ ਗੱਲ ਆ ਕਿ ਇਹ ਚੀਜ਼ਾਂ ਕਰਨ ਨਾਲ ਨਾ ਤੁਹਾਨੂੰ ਕੋਈ ਤੁਸੀਂ ਸਟ੍ਰੈਸ 'ਚ ਨਹੀਂ ਆਉਂਦੇ ਤੁਸੀਂ, ਕਿਉਂਕਿ ਉਹ ਕਹਿੰਦੇ ਹੁੰਦੇ ਆ ਨਾ ਕਿ ਸੱਚੀ ਗੱਲ ਨੂੰ ਯਾਦ ਕਰਨ ਦੀ ਲੋੜ ਨਹੀਂ ਹੁੰਦੀ। ਉਵੇਂ ਜੇ ਤੁਸੀਂ ਵਧੀਆ ਚੱਲਦੇ ਹੋ, ਤੁਸੀਂ ਆਪਣੇ ਪਾਰਟਨਰ ਨਾਲ ਸੁਹਿਰਦ ਹੋ, ਤੁਸੀਂ ਆਪਣੇ ਪਾਰਟਨਰ 'ਤੇ ਤੁਹਾਨੂੰ ਕੌਨਫੀਡੈਂਸ ਆ ਪੂਰਾ, ਤੁਹਾਡੀ ਜਿਹੜੀ ਲਾਈਫ ਜਿਉਣ ਦੇ ਤੁਹਾਡਾ ਜਿਹੜਾ ਸਟਾਈਲ ਆ ਉਹਦੇ 'ਚ ਵੀ ਬਹੁਤ ਨਿਖਾਰ ਆਉਂਦਾ। ਬਿਲਕੁਲ। ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਨਾ ਵੀ ਘਰ 'ਚ ਜੇ 4 ਜੀ ਰਹਿੰਦੇ ਆ ਤਾਂ ਥੋੜ੍ਹੇ ਬਹੁਤੇ ਭਾਂਡੇ ਜ਼ਰੂਰ ਖੜਕਦੇ ਨੇ, ਹੈ ਨਾ। ਤਾਂ ਕੁੜੀਆਂ ਲਈ ਖਾਸ ਕਰਕੇ ਹੁੰਦਾ ਵੀ ਜਦੋਂ ਘਰ 'ਚ ਕੋਈ ਦਰਾਣੀ ਆ ਜਾਂ ਫਿਰ ਸੱਸ ਆ, ਤਾਂ ਥੋੜ੍ਹਾ ਬਹੁਤਾ ਤੁਹਾਡਾ ਕਈ ਵਾਰੀ ਇਹੋ ਜਿਹਾ ਕੋਈ ਪ੍ਰੋਬਲਮ ਹੁੰਦੀ ਆ ਲਾਈਫ 'ਚ, ਤਾਂ ਮੁੰਡੇ ਨੂੰ ਫਿਰ ਉਸ ਸਥਿਤੀ ਦੇ ਵਿੱਚ ਕਿਵੇਂ ਉਸ ਚੀਜ਼ ਨੂੰ ਸੁਲਝਾਉਣਾ ਚਾਹੀਦਾ? ਕਿਉਂਕਿ ਕੁੜੀਆਂ ਬਹੁਤ ਵਾਰ ਕੰਪਲੇਨ ਕਰਦੀਆਂ ਮੇਰਾ ਘਰ ਵਾਲਾ ਮੇਰਾ ਸਾਥ ਨਹੀਂ ਦਿੰਦਾ, ਹੈ ਨਾ, ਤਾਂ ਉਹ ਦੂਜੇ ਪਾਸੇ ਖਲੋ ਜਾਂਦਾ, ਜਾਂ ਮਾਂ ਵਾਲੀ ਸਾਈਡ 'ਤੇ ਜਾਂ ਫਿਰ ਉਹ ਭੈਣਾਂ ਵਾਲੀ ਸਾਈਡ 'ਤੇ ਹੁੰਦਾ। ਤਾਂ ਇੱਦਾਂ ਦੀ ਕਦੀ ਸਿਚੁਏਸ਼ਨ ਆਈ ਜ਼ਿੰਦਗੀ ਦੇ ਵਿੱਚ? ਨਹੀਂ, ਕਿਉਂਕਿ ਨਾ ਜਿੱਥੇ ਮੈਨੂੰ ਲੱਗਦਾ ਪੜ੍ਹੇ ਲਿਖੇ ਹੋਣ, ਦੇਖੋ ਮਾੜੀ ਮੋਟੀ ਲੜਾਈ ਤਾਂ ਐਵੇਂ ਮੈਂ ਹੁਣ ਕੈਮਰੇ ਦੇ ਸਾਹਮਣੇ ਬੈਠ ਕੇ ਕਹਾਂ ਕਿ ਨਹੀਂ ਜੀ ਕੁਛ ਵੀ ਨਹੀਂ ਹੁੰਦਾ। ਦੇਖੋ ਕੁਛ ਨਾ ਕੁਛ ਤਾਂ ਹੁੰਦਾ ਥੋੜ੍ਹਾ ਬਹੁਤਾ। ਜਿਹੜਾ ਕਹਿੰਦਾ ਨਾ ਕੁਛ ਨਹੀਂ ਹੁੰਦਾ, ਉੱਥੇ ਤਾਂ ਫਿਰ ਕੁਛ ਵੀ ਨਹੀਂ ਹੁੰਦਾ। ਉੱਥੇ ਤਾਂ ਮੇਰਾ ਖਿਆਲ ਆ ਵੀ ਜਿੱਥੇ ਉਹ ਭਾਂਡੇ ਖੜਕਣ ਨਾ ਤਾਂ ਬਰਕਤ ਵੀ ਨਹੀਂ ਆਉਣੀ, ਉੱਥੇ ਬਰਕਤ ਵੀ ਉਸੇ ਥਾਂ 'ਤੇ ਰਹਿੰਦੀ ਆ ਜਿੱਥੇ ਥੋੜ੍ਹਾ ਬਹੁਤ। ਕਿਉਂਕਿ ਨਾ ਇਹ ਜਿਹੜੀ ਹਾਂ ਤੁਹਾਡੀ ਜਿਹੜੀ ਲੜਾਈ ਆ ਜਾਂ ਤੁਹਾਡਾ ਕੁਛ ਆ, ਸੀਰੀਅਸ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਇੱਕ ਦੂਜੇ ਦੇ ਵਿਰੁੱਧ ਮਸ਼ੀਨ ਗੰਨਾਂ ਹੀ ਬੀੜ ਲਓ। ਫੋਰ ਦਾ ਟਾਈਮ ਬੀਇੰਗ ਕਈ ਵਾਰ ਤੁਹਾਨੂੰ ਗੁੱਸਾ ਚੜ੍ਹਦਾ, ਤੁਸੀਂ ਆਪਣੇ ਕੰਮਕਾਰ ਤੋਂ ਖਿਜੇ ਆਉਂਦੇ ਹੋ। ਕੋਸ਼ਿਸ਼ ਤੁਸੀਂ ਕਰਦੇ ਹੋ ਕਿ ਤੁਹਾਡਾ ਗੁੱਸਾ ਤੁਹਾਡੇ ਪਾਰਟਨਰ 'ਤੇ ਨਾ ਲਹੇ ਜਾਂ ਤੁਹਾਡੇ ਬੱਚਿਆਂ 'ਤੇ ਨਾ ਰਹੇ, ਪਰ ਆਪਾਂ ਹਿਊਮਨ ਬੀਇੰਗ ਆ। ਨੋਰਮਲੀ ਮੈਂ ਦੇਖਿਆ ਕਿ ਸਾਡੇ 25 ਸਾਲਾਂ 'ਚ ਮਤਲਬ ਇਹੋ ਜਿਹੀ ਕੋਈ ਹੱਦੋਂ ਵੱਧ ਨੌਬਤ ਨਹੀਂ ਆਈ, ਹੱਦੋਂ ਵੱਧ ਕੀ ਵੱਧ ਹੀ ਨੌਬਤ ਨਹੀਂ ਆਈ। ਥੋੜ੍ਹਾ ਬਹੁਤਾ ਜਿਵੇਂ ਕਈ ਵਾਰ ਜਿਹੜਾ ਡਿਫਰੈਂਸ ਆਫ ਓਪੀਨੀਅਨ ਆ, ਉਹ ਦੇਖੋ ਕਈ ਵਾਰ ਹੁੰਦਾ, ਹੋ ਵੀ ਜਾਣਾ ਚਾਹੀਦਾ, ਕਿਉਂਕਿ ਉਹਦੇ ਨਾਲ ਉਦੋਂ ਬਾਅਦ ਜਿਹੜੀ ਚੀਜ਼ ਦਾ ਉਹਦਾ ਅਸੀਂ ਰਿਜ਼ਲਟ ਕੱਢਦੇ ਹਾਂ ਉਹ ਬੜਾ ਵਧੀਆ ਨਿਕਲਦਾ। ਮਤਲਬ ਅਸੀਂ ਮੰਨ ਲਓ ਸਾਡੀ ਪਹਿਲਾਂ ਕੋਈ ਹੀਟਡ ਡਿਸਕਸ਼ਨ ਹੋਵੇ ਸਪੋਜ਼, ਉਹਦੇ 'ਚ ਬੰਦਾ ਜਿਵੇਂ ਮੈਂ ਸੋਚਦਾ ਕੋਈ ਸਾਡਾ ਤਕਰਾਰ ਹੋਵੇ ਆਪਸ 'ਚ, ਮੈਂ ਉਦੋਂ ਤਾਂ ਮੈਨੂੰ ਲੱਗੂ ਵੀ ਆਏ, ਬਾਅਦ ਵਿੱਚ ਮੈਂ ਇਕੱਲਾ ਸੋਚੂੰ ਵੀ ਯਾਰ ਉਹ ਕਹਿੰਦੀ ਤਾਂ ਠੀਕ ਸੀਗੀ। ਦੇਖੋ ਉਹ ਚੀਜ਼ 'ਚੋਂ ਫਿਰ ਮੈਂ ਕਹੂੰਗਾ ਵੀ ਹਾਂ ਇਹ ਕਿਵੇਂ, ਫਿਰ ਉਹ ਬੰਦਾ ਦੱਸੂਗਾ ਵੀ ਇਹ ਇੰਜ, ਅਤੇ ਉਹ ਚੀਜ਼ 'ਚ ਦੇਖੋ ਤੁਹਾਨੂੰ ਫਾਇਦਾ ਕਿੰਨਾ ਹੋਇਆ। ਬਟ ਨੋਰਮਲੀ ਲੋਕਾਂ ਦਾ ਮੈਂ ਦੇਖਦਾ ਪਿੰਡਾਂ 'ਚ ਸਾਡਾ ਹਾਲ ਆ ਨਾ ਜਿਹੜਾ, ਅਜੇ ਜਿਵੇਂ ਉਹ ਸੱਸ ਅਤੇ ਨੂੰਹਾਂ ਵਾਲਾ, ਜਾਂ ਉਹ ਪੁੱਤ ਵਿਚਾਰਾ ਕਹਿ ਲਓ ਬੇਬਸ ਜਿਹਾ ਹੁੰਦਾ। ਮੇਰੇ ਪਿੰਡ ਆ ਇੱਕ ਸਾਡੇ ਕਜ਼ਨ ਦਾ ਬੇਟਾ, ਉਹ ਕਹਿੰਦਾ ਜੀ ਬਸ ਕੀ ਜੀ, ਬਸ ਚਾਚਾ ਜੀ ਬਸ ਪੂਛ ਮਾਰਦੇ ਉੱਧਰ ਬਹਿ ਜਾਈਦਾ ਜਾ ਕੇ, ਉੱਧਰੋਂ ਜਾਨੂੰ ਝਿੜਕ ਪੈਂਦੀ ਆ, ਪੂਛ ਮਾਰਦੇ ਉੱਧਰ। ਇਹ ਚਾਹੀਦਾ ਨਹੀਂ, ਕਿਉਂਕਿ ਤੁਸੀਂ, ਮੈਂ ਫੇਰ ਇੱਕ ਗੱਲ ਕਹਿਣਾ ਕਿ ਇੱਕ ਵਾਰ ਜਿਉਣ ਆਏ ਹੋ ਲਾਈਫ 'ਚ, ਉਹਨੂੰ ਨਿੱਠ ਕੇ ਜਿਉਂ। ਤੁਸੀਂ ਦਿਲ 'ਚ ਹੀ ਰੱਖ ਕੇ ਬੈਠੇ ਰਹੋ, ਇੱਕ ਤਾਂ ਤੁਸੀਂ 100 ਰੋਗ ਲਵਾਓਗੇ ਵਿੱਚੇ ਤੁਹਾਨੂੰ ਹਾਰਟ ਦਾ। ਖੁੱਲ੍ਹ ਲਓ ਤੁਸੀਂ, ਠੀਕ ਆ, ਤੁਸੀਂ ਮੈਨੂੰ ਇਹਨਾਂ ਤੱਕ ਕੋਈ ਪ੍ਰੋਬਲਮ ਆ ਮੈਂ ਕਹਿ ਦੇਵਾਂ ਮੂੰਹ 'ਤੇ, ਉਹ ਇਹ ਵੀ ਪੜ੍ਹੇ ਲਿਖੇ ਨੇ, ਠੀਕ ਹੈ ਨਾ, ਉਹ ਦੇਖਣਗੇ ਵੀ ਹਾਂ ਨੈਕਸਟ ਟਾਈਮ ਤੋਂ ਫਿਰ ਬੰਦਾ ਇਸ ਚੀਜ਼ ਦਾ ਖਿਆਲ ਰੱਖਦਾ, ਔਰ ਦੂਜੇ ਬੰਦੇ ਨੂੰ ਵਧੀਆ ਲੱਗਦਾ ਕਿ ਹਾਂ ਇਸ ਚੀਜ਼ ਦਾ ਖਿਆਲ ਰੱਖਿਆ ਗਿਆ। ਨੋਰਮਲੀ ਮੇਰਾ ਖਿਆਲ ਆ, ਮੈਂ ਜੋ ਫੀਲ ਕਰਦਾ, ਪਤਾ ਨਹੀਂ ਹੁਣ ਮੇਰੇ ਘਰ 'ਚ ਬਹੁਤ ਵਧੀਆ ਮਾਹੌਲ ਆ, ਮੈਨੂੰ ਲੱਗਦਾ ਅੱਗੇ ਨਾਲੋਂ ਘਟ ਗਿਆ ਇਹ। ਹਾਂਜੀ, ਮਤਲਬ ਨੂੰਹਾਂ ਸੱਸਾਂ ਨੂੰ ਵੀ ਥੋੜ੍ਹੀ ਸਮਝ ਆ ਗਈ ਬਈ ਸਾਡਾ ਨਾ, ਕਿਉਂਕਿ ਦੇਖੋ ਹੁਣ ਮੈਂ ਕੀ ਸੋਚਦਾ, ਮੇਰੀ ਸੋਚ ਇਹ ਆ ਕਿ ਮੇਰੀ ਧੀ ਨੂੰ ਜਿਹੜਾ ਵਰ ਮਿਲੇ, ਮੇਰੇ ਨਾਲੋਂ ਜੇ ਅੱਧਾ ਵੀ ਮੇਰੇ ਵਰਗਾ ਹੋਵੇ ਨਾ ਤਾਂ ਵੀ ਬਹੁਤ ਵਧੀਆ। ਦੇਖੋ ਇਹ ਚੀਜ਼ ਉਹਦੇ ਲਈ ਫਿਰ ਆਪ ਨੂੰ ਵੀ ਬੰਦਾ ਸਹੀ ਕਰਦਾ, ਆਪਣੇ ਆਪ ਨੂੰ ਵੀ। ਜੇ ਤੁਸੀਂ ਇੱਕ ਧੀ ਦੇ ਬਾਪ ਹੋ, ਤੁਸੀਂ ਇੱਕ ਦੂਜੇ ਘਰੋਂ ਜਿਹੜੀ ਕੁੜੀ ਆਈ ਆ
ਉਹਦੇ ਨਾਲ ਤਾਂ ਤੁਸੀਂ ਕਰੋ ਮਾੜਾ ਵਰਤਾਓ। ਤੁਸੀਂ ਆਪਣੀ ਭੈਣ ਜਾਂ ਆਪਣੀ ਧੀ ਨੂੰ ਸੋਚੋ ਵੀ ਉਹ ਬਹੁਤ ਵਧੀਆ ਰਹੇ, ਇਹ ਪੋਸੀਬਿਲਿਟੀ ਨਹੀਂ ਨਾ। ਕੁਦਰਤ ਦੇ ਵੀ ਕੁਝ ਅਸੂਲ ਨੇ, ਕੁਦਰਤ ਵੀ ਫਿਰ ਉਸ ਹਿਸਾਬ ਨਾਲ ਹੀ ਚੱਲਦੀ ਆ। ਤੁਸੀਂ ਆਪ ਸਹੀ ਹੋ, ਤੁਹਾਡਾ ਸਾਰਾ ਕੁਝ ਸਹੀ ਹੋਈ ਜਾਣਾ। ਤੁਹਾਡੇ ਆਪ 'ਚ ਨਕਾਰਾਤਮਕ ਗੱਲਾਂ ਆ ਗਈਆਂ, ਨੈਗੇਟਿਵਿਟੀ ਆ ਗਈ, ਤਾਂ ਉਹ ਚੀਜ਼ ਸਾਰੇ ਪਾਸੇ ਆਲੇ ਦੁਆਲੇ ਤੁਹਾਨੂੰ ਨਾ ਭਾਂਡੇ ਟੀਂਡੇ ਖਿੰਡੇ ਹੀ ਲੱਗਣੇ ਨੇ ਜੀ ਫਿਰ। ਸੋ ਇਹ ਬਹੁਤ ਜ਼ਰੂਰੀ ਆ। ਸਭ ਤੋਂ ਪਹਿਲਾਂ ਆਪਣੀ ਪੋਜ਼ਿਟਿਵਿਟੀ, ਫਿਰ ਇਹ ਕਿ ਥੋੜ੍ਹੀ ਜਿਹੀ ਤੁਹਾਡੇ 'ਚ ਸਹਿਣ ਸ਼ਕਤੀ ਵੀ ਹੋਣੀ ਚਾਹੀਦੀ ਆ। ਕਈ ਵਾਰ ਹੁਣ ਆਪਾਂ ਰਹਿੰਦੇ ਹਾਂ ਜੀ, ਕਈ ਵਾਰ ਕੋਈ ਗੱਲ ਹੁੰਦੀ ਆ, ਉਸ ਚੀਜ਼ ਨੂੰ ਤੁਹਾਡੇ 'ਚ ਸਹਾਰਨ ਦਾ ਮਾਦਾ ਹੋਣਾ ਚਾਹੀਦਾ। ਸਭ ਤੋਂ ਵੱਡੀ ਗੱਲ ਮੈਂ ਦੇਖੀ ਆ ਜੀ ਕਿ ਨੋਰਮਲੀ ਕੀ ਹੁੰਦਾ, ਜਿਹੜੇ ਹੋਰ ਘਰ ਨੇ ਮੈਂ ਦੇਖਦਾ, ਕੋਈ ਬੰਦਾ ਕਿਸੇ ਨੂੰ ਸੱਚੀ ਗੱਲ ਕਹਿੰਦਾ ਨਾ, ਉਹਦੇ ਤੋਂ ਬਰਦਾਸ਼ਤ ਨਹੀਂ ਹੁੰਦੀ। ਜੇ ਤੁਸੀਂ ਗਲਤ ਹੋ ਤਾਂ ਤੁਸੀਂ ਉਸ ਚੀਜ਼ ਨੂੰ ਬਰਦਾਸ਼ਤ, ਉਸ ਚੀਜ਼ ਨੂੰ ਮੰਨੋ, ਐਡਮਿਟ ਕਰੋ ਕਿ ਹਾਂ ਮੇਰੀ ਗਲਤੀ ਹੈ, ਅੱਗੇ ਤੋਂ ਇਹ ਗੱਲ ਆ ਜਿਹੜੀ ਇਹ ਸਹੀ ਹੋਊਗੀ। ਸੋ ਇਹਦੇ ਨਾਲ ਹੀ ਜ਼ਿੰਦਗੀ ਦਾ ਜਿਹੜੇ ਪਹੀਏ ਨੇ ਦੋਵੇਂ ਵਧੀਆ ਲੰਘਦੇ। ਨਾਲੇ ਭਾਂਡੇ ਜਦੋਂ ਖੜਕਦੇ ਆ ਨਾ, ਆਪਾਂ ਇਹ ਤਾਂ ਨਹੀਂ ਵੀ ਉਹ ਖੜਕਦੇ ਤੋਂ ਖੜਕੀ ਹੋਈ ਜਾਂਦੇ, ਆਖਿਰਕਾਰ ਤੋਂ ਚੁੱਪ ਕਰਕੇ ਟਿਕਾ ਦਿੰਦੇ। ਜੇ ਇੱਕ ਕਮਰੇ 'ਚ ਖੜਕੇ ਦੂਜੇ ਤੱਕ ਜਾ ਕੇ ਚੁੱਪ ਕਰਕੇ ਗੱਲ ਖਤਮ ਹੋ ਗਈ, ਉਹ ਤਾਂ ਫਿਰ ਉੱਥੇ ਹੀ। ਮੈਨੂੰ ਲੱਗਦਾ ਜਦੋਂ ਸਹਿਣਸ਼ੀਲਤਾ ਨਹੀਂ ਨਾ ਹੁੰਦੀ, ਫਿਰ ਚਾਹੇ ਉਹ ਕੋਈ ਵੀ ਰਿਸ਼ਤਾ ਆ ਨਾ, ਤਾਂ ਉਹਦੇ 'ਚ ਤੁਹਾਨੂੰ ਥੋੜ੍ਹੀ ਬਹੁਤੀ ਰੱਖਣੀ ਪੈਂਦੀ ਆ। ਕਦੀ ਤੁਸੀਂ ਇਹਨਾਂ ਦੀ ਸੁਣ ਕੇ ਚੁੱਪ ਕਰੋਗੇ, ਕਦੀ ਇਹ ਤੁਹਾਡੀ ਸੁਣ ਕੇ ਚੁੱਪ ਕਰਨਗੇ, ਤਾਂ ਉਦੋਂ ਫਿਰ ਤਾਲਮੇਲ ਵਧੀਆ ਚੱਲਦਾ। ਇਹਦੇ 'ਚ ਪਤਾ ਕੀ ਹੁੰਦਾ, ਕਈ ਵਾਰ ਮੈਂ ਜੋ ਦੇਖੋ, ਅਸੀਂ ਹੁਣ ਜਿਵੇਂ ਕਹਿ ਰਹੇ ਵੀ 25 ਸਾਲ ਦਾ, ਇਹਨਾਂ ਨੂੰ ਵੀ ਮੇਰੀ ਸਮਝ ਆ ਗਈ ਹੋਣੀ ਆ, ਨੋ ਡਾਊਟ, ਹੈ ਨਾ। ਜਿਵੇਂ ਮੈਨੂੰ ਇਹਨਾਂ ਦੀ ਸਮਝ ਆ ਗਈ। ਜੇ ਤੁਸੀਂ ਇੱਕ ਬੰਦੇ ਨੂੰ ਸਮਝ ਚੁੱਕੇ ਹੋ ਤਾਂ ਤੁਹਾਨੂੰ ਉਹੋ ਜਿਹੀ ਵਾਲੀ ਨੌਬਤ ਨਹੀਂ ਆਉਂਦੀ, ਜਾਂ ਕਹਿ ਲਓ ਰੇਅਰ ਆਉਂਦੀ ਹੈ। ਉਹ ਕਿਵੇਂ ਕਿ ਹੁਣ ਜਦੋਂ ਆਪਾਂ ਇੱਕ ਦੂਜੇ ਨੂੰ ਕੰਪਲੀਟ ਸਮਝਣ ਲੱਗ ਜਾਂਦੇ, ਜਿਵੇਂ ਆਪਾਂ ਕਹਿੰਦੇ ਵੀ ਅਸਲ ਜਿਹੜਾ ਤੁਹਾਡਾ ਜੋੜ, ਜਿਹਨੂੰ ਤੁਸੀਂ ਕਹਿੰਦੇ ਵੀ ਤੁਸੀਂ ਪੂਰਾ ਜੁੜੇ ਹੋਏ ਹੋ, ਜਿੱਦਣ ਤੁਸੀਂ ਇੱਕ ਦੂਜੇ ਨੂੰ ਸਮਝਣ ਲੱਗ ਗਏ ਤਾਂ ਆਪਾਂ ਨੂੰ ਇਹ ਪ੍ਰੋਬਲਮ ਨਹੀਂ ਆਉਂਦੀ। ਮੰਨ ਲਓ ਕਿਸੇ ਗੱਲ, ਫੋਰ ਐਗਜ਼ਾਮਪਲ ਕੋਈ ਗੱਲ ਦੀ ਕੋਈ ਆਪਾਂ ਨੂੰ ਪ੍ਰੋਬਲਮ ਹੈ, ਮੈਨੂੰ ਪਤਾ ਹੁੰਦਾ ਵੀ ਇਸ ਗੱਲ 'ਚ ਆਹ ਚੀਜ਼ ਇੰਝ ਹੀ ਹੋਣੀ ਆ। ਜੇ ਤੁਸੀਂ ਚੁੱਪ ਕਰ ਗਏ ਜਾਂ ਅਗਲੇ ਦੀ ਐਕਸੈਪਟ ਕਰ ਲਈ, ਜਾਂ ਕਦੇ ਅਗਲੇ ਨੇ ਤੁਹਾਡੀ ਐਕਸੈਪਟ ਕਰ ਲਈ, ਉਹ ਆਪਣੀ ਉੱਥੇ ਸਿਸਟਮ ਖਤਮ ਹੋ ਜਾਣਾ। ਇਹ ਪ੍ਰੋਬਲਮ ਉਦੋਂ ਹੀ ਜ਼ਿਆਦਾ ਵੱਧਦੀ ਹੈ ਜਦੋਂ ਆਪਾਂ ਦੂਜੇ ਦੀ ਸਾਈਕੋਲੋਜੀ ਸਮਝਦੇ ਨਹੀਂ। ਜੇ ਇੱਕ ਲੈਵਲ 'ਤੇ ਤੁਸੀਂ ਸਾਈਕੋਲੋਜੀ ਸਮਝਣ ਲੱਗ ਜਾਓ ਨਾ, ਆਪਾਂ ਬੱਚਿਆਂ ਨਾਲ ਵੀ ਐਂ ਹੀ ਕਰਦੇ ਹਾਂ ਨਾ। ਦੇਖੋ, ਲੋਕ ਆਮ ਤੌਰ 'ਤੇ ਕਹਿੰਦੇ ਵੀ ਮਦਰ ਹੈ ਜਿਹੜੀ ਮਾਂ ਹੈ, ਉਹ ਬੱਚੇ ਦੀ ਰਮਜ ਸਮਝ ਜਾਂਦੀ ਹੈ, ਹੈ ਨਾ। ਤਾਂ ਉਵੇਂ ਜੇ ਆਪਾਂ ਹਰ ਰਿਸ਼ਤੇ ਦੇ ਵਿੱਚ ਇੱਕ ਸਮਝਣ ਲੱਗ ਜਾਈਏ ਉਸ ਚੀਜ਼ ਨੂੰ ਵੀ ਹਾਂ ਇੱਥੇ ਕੀ ਅਗਲੇ ਦੀ ਡਿਮਾਂਡ ਹੈ ਜਾਂ ਇੱਥੇ ਕੀ ਅਗਲੇ ਨੂੰ ਫੀਲ ਹੋ ਰਿਹਾ, ਤਾਂ ਆਪਾਂ ਨੂੰ ਇਸ ਟਾਈਪ ਦੀ ਕੋਈ ਪ੍ਰੋਬਲਮ ਨਹੀਂ ਆਊਗੀ। ਜਿਵੇਂ ਤੁਸੀਂ ਕਹਿ ਰਹੇ ਸੀ ਵੀ ਗੱਲ ਹੁੰਦੀ ਹੈ ਵੀ ਮਾਂ ਦਾ ਹੋ ਗਿਆ ਅਤੇ ਮਾਂ ਕਹਿੰਦੀ ਹੈ ਨੂੰਹ ਦਾ ਹੋ ਗਿਆ, ਹੈ ਨਾ। ਉਹਦੇ ਵਿੱਚ ਦੇਖੋ, ਚਲੋ ਇਹ ਬਹੁਤ ਚੀਜ਼ਾਂ ਬਹੁਤ ਜ਼ਿਆਦਾ ਪਹਿਲਾਂ ਹੁੰਦੀਆਂ ਸੀ, ਹੋ ਸਕਦਾ ਹੁਣ ਮੈਨੂੰ ਤਾਂ ਲੱਗਦਾ ਹੁਣ ਬਹੁਤ ਹੀ ਘੱਟ ਹੈ, ਸ਼ਾਇਦ ਹੁੰਦੀਆਂ ਵੀ ਨਹੀਂ ਹੋਣਗੀਆਂ ਜਾਂ ਰੇਅਰ 'ਚ ਹੁੰਦੀਆਂ ਹੋਣਗੀਆਂ। ਉਹਦੇ ਵਿੱਚ ਦੇਖੋ ਇੱਕ ਚੀਜ਼ ਹੈਗੀ ਆ ਵੀ ਜਿੱਦਣ ਆਪਾਂ ਕਦੇ ਨਾ ਕਦੇ ਬੰਦੇ ਦੇ, ਦੇਖੋ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਦੇ ਬੰਦੇ ਦੇ ਮਨ 'ਚ ਫੀਲਿੰਗ ਨਹੀਂ ਆਉਗੀ। ਜਿਵੇਂ ਕਹਿੰਦੇ ਵੀ ਝੂਠ ਕਿਵੇਂ ਹੋ ਸਕਦਾ ਵੀ ਕਿਸੇ ਦੇ ਮਨ 'ਚ ਫੀਲਿੰਗਸ ਨਾ ਆਉਣ, ਪਰ ਉਸ ਫੀਲਿੰਗਸ ਦੇ ਨਾਲ ਤੁਸੀਂ ਜੇ ਉਹਨੂੰ ਇੱਕ ਇਵੇਂ ਜੋੜ ਲਿਆ, ਮੰਨ ਲਓ ਮੈਂ ਹਾਂ, ਮੈਨੂੰ ਕਦੇ ਫੋਰ ਐਗਜ਼ਾਮਪਲ ਇੰਝ ਫੀਲ ਹੋਇਆ ਵੀ ਬੰਦੇ ਨੇ ਮਦਰ ਦੀ ਇੰਝ ਫੀਲ, ਕਦੇ ਉਸੇ ਟਾਈਮ ਜੇ ਮੇਰੇ ਮਨ 'ਚ ਇਹ ਆਉਂਦਾ ਵੀ ਮੇਰਾ ਬੇਟਾ ਹੈਗਾ, ਸਿਚੁਏਸ਼ਨ ਕਦੇ ਮੇਰੇ ਨਾਲ ਵੀ ਇੰਝ ਹੋ ਸਕਦੀ ਹੈ, ਉੱਥੇ ਤੁਹਾਡਾ ਬੈਲੈਂਸ, ਗੱਲ ਖਤਮ ਹੋ ਗਿਆ ਵੀ ਉੱਥੇ ਵਿੱਚ ਆ ਕੇ, ਹੈ ਨਾ। ਉਵੇਂ ਹੀ ਬਹੁਤ ਇਹੋ ਜਿਹੇ ਰਿਸ਼ਤੇ ਹੁੰਦੇ ਆ, ਜਿਵੇਂ ਕਹਿ ਰਹੇ ਵੀ ਬੇਟੀਆਂ ਨੇ, ਹੈ ਨਾ, ਜੇ ਉਹਨਾਂ ਨੂੰ ਵੀ ਅਸੀਂ ਇਹ ਸੋਚਦੇ ਹਾਂ, ਐਕਸਪੈਕਟ ਕਰਦੇ ਹਾਂ ਕੁਛ ਆ, ਕਿਉਂਕਿ ਸਾਡੇ ਜਿਹੜੇ ਬੱਚੇ ਨੇ ਨਾ, ਜਿਵੇਂ ਬੇਟੀਆਂ ਨੇ ਖਾਸ ਕਰਕੇ ਆਪਾਂ ਕਹਿੰਦੇ ਹਾਂ, ਜਿਹੜੇ ਉਹ ਦੂਸਰੇ ਘਰ ਜਾਂਦੀਆਂ ਨੇ, ਉਹ ਹਮੇਸ਼ਾ ਆਪਣੇ ਫਾਦਰ ਦੀ ਇੱਕ ਇਮੇਜ ਲੈ ਕੇ ਜਾਂਦੀਆਂ ਨੇ। ਆਮ ਤੌਰ 'ਤੇ ਜਿੰਨਾ ਕੁ ਆਪਾਂ ਕਦੇ ਪੜ੍ਹਦੇ ਹਾਂ ਕਿਤਾਬਾਂ 'ਚ, ਇਹ ਕਹਿੰਦੇ ਹਾਂ ਵੀ ਮੋਸਟਲੀ ਜਿਹੜੀਆਂ ਬੇਟੀਆਂ ਹੁੰਦੀਆਂ ਉਹਨਾਂ ਦੇ ਮਨ 'ਚ ਇੱਕ ਇਹ ਹੁੰਦੀ ਹੈ ਵੀ ਅਸੀਂ ਜਿਹੜੇ ਅਗਲੇ ਘਰੇ ਜਾਣਾ, ਉਹਨੇ ਇੱਕ ਆਪਣੇ ਫਾਦਰ ਨੂੰ ਆਈਡੀਅਲ ਮੰਨਿਆ ਹੁੰਦਾ ਵੀ ਉਹਦੇ ਵਿੱਚ, ਹੈ ਨਾ। ਔਰ ਉਹ ਜੇ ਆਈਡੀਅਲ ਵਾਲੇ ਬਹੁਤ ਸਾਰੇ ਕਰੈਕਟਰਸ ਤੁਹਾਨੂੰ ਅੱਗੇ ਮਿਲ ਜਾਣ ਤਾਂ ਉਹਦੇ 'ਚ ਤਾਂ ਤੁਸੀਂ ਫਿਰ ਤੁਹਾਡੀ ਲਾਈਫ ਕਹਿ ਲਓ ਵੀ ਐਜ਼ ਪਾਰਟਨਰਸ਼ਿਪ ਪਰਫੈਕਟ ਹੀ ਹੋਊਗੀ, ਹੈ ਨਾ। ਉਹਦੇ ਵਿੱਚ ਇਹ ਹੁੰਦਾ ਵੀ ਕੁਛ ਤੁਸੀਂ ਚੇਂਜ, ਹਲਕੀ ਤੁਹਾਨੂੰ ਲੱਗਦਾ ਵੀ ਇਹ ਪਰਫੈਕਸ਼ਨ ਉੱਥੇ ਸੀ, ਇੱਥੇ ਨਹੀਂ, ਇਹ ਚੇਂਜ ਹੁੰਦੇ ਰਹਿੰਦੇ ਹੋ। ਮੋਸਟਲੀ ਆਪਣੇ ਕੋਲ ਜਿਵੇਂ ਹੁਣ ਮੰਨ ਲਓ ਸਾਡੀ ਬੇਟੀ ਆ, ਅਤੇ ਉਹ ਆਪਣੇ ਫਾਦਰ ਨੂੰ ਜਿਵੇਂ ਦੇਖਦੀ ਆ ਜਾਂ ਜਿਵੇਂ, ਜਾਂ ਹੋ ਸਕਦਾ ਉਹ ਸਾਨੂੰ ਐਜ਼ ਕਪਲ ਵੀ ਦੇਖਦੀ ਹੋਊਗੀ। ਹੁਣ ਅਸੀਂ ਕਈ ਵਾਰ ਇਹ ਵੀ ਆ, ਹੁਣ ਜਿਵੇਂ ਕਈ ਵਾਰ ਕੋਈ ਗੱਲ ਹੁੰਦੀ ਅਸੀਂ ਨਹੀਂ ਬੇਟਾ ਆਹ ਚੀਜ਼ 'ਚ ਇੱਥੇ ਕਿ ਐਡਜਸਟ ਕਰਨੀ ਪੈਂਦੀ ਆ, ਆਪਾਂ ਐਜ਼ ਮਦਰ ਵੀ ਆਪਣੇ ਬੱਚਿਆਂ ਨੂੰ ਗਾਈਡ ਕਰਦੇ ਹਾਂ। ਜਾਂ ਬੇਟੀ ਦੇਖਦੀ ਹੈ ਵੀ ਜੇ ਹਸਬੈਂਡ ਵਾਈਫ ਹੈ ਤਾਂ ਕਦੇ ਆਹ ਪ੍ਰੋਬਲਮ ਹੈ, ਕਦੇ ਮਦਰ ਐਡਜਸਟ ਕਰ ਰਹੀ ਹੈ, ਕਦੇ ਉਹ ਚੀਜ਼ਾਂ ਸਿਰਫ ਸਾਡੇ ਲਈ ਵਧੀਆ ਨਹੀਂ ਨਾ ਹੈਗੀਆਂ। ਇਹ ਚੀਜ਼ਾਂ ਜਿਹੜੀ ਇੱਕ ਆਪਾਂ ਆਪਣੀ ਲਾਈਫ ਫੈਮਿਲੀ 'ਚ ਪਰਫੈਕਸ਼ਨ ਦਿੰਦੇ ਹਾਂ, ਉਹ ਸਾਡੀ ਅਗਲੀ ਜਨਰੇਸ਼ਨ ਲਈ ਵੀ ਤਾਂ ਵਧੀਆ ਨੇ। ਹੋ ਸਕਦਾ ਜਿਹੜੀ ਅਸੀਂ ਕੁਛ ਕੁਆਲਿਟੀਜ਼ ਇਵੇਂ ਦੀਆਂ ਲੈ ਕੇ ਆਏ ਹਾਂ, ਹੋ ਸਕਦਾ ਸਾਡੀ
ਫੈਮਲੀਜ਼ ਦੇ ਵਿੱਚ ਵੀ ਇਹ ਚੀਜ਼ਾਂ ਅਸੀਂ ਓਬਜ਼ਰਵ ਕੀਤੀਆਂ ਹੋਣਗੀਆਂ ਜਾਂ ਸਾਨੂੰ ਉਹੋ ਜਿਹੀ ਸੇਧ ਆਪਣੇ ਪੇਰੈਂਟਸ ਤੋਂ, ਇਹਨਾਂ ਨੂੰ ਆਪਣਿਆਂ ਤੋਂ, ਮੈਨੂੰ ਆਪਣਿਆਂ ਤੋਂ ਇਹ ਮਿਲੀ ਹੋਊਗੀ। ਸੋ ਉਹ ਚੀਜ਼ਾਂ ਤੁਹਾਡੇ, ਮੈਨੂੰ ਲੱਗਦਾ ਵੀ ਇਹ ਕਿਤੇ ਵੀ ਕੋਈ ਚੀਜ਼ ਇੱਕ ਜਗ੍ਹਾ ਤੇ ਸਟਿਲ ਨਹੀਂ ਹੁੰਦੀ। ਲਾਈਫ 'ਚ ਚੇਂਜ ਨੇ ਜਿਹੜੇ ਆਉਂਦੇ ਰਹਿੰਦੇ ਆ, ਤੇ ਤੁਹਾਨੂੰ ਮੈਨੂੰ ਲੱਗਦਾ ਹਰ ਸਿਚੁਏਸ਼ਨ ਤੇ ਜ਼ਰੂਰੀ ਨਹੀਂ ਵੀ ਤੁਸੀਂ ਇੱਕੋ ਜਿਹਾ ਰੋਲ ਆ ਜਿਹੜਾ ਪਲੇ ਕਰੋਗੇ, ਕਦੀ ਤੁਹਾਨੂੰ ਕਿਸੇ ਤਰੀਕੇ ਦਾ ਚੇਂਜ ਕਰਨਾ ਪੈਂਦਾ ਜਾਂ ਕਿਵੇਂ ਹੈ। ਮੈਨੂੰ ਲੱਗਦਾ ਵੀ ਜੇ ਕਿਸੇ ਔਰਤ ਨੂੰ ਪੁੱਛਣਾ ਹੋਵੇ ਵੀ ਤੇਰਾ ਜਿਹੜਾ ਵਿਆਹਤਾ ਸਫ਼ਰ ਆ ਉਹ ਖੁਸ਼ਹਾਲ ਰਿਹਾ, ਤਾਂ ਸਭ ਤੋਂ ਵੱਡਾ ਸਵਾਲ ਇਹੀ ਕੀਤਾ ਜਾ ਸਕਦਾ ਵੀ ਕੀ ਤੁਸੀਂ ਸੋਚਦੇ ਹੋ ਕਿ ਜਿਹੋ ਜਿਹਾ ਪਾਰਟਨਰ ਤੁਹਾਨੂੰ ਮਿਲਿਆ ਤੁਹਾਡੀ ਧੀ ਨੂੰ ਅੱਗੋਂ ਇੱਦਾਂ ਦਾ ਹੀ ਮਿਲੇ, ਹੈ ਨਾ? ਤਾਂ ਉਹ ਮੈਨੂੰ ਲੱਗਦਾ ਸਭ ਤੋਂ ਸੱਚਾ ਆਨਸਰ ਹੋ ਸਕਦਾ ਕਿ ਮਿਲੇ ਜਾਂ ਨਾ ਮਿਲੇ। ਤਾਂ ਉਹ ਭਾਜੀ ਨੇ ਕਿਹਾ ਕਿ ਮੈਂ ਤਾਂ ਸੋਚਦਾ ਮੇਰੇ ਤੋਂ ਅੱਧਾ ਵੀ ਮਿਲੇ ਤਾਂ ਨਹੀਂ, ਉਹੀ ਮੈਂ ਕਹਿੰਦੀ, ਦੇਖੋ ਇੱਕ ਆਪਾਂ ਆਮ ਵਰਡਿੰਗਸ ਲਿਖੀਆਂ ਹੋਈਆਂ ਵੀ ਕਦੇ ਪੜ੍ਹਦੇ ਹਾਂ, ਬਹੁਤ ਲੋਕਾਂ ਨੇ ਫੇਸਬੁੱਕ ਤੇ ਵੀ ਸੋਸ਼ਲ ਮੀਡੀਆ ਤੇ ਵੀ ਪਾਈਆਂ ਹੁੰਦੀਆਂ ਨੇ ਵੀ ਜੇ ਤੁਸੀਂ ਆਪਣੀ ਬੇਟੀ ਲਈ ਕੁਝ ਐਕਸਪੈਕਟ ਕਰਦੇ ਹੋ ਵੀ ਉਹ ਆਪਣੀ ਲਾਈਫ 'ਚ ਇੰਝ ਰਵੇ, ਤਾਂ ਤੁਹਾਨੂੰ ਪਹਿਲਾਂ ਉਹਦੀ ਮਦਰ ਨੂੰ ਵੀ ਉਹ ਚੀਜ਼ਾਂ ਦੇਣੀਆਂ ਪੈਣਗੀਆਂ ਨਾ। ਔਰ ਉਹੀ ਜਿਵੇਂ ਕਹਿ ਰਹੇ ਸੀ ਵੀ ਦੇਖੋ ਪਰਮਾਤਮਾ ਵੀ ਕੁਝ ਦੇਖਦਾ। ਮੈਨੂੰ ਲੱਗਦਾ ਵੀ ਇਹ ਜਿਹੜੀਆਂ ਚੀਜ਼ਾਂ ਆਪਾਂ ਇੰਝ ਕਰਦੇ ਹਾਂ ਨਾ, ਜੇ ਕੋਈ ਲੇਡੀ ਹੈ ਜਾਂ ਈਵਨ ਮੈਂ ਕਹਿੰਦੀ ਹਾਂ ਕੋਈ ਜੈਂਟਸ ਵੀ ਹੈ, ਬਾਈ ਸਿਰਫ ਆਪਾਂ ਜਨਾਨੀ ਦੀ ਗੱਲ ਕਿਉਂ ਕਰ ਰਹੇ ਹਾਂ ਨਾ, ਕਿਉਂਕਿ ਸਫਰਰ ਹਮੇਸ਼ਾ ਜਨਾਨੀਆਂ ਹੀ ਤਾਂ ਨਹੀਂ ਹੁੰਦੀਆਂ ਇੱਕ ਮੈਰਿਡ ਲਾਈਫ 'ਚ ਜਾਂ ਐਜ਼ ਆਪਾਂ ਫੈਮਲੀ ਦੇ ਵਿੱਚ। ਆਪਾਂ ਹਮੇਸ਼ਾ ਇਹਨੂੰ ਆਮ ਤੌਰ 'ਤੇ ਹੁੰਦਾ ਵੀ ਆਪਾਂ ਜੋੜ ਦਿੰਦੇ ਹਾਂ ਜੀ ਵੀ ਜਨਾਨੀ 'ਤੇ ਐਂ ਹੋ ਗਿਆ, ਜਨਾਨੀ ਨੇ ਇੰਝ ਕੀਤਾ, ਪਰ ਨਹੀਂ, ਉਹਦੇ ਵਿੱਚ ਦੇਖੋ ਇੱਕ ਮੇਲ ਜਿਹੜਾ ਤੁਹਾਡਾ ਪਾਰਟਨਰ ਹੈ, ਲਾਈਫ ਪਾਰਟਨਰ, ਹਸਬੈਂਡ ਵੀ ਹੈ, ਉਹ ਚੀਜ਼ਾਂ ਉਹਦੇ 'ਤੇ ਵੀ ਲਾਗੂ ਹੁੰਦੀਆਂ ਨੇ। ਕਈ ਵਾਰ ਉਹ ਵੀ ਸਫਰਰਸ ਹੁੰਦੇ ਨੇ ਜਾਂ ਕਈ ਵਾਰ ਉਹਨਾਂ ਨੂੰ ਵੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਫੇਸ ਕਰਨੀਆਂ ਪੈਂਦੀਆਂ ਨੇ ਆਪਣੇ ਕੋਲ, ਹੈ ਨਾ। ਸੋ ਇਹ ਚੀਜ਼ਾਂ ਆਪਾਂ ਜਿੱਦਣ ਸਮਝ ਲਾਂਗੇ ਵੀ ਜੇ ਅੱਜ ਮੇਰੀ ਇਹ ਪ੍ਰੋਬਲਮ ਹੈ ਦੂਜੇ ਦੀ ਵੀ ਹੈਗੀ ਆ ਜਾਂ ਇੰਝ ਕਰਕੇ, ਤਾਂ ਉਹ ਆਪਣੀ ਕੰਟੀਨਿਊਟੀ ਦੇ ਵਿੱਚ ਜਿਹੜਾ ਉਹ ਆਪਾਂ ਨੂੰ ਕਾਫੀ ਜ਼ਿਆਦਾ ਜਿਹੜੀ ਇੱਕ ਆਪਣੀ ਫੈਮਿਲੀ ਲਾਈਫ ਦੇ ਵਿੱਚ ਤੁਹਾਨੂੰ ਬੈਸਟ ਐਵਰ ਐਡਜਸਟ ਕਰਨ ਦੇ ਲਈ ਜਾਂ ਤੁਹਾਡੀ ਲਾਈਫ ਨੂੰ ਖੁਸ਼ਹਾਲ ਬਣਾਉਣ ਦੇ ਲਈ ਉਹ ਚੀਜ਼ ਹਰ ਇੱਕ ਦੇ ਲਈ ਲਾਹੇਵੰਦ ਹੈ। ਮੈਨੂੰ ਲੱਗਦਾ ਵੀ ਆਪਾਂ ਭਾਜੀ ਬਹੁਤ ਸਾਰੀਆਂ ਚੀਜ਼ਾਂ ਜ਼ਿੰਦਗੀ 'ਚ ਚੱਲਦੀਆਂ ਨੇ, ਜਿਵੇਂ ਤੁਸੀਂ ਕਿਹਾ ਵੀ ਕਈ ਵਾਰੀ ਬਹੁਤ ਸਾਰੇ ਘਾਟੇ ਵਾਧੇ ਜਾਂ ਤੁਹਾਨੂੰ ਵੈਸੇ ਵੀ ਹੋ ਜਾਂਦਾ ਕਿ ਜ਼ਿੰਦਗੀ ਕਦੇ ਵੀ ਐ ਨਹੀਂ ਚੱਲਦੀ ਹੁੰਦੀ ਵੀ ਤੁਸੀਂ ਕਹੋ ਕਿ 100% ਤੁਸੀਂ ਮੇਰੇ ਲਈ ਵਧੀਆ ਕੀਤਾ ਔਰ 100% ਤੁਸੀਂ ਮੇਰੇ ਲਈ ਵਧੀਆ ਕੀਤਾ, ਹੈ ਨਾ। ਹੋ ਸਕਦਾ ਕਿਸੇ ਪੁਆਇੰਟ 'ਤੇ ਤੁਹਾਡਾ ਕੁਛ ਇਹੋ ਜਿਹਾ ਇਸ਼ੂ ਰਿਹਾ ਹੋਵੇ ਜ਼ਿੰਦਗੀ 'ਚ ਜਾਂ ਇਹਨਾਂ ਦਾ ਕੋਈ ਕਦੇ ਵੀ ਰਿਹਾ ਹੋਵੇ, ਹੈ ਨਾ, ਜਿੱਥੇ ਆਪਾਂ ਨੂੰ ਲੱਗਦਾ ਮੇਰਾ ਪਾਰਟਨਰ ਜ਼ਿੰਮੇਵਾਰੀਆਂ ਸਹੀ ਤਰੀਕੇ ਨਾਲ ਨਹੀਂ ਨਿਭਾ ਪਾ ਰਿਹਾ, ਤਾਂ ਦੋਨਾਂ 'ਚੋਂ ਉਸ ਸਿਚੁਏਸ਼ਨ ਨੂੰ ਸਭ ਤੋਂ ਸੌਖਾ ਕੌਣ ਟੈਕਲ ਕਰ ਲੈਂਦਾ? ਇਹ ਜ਼ਿਆਦਾ ਸੌਖਾ ਟੈਕਲ ਕਰਦੇ ਆ ਜੀ। ਮੈਂ ਮਤਲਬ ਕਿਉਂਕਿ ਨਾ ਮੈਂ ਭੈਣ ਜੀ ਤੁਹਾਨੂੰ ਦੱਸਾਂ ਕਿ ਮੈਂ 17-18 ਸਾਲ ਦਾ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ। ਮੇਰਾ ਛੋਟਾ ਭਰਾ ਜਿਹੜਾ ਅੱਜ ਕੱਲ੍ਹ ਡਾਕਟਰ ਆ ਅਮਰੀਕਾ 'ਚ, ਉਹ ਉਦੋਂ 11 ਸਾਲ ਦਾ ਸੀ। ਸੋ ਮੈਂ ਸ਼ੁਰੂ ਤੋਂ ਦੇਖਿਆ ਕਿ ਮੇਰੀ ਮਾਂ ਨੇ ਕਿਵੇਂ ਸਾਨੂੰ ਪਾਲਿਆ, ਕਿਵੇਂ ਸਾਨੂੰ ਇਸ ਮੁਕਾਮ 'ਤੇ ਪਹੁੰਚਾਇਆ। ਸੋ ਮਾਂ ਨੇ ਕੀ ਐਡਜਸਟਮੈਂਟਸ ਕੀਤੀਆਂ, ਕਿਵੇਂ ਉਹਨਾਂ ਦੇ ਸਾਨੂੰ ਸਾਰੀਆਂ ਗੱਲਾਂ ਯਾਦ ਨੇ ਉਹ ਕਿ ਕਿਵੇਂ ਉਹਨੇ ਔਖੀ ਰਹਿ ਕੇ, ਹਾਲਾਂਕਿ ਉਦੋਂ ਜਦੋਂ ਬੱਚੇ ਥੋੜ੍ਹੀ ਜਵਾਨੀ 'ਚ ਹੁੰਦੇ ਆ ਉਦੋਂ ਨਹੀਂ ਉਹ ਚੀਜ਼ਾਂ ਫੀਲ ਕਰਦੇ, ਉਦੋਂ ਠੀਕ ਆ, ਉਹਨਾਂ ਨੂੰ ਰੂਟੀਨ ਲੱਗਦੀਆਂ, ਪਰ ਬਾਅਦ 'ਚ ਸਾਨੂੰ ਲੱਗਿਆ ਕਿ ਨਹੀਂ, ਸਾਡੀ ਮਾਂ ਨੇ ਜੋ ਸਾਡੇ ਲਈ ਕੀਤਾ ਨਾ ਬਹੁਤ ਔਖਾ। ਉਵੇਂ ਮੈਂ ਸਮਝਦਾ ਜਿਹੜੀ ਔਰਤ ਆ ਨਾ, ਔਰਤ 'ਚ ਤਿਆਗ ਬਹੁਤ ਜ਼ਿਆਦਾ, ਔਰਤ 'ਚ ਤਿਆਗ, ਸਹਿਣਸ਼ੀਲਤਾ। ਚੰਡੀ ਦਾ ਰੂਪ ਤਾਂ ਔਰਤ ਕਦੇ ਕਦੇ ਧਾਰਨ ਕਰਦੀ ਆ ਨਾ, ਉਹ ਤਾਂ ਰੇਅਰ ਕਹਿ ਲਓ ਇਨ ਲਾਈਫ, ਹੈ ਨਾ। ਬਟ ਨੋਰਮਲੀ ਔਰਤ, ਤੁਸੀਂ ਜਦੋਂ ਮਤਲਬ ਤੁਹਾਡਾ ਸਾਰਾ ਕੁਝ ਸਮੂਥ ਚੱਲ ਰਿਹਾ ਹੁੰਦਾ ਨਾ, ਸਗੋਂ ਤੁਹਾਨੂੰ ਹੁੰਦਾ ਕਿ ਤੁਹਾਡੀ ਜਿਹੜੀ ਵਾਈਫ ਆ ਜਾਂ ਤੁਹਾਡਾ ਜਿਹੜਾ ਪਾਰਟਨਰ ਆ ਨਾ, ਉਹ ਤੁਹਾਨੂੰ ਗਾਈਡ ਕਰੇ। ਹਾਲਾਂਕਿ ਮੇਰਾ ਐਕਸਪੀਰੀਅੰਸ ਵਾਸਟ ਹੋ ਸਕਦਾ, ਮੈਂ ਬਾਹਰ ਜ਼ਿਆਦਾ ਤੁਰਦਾ ਫਿਰਦਾ, ਮੇਰਾ ਡਿਪਾਰਟਮੈਂਟ ਆ, ਮੈਂ ਹੋਰ ਨੌਕਰੀ ਕਰਦਾ ਜਾਂ ਕਿਵੇਂ, ਬਟ ਉਹ ਮੈਂ ਜੋ ਸਮਝਦਾ ਕਿ ਸਿਚੁਏਸ਼ਨ ਕਈ ਵਾਰ ਕੋਈ ਇਹੋ ਜਿਹੀ ਆਉਂਦੀ ਆ ਕਿਤੇ ਵੀ, ਤਾਂ ਜਿਹੜੀ ਸਿਆਣੀ ਔਰਤ, ਸੁਚੱਜੀ ਔਰਤ ਹੁੰਦੀ ਆ, ਉਹ ਵਧੀਆ ਤਰੀਕੇ ਨਾਲ ਟੈਕਲ ਕਰ ਲੈਂਦੀ ਆ ਉਸ ਚੀਜ਼ ਨੂੰ। ਬੰਦੇ ਤੋਂ ਕਈ ਵਾਰ, ਜਿਵੇਂ ਕੋਈ ਮੰਨ ਲਓ ਕੋਈ, ਮੈਂ ਤੁਹਾਨੂੰ ਉਦਾਹਰਨ ਦੇ ਤੌਰ 'ਤੇ ਕਹਿੰਦਾ, ਕੋਈ ਰਿਸ਼ਤੇਦਾਰੀ ਦਾ ਹੀ ਮਸਲਾ ਹੋਵੇ, ਅਸੀਂ ਲੋਕ ਜਿਵੇਂ ਬੀਇੰਗ ਕਹਿ ਲਓ ਜੈਂਟਸ, ਅਸੀਂ ਉਸ ਚੀਜ਼ ਨੂੰ ਹੋਰ ਤਰੀਕੇ ਨਾਲ ਦੇਖਦੇ ਹਾਂ। ਔਰਤ ਦੇਖਦੀ ਆ ਕਿ ਨਹੀਂ, ਇਹ ਰਿਸ਼ਤਿਆਂ ਦੀ ਬਹੁਤ ਇੰਪੋਰਟੈਂਸ ਆ, ਇਹਨਾਂ ਨੂੰ ਆਪਾਂ ਐਂ ਨਹੀਂ ਕਰਨਾ। ਸੋ ਉਹਦਾ ਜਿਹੜਾ ਟੈਕਲ ਕਰਨ ਦਾ ਨਜ਼ਰੀਆ ਹੁੰਦਾ ਨਾ, ਉਹ ਮੈਂ ਸੋਚਦਾ ਕਿ ਔਰਤ ਦਾ ਮਰਦਾਂ ਨਾਲੋਂ ਵਧੀਆ ਹੁੰਦਾ। ਮਰਦ ਤਾਂ 1 ਮਿੰਟ 'ਚ ਹੀ ਕਰ ਦਿੰਦੇ ਆ ਵੀ ਦਿਸ, ਬਟ ਔਰਤ ਬਹੁਤ ਕੁਝ ਸੋਚਦੀ ਆ। ਔਰਤ ਜਿਹੜੇ ਰਿਸ਼ਤੇ ਨੇ, ਰਿਸ਼ਤਿਆਂ ਦੀਆਂ ਤੰਦਾਂ ਨੇ, ਮੋਹ ਦੀਆਂ ਤੰਦਾਂ ਨੇ, ਜਿਹੜੀ ਅਪਣਾਤਾ, ਉਹ ਔਰਤ 'ਚ ਜ਼ਿਆਦਾ ਹੁੰਦੀ ਆ।
ਬੰਦਾ ਥੋੜਾ ਖੁਸ਼ਕ ਹੁੰਦਾ। ਸੋ ਉਹ ਖੁਸ਼ਕੀ ਜਿਹੜੀ ਆ ਬੰਦੇ ਦੀ ਉਹ ਔਰਤ ਹੀ ਠੀਕ ਕਰਦੀ ਆ। ਔਰਤ ਉਹਨੂੰ ਦੱਸਦੀ ਆ ਕਿ ਇੱਥੇ ਤੂੰ ਖੁਸ਼ਕ ਆ ਮਾਮਾ, ਇੱਥੇ ਆ ਠੀਕ ਗੱਲ ਕਰ। ਸੋ ਇਸ ਤਰੀਕੇ ਨਾਲ ਮੈਂ ਸਮਝਦਾ ਕਿ ਮਤਲਬ ਮੈਂ ਜੋ ਪਰਸਨਲੀ ਫੀਲ ਕੀਤਾ ਕਿ ਜਿੱਥੇ ਕਿਤੇ ਕੋਈ ਇਹੋ ਜਿਹੀ ਸਿਚੁਏਸ਼ਨ ਅਰਾਈਜ਼ ਹੋਈ ਆ, ਚਲੋ ਕਿਤੇ ਮੇਰੀ ਵੀ ਸਿਆਣਪ ਹੋਊਗੀ ਕਿਉਂਕਿ ਮੇਰੇ ਕੋਲ ਤਜਰਬਾ, ਬਟ ਜਿੱਥੇ ਕੋਈ ਰਿਸ਼ਤਿਆਂ ਦੀ ਜਾਂ ਜਿੱਥੇ ਕੋਈ ਸੈਂਸਿਟਿਵ ਮੈਟਰ ਆਏ ਨੇ ਉੱਥੇ ਹਮੇਸ਼ਾ ਇਹਨਾਂ ਨੇ ਜਿਹਨੂੰ ਕਹਿ ਲਈਏ ਆਪਾਂ ਇਹ ਕਹਿ ਸਕਦੇ ਵੀ ਅਸੀਂ ਇਸ਼ੂਜ਼ ਵੰਡੇ ਹੋਏ ਆ ਵੀ ਕਿਹਦੇ ਤੇ ਕਿਹਦੀ ਮੰਨਣੀ ਆ ਜਾਂ ਕਿਹਦੀ ਸਲਾਹ ਜ਼ਿਆਦਾ ਚੱਲਣੀ ਹੈ, ਦੂਜੇ ਤੇ ਕਿਹਦੀ ਸਲਾਹ ਚੱਲਣੀ ਹੈ। ਜਿਵੇਂ ਕੋਈ ਪ੍ਰੋਫੈਸ਼ਨਲ ਵੇਜ਼ ਅਸੀਂ ਇਸ਼ੂਜ਼ ਵੰਡੇ ਹੋਏ ਆ ਵੀ ਇਹਨਾਂ ਨੂੰ ਨੌਲੇਜ ਪ੍ਰੋਫੈਸ਼ਨਲੀ ਜ਼ਿਆਦਾ ਆਈ ਆ, ਹੈ ਨਾ। ਕਈ ਵਾਰ ਕਈ ਹੋਰ ਇਹੋ ਜਿਹੇ ਇਸ਼ੂਜ਼ ਹੁੰਦੇ ਆ, ਉਹਦੇ 'ਚ ਅਸੀਂ ਕਹਿ ਲਓ ਵੀ ਇੱਕ ਆਪਾਂ ਉਹੀ ਤੁਸੀਂ ਫਿਰ ਉਹੀ ਫਾਈਨਲੀ ਤੁਸੀਂ ਇਹੀ ਕਹੋਗੇ ਵੀ ਇਹ ਤਾਂ ਇੱਕ ਤੁਹਾਡਾ ਕਹਿ ਲਓ ਵੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਵੀ ਵਰਡ ਨਾ ਜੋ ਯੂਜ਼ ਕਰੀਏ ਆਪਾਂ, ਕਿਉਂਕਿ ਅੰਡਰਸਟੈਂਡਿੰਗ ਤਾਂ ਉਦੋਂ ਹੁੰਦੀ ਹੈ ਵਰਡ ਦੀ ਜਦੋਂ ਆਪਾਂ ਕਹਿੰਦੇ ਵੀ ਆਪਾਂ ਐਡਜਸਟਮੈਂਟ ਕਰ ਰਹੇ ਹਾਂ, ਹੈ ਨਾ। ਅੱਛਾ, ਅਸੀਂ ਤਾਂ ਐਡਜਸਟਮੈਂਟ ਨਹੀਂ ਕਰ ਰਹੇ, ਵੀ ਆਰ ਫੁੱਲੀ ਮਤਲਬ ਅਸੀਂ ਕੰਪਲੀਟ ਜਿਹੜਾ ਇੱਕ ਫੈਮਿਲੀ ਲਾਈਫ ਬੰਦਾ ਲੀਡ ਕਰ ਸਕਦਾ ਉਹ ਲੀਡ ਕਰ ਰਹੇ ਹਾਂ। ਉਹਦੇ ਵਿੱਚ ਤੁਹਾਨੂੰ ਨਾ ਐਡਜਸਟਮੈਂਟ ਦੀ ਜ਼ਰੂਰਤ ਆ, ਆਪਾਂ ਕਹਿ ਸਕਦੇ ਹਾਂ, ਹੈ ਨਾ, ਅਤੇ ਨਾ ਕੁਛ ਜ਼ਿਆਦਾ ਸੋਚਣ ਦੀ। ਅਸੀਂ ਬਲੰਟਲੀ ਇੱਕ ਦੂਜੇ ਨੂੰ ਕੁਛ ਵੀ ਕਹਿ ਸਕਦੇ ਹਾਂ ਜਾਂ ਦੂਜੇ ਤੋਂ ਐਕਸਪੈਕਟ ਕਰ ਸਕਦੇ ਹਾਂ। ਕਦੇ ਵਾਰ ਜਿਹਨੂੰ ਆਪਾਂ ਕਹਿੰਦੇ ਵੀ ਪਿਆਰ ਮੁਹੱਬਤ ਨਾਲ ਕਨਵਿੰਸ ਕਰਕੇ, ਹੋ ਸਕਦਾ ਕਈ ਵਾਰ ਅਬਰਪਟਲੀ ਜਾਂ ਗਰਾਊਂਡਲੀ ਵੀ ਨਹੀਂ ਆ ਤਾਂ ਆਪਾਂ ਇੰਝ ਕਰਨਾ ਹੀ ਆ। ਚਾਹੇ ਫੀਲਡ ਆਪਣਾ ਕਈ ਵਾਰ ਕੋਈ ਜਿਵੇਂ ਕਹਿ ਲਓ ਵੀ ਫੈਮਿਲੀ ਦੇ ਰਿਸ਼ਤੇਦਾਰਾਂ ਦੇ ਹੋਣ ਜਾਂ ਈਵਨ ਕਈ ਵਾਰ ਬੱਚਿਆਂ ਦੀਆਂ ਚੀਜ਼ਾਂ ਹੁੰਦੀਆਂ ਜਾਂ ਇਹ ਆ, ਅਲੱਗ-ਅਲੱਗ ਟਾਈਮ 'ਤੇ ਅਲੱਗ-ਅਲੱਗ ਦੇ ਹਿਸਾਬ ਨਾਲ ਆਪਾਂ ਨੂੰ ਐਡਜਸਟ ਕਰਨਾ ਪੈਂਦਾ। ਕਈ ਵਾਰ ਜਿਵੇਂ ਆਪਾਂ ਕਹਿੰਦੇ ਵੀ ਤੁਸੀਂ ਬੰਦੇ ਨੂੰ ਸਮਝ ਚੁੱਕੇ ਹੋ, ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਇਹ ਹੈ, ਮੰਨ ਲਓ ਇਹਨਾਂ ਨੇ ਕਈ ਵਾਰ ਕੋਈ ਫੈਸਲਾ ਵੀ ਆਹ ਚੀਜ਼ ਆਪਾਂ ਐਂ ਹੀ ਕਰਨੀ ਆ। ਹੁਣ ਮੈਂ ਤਾਂ ਜਿਵੇਂ ਕਹੋ ਵੀ ਇਸ ਚੀਜ਼ ਨੂੰ ਸਮਝ ਚੁੱਕੀ ਹਾਂ ਵੀ ਹੁਣ ਜੇ ਆਪਾਂ ਕਹਾਂਗੇ ਵੀ ਇਹ ਨਹੀਂ ਕਰਨੀ ਤਾਂ ਇਹ ਚੇਂਜ ਨਹੀਂ ਹੋ ਸਕਦੀ। ਪਰ ਇਹਨੂੰ ਤੁਸੀਂ ਥੋੜ੍ਹੀ ਦੇਰ ਬਾਅਦ, ਹੈ ਨਾ, ਆਪਣੇ ਹਿਸਾਬ ਨਾਲ ਦੱਸ ਕੇ ਕਰਕੇ ਤੁਸੀਂ ਆਪਾਂ ਕਹਾਂਗੇ, ਜਿਵੇਂ ਆਪਾਂ ਕਹਿ ਲਓ ਵੀ ਬੱਚਿਆਂ ਨੂੰ ਵੀ ਕਨਵਿੰਸ ਕਰਦੇ ਹੋ। ਦੇਖੋ ਇੱਕ ਆਪਾਂ ਡਿਸੀਜਨਸ ਸੁਣਾਉਣੇ ਹੋਰ ਚੀਜ਼ਾਂ ਹੁੰਦੀਆਂ ਨੇ ਅਤੇ ਇੱਕ ਆਪਾਂ ਬੰਦੇ ਨੂੰ ਟਾਈਮਲੀ ਆਪਣੇ ਵਿਊਜ਼ ਦੇ ਕੇ ਕਨਵਿੰਸ ਕਰਨਾ ਉਹ ਹੋਰ ਚੀਜ਼ ਹੁੰਦੀ ਹੈ। ਜਦੋਂ ਆਪਾਂ ਉਹ ਕਨਵਿੰਸ ਕਰਨ ਵਾਲੇ ਸਿਸਟਮ 'ਚ ਆ ਜਾਂਦੇ ਹਾਂ ਤਾਂ ਤੁਹਾਡੀਆਂ ਕੌਂਟਰਾਡਿਕਸ਼ਨਸ ਬਹੁਤ ਜਿਵੇਂ ਕਹਿ ਲਓ ਵੀ ਜ਼ੀਰੋ ਬਰਾਬਰ ਹੀ ਰਹਿ ਜਾਂਦੀਆਂ। ਜਦੋਂ ਆਪਾਂ ਡਿਸੀਜਨ ਮੇਕਰਸ ਬਣ ਜਾਂਦੇ ਹਾਂ ਉਹ ਚੀਜ਼ਾਂ ਤੁਹਾਡੇ ਲਈ ਪ੍ਰੋਬਲਮ ਕਰਦੀਆਂ ਨੇ। ਸੋ ਇਹ ਕੋਈ ਐਂ ਡਿਸੀਜਨ ਮੇਕਰਸ ਨਹੀਂ ਹੈਗੇ, ਵੀ ਆਲਵੇਜ਼ ਮੇਕ ਦ ਡਿਸੀਜਨਸ। ਅਸੀਂ ਪੈਰਲਲੀ ਚੱਲ ਕੇ ਡਿਸੀਜਨਸ ਚੱਲਦੇ ਹਾਂ, ਚਾਹੇ ਉਹ ਸਾਡੇ ਕੋਈ ਆਪਣੀ ਪਰਸਨਲ ਬੱਚਿਆਂ ਦਾ ਮੈਟਰ ਹੋਵੇ, ਫੈਮਿਲੀ ਦਾ, ਬਹੁਤ ਜਿੰਨਾ ਵੀ ਯਾਨੀ ਕਹਿ ਲਓ ਹਰ ਸਟੈਪ 'ਤੇ। ਮੋਸਟਲੀ ਸਾਡਾ ਦੇਖੋ ਇਹੀ ਹੁੰਦਾ ਵੀ ਅਸੀਂ ਹਰ ਚੀਜ਼ ਨੂੰ ਪਹਿਲਾਂ ਆਪਸ 'ਚ ਸਲਾਹ ਕਰਦੇ ਹਾਂ, ਫਿਰ ਉਹਦੇ ਬਾਰੇ ਅਸੀਂ ਡਿਸੀਜਨ ਲੈਂਦੇ ਹਾਂ। ਇਹ ਨਹੀਂ ਹੈਗਾ ਵੀ ਡਿਸੀਜਨ ਕਿਹਦਾ ਹੋਊਗਾ, ਦੈਟ ਡਜ਼ਨਟ ਮੈਟਰ, ਪਰ ਅਸੀਂ ਉਹਨੂੰ ਡਿਸਕਸ ਕਰਦੇ ਹਾਂ। ਚਾਹੇ ਉਹ ਸਾਡੀ ਕੋਈ ਚੀਜ਼ ਖਰੀਦਣ ਬਾਰੇ ਹੋਵੇ, ਸਾਡੀ ਕੋਈ ਐਡਜਸਟਮੈਂਟਸ ਹੋਵੇ ਜਾਂ ਸਭ ਤੋਂ ਵੱਡੀ ਤਾਂ ਦੇਖੋ ਤੁਹਾਨੂੰ ਮੈਂ ਤੁਸੀਂ ਜਿਵੇਂ ਸ਼ੁਰੂ 'ਚ ਪੁੱਛਿਆ ਸੀ ਵੀ ਗਿਫਟ ਦਿੰਦੇ ਹੋ ਇਹ ਵੋ, ਸਾਡੇ ਨਾਲ ਬੜੀ ਵਾਰ ਇੰਝ ਹੋਇਆ। ਖੈਰ ਮੇਰੇ ਨਾਲ ਜਿਵੇਂ ਕਹਿ ਲਓ ਵੀ ਘੱਟ ਹੋਇਆ ਮੋਸਟਲੀ ਇਹਨਾਂ ਦੇ ਨਾਲ, ਕਿ ਜਿਵੇਂ ਮੈਂ ਇੱਕ ਚੀਜ਼ ਇੱਥੇ ਤੁਹਾਨੂੰ ਦੱਸ ਦੇਵਾਂ ਕਿ ਜ਼ਿਆਦਾਤਰ ਟਾਈਮਸ ਇਹ ਗਿਫਟ ਦੇਣਾ ਮਤਲਬ ਹੈਗੀ ਆ, ਜਿਵੇਂ ਇਹ ਵੀ ਆਪਣੀ ਤੁਹਾਡੀ ਨੇਚਰ ਹੁੰਦੀ ਹੈ ਇੱਕ ਬੰਦੇ ਦੀ, ਹੈ ਨਾ, ਇਹ ਗਿਫਟ ਦੇਣਾ ਅਤੇ ਉਹਨੂੰ ਸਰਪ੍ਰਾਈਜ਼। ਕਈ ਵਾਰ ਫਿਰ ਕੋਈ ਸਾਡਾ ਓਕੇਜਨ ਹੁੰਦਾ, ਫੋਰ ਐਗਜ਼ਾਮਪਲ ਕੋਈ ਬਰਥਡੇ ਆ ਜਾਂ ਐਨਵਰਸਰੀ, ਕੁਛ ਵੀ ਰੀਜ਼ਨ ਹੋ ਸਕਦਾ, ਆਪਾਂ ਇੱਕ ਪਲਾਨ ਕਰਦੇ ਵੀ ਮੈਂ ਬੰਦੇ ਨੂੰ ਗਿਫਟ ਦੇਣਾ, ਸਰਪ੍ਰਾਈਜ਼ ਦੇਣਾ, ਹੈ ਨਾ। ਤੁਸੀਂ ਇੱਥੇ ਸੋਚ ਲਓ ਬਈ ਜਿਵੇਂ ਸਰਪ੍ਰਾਈਜ਼ ਬੰਦਾ ਰੱਖਦਾ, ਪਰ ਇੱਕ ਅੱਧਾ ਦਿਨ ਪਹਿਲਾਂ ਫਿਰ ਉਹ ਲੂਣੀਆਂ ਲੈਂਦਾ ਫਿਰੀ ਜਾਂਦਾ ਵੀ ਮੈਂ ਹੁਣ ਦੱਸ ਦੇਵਾਂ ਵੀ ਮੈਂ ਕਰ ਰਿਹਾ। ਉਹ ਜੇ ਸਰਪ੍ਰਾਈਜ਼ ਤਾਂ ਬਾਅਦ 'ਚ ਆਉਣਾ ਹੁੰਦਾ, ਦੂਜੇ ਦਿਨ ਪਹਿਲਾਂ ਵੈਸੇ ਤਾਂ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਸੀਗਾ ਇਹ ਚੀਜ਼, ਪਰ ਨਾ ਮੇਰੇ ਤੋਂ ਰਿਹਾ ਨਹੀਂ ਜਾਂਦਾ, ਮੈਂ ਸੋਚਦਾ ਮੈਂ ਤੈਨੂੰ ਦੱਸ ਹੀ ਦੇਵਾਂ ਵੀ ਆਹ ਲੈ ਲਾ। ਕਿਉਂਕਿ ਮੈਂ ਕਹਿ ਤਾਂ ਆਇਆ, ਕਿਤੇ ਇਹ ਨਾ ਹੋਵੇ ਵੀ ਉਹ ਚੀਜ਼ ਤੈਨੂੰ ਉਵੇਂ ਦੀ ਪਸੰਦ ਨਾ ਹੋਵੇ, ਫਿਰ ਸਾਡੇ ਸਰਪ੍ਰਾਈਜ਼ ਦਿੱਤੇ ਦਾ ਵੀ ਕੀ ਫਾਇਦਾ, ਠੀਕ ਹੈ ਨਾ। ਫਿਰ ਆਪਾਂ ਉਸ ਸਰਪ੍ਰਾਈਜ਼ ਨੂੰ ਵੀ ਸਰਪ੍ਰਾਈਜ਼ ਦੇ ਤਾ, ਮੈਨੂੰ ਉਹ ਚੀਜ਼ ਪਸੰਦ ਨਾ ਆਵੇ ਜਾਂ ਨਾ ਉਹਨੂੰ। ਹੁਣ ਜਾਂ ਤਾਂ ਤੁਸੀਂ ਇਹ ਕਹਿ ਲਓ, ਹੁਣ ਕਈ ਲੋਕ ਤਾਂ ਇਹ ਕਹਿਣਗੇ ਵੀ ਅੱਛਾ ਇਹਨਾਂ ਨੂੰ ਤਾਂ ਸਰਪ੍ਰਾਈਜ਼ਿਜ਼ ਹੀ ਨਹੀਂ ਦੇਣੇ ਆਉਂਦੇ, ਜਾਂ ਇਹਨਾਂ ਦੀ ਲਾਈਫ 'ਚ ਤਾਂ ਕੋਈ ਇਹੋ ਜਿਹੇ ਹੈ ਹੀ ਨਹੀਂ ਵੀ ਚੀਜ਼ਾਂ ਵੀ ਇਹ ਕਰ ਸਕਦੇ ਆ ਐਵੇਂ ਹਾਈਡ ਜਾਂ ਆਪਾਂ ਇੱਕ ਅਚਾਨਕ ਕਿਸੇ ਨੂੰ ਕਹੀਏ। ਪਰ ਮੈਂ ਉਹਨੂੰ ਦੂਸਰੇ ਵੇ ਦੇ ਨਾਲ ਕਹਿੰਦੀ ਹਾਂ ਵੀ ਆਪਾਂ ਦੇਖੋ ਸਰਪ੍ਰਾਈਜ਼ ਤਾਂ ਦੇਤਾ ਅਗਲੇ ਨੂੰ, ਪਰ ਉਹ ਸਰਪ੍ਰਾਈਜ਼ ਦਾ ਮਜ਼ਾ ਅੱਧਾ ਰਹਿ ਜਾਊਗਾ ਜੇ ਅਗਲੇ ਨੂੰ ਉਹ ਚੀਜ਼ ਉਹਦੇ ਨੂੰ ਪਸੰਦ ਨਾ ਆਵੇ। ਬਿਲਕੁਲ ਠੀਕ ਹੈ ਨਾ। ਉਹ ਸਰਪ੍ਰਾਈਜ਼ ਦੇ ਨਾਲ ਦੇਖੋ ਉਹ ਵੀ ਇੱਕ ਸਰਪ੍ਰਾਈਜ਼ ਸੀ ਵੀ ਅਗਲੇ ਨੇ ਮੇਰੇ ਲਈ ਸੋਚਿਆ ਹੋਇਆ, ਉਹਨੂੰ ਵੀ ਆਪਾਂ ਇੱਕ ਸਰਪ੍ਰਾਈਜ਼ ਮੰਨ ਸਕਦੇ। ਪਰ ਜੇ ਆਪਾਂ ਉਹਨੂੰ ਫਿਰ ਉਹੀ ਆ ਵੀ ਦੋਨੋਂ ਰਲ ਮਿਲ ਕੇ ਜਾ ਕੇ ਚੀਜ਼ ਲੈ ਲਈ ਆ, ਉਹਦੇ ਵਰਗੀ ਮੈਨੂੰ ਲੱਗਦਾ ਵਧੀਆ ਚੀਜ਼ ਹੀ ਕੋਈ ਨਹੀਂ ਹੈਗੀ। ਸਾਰਾ ਹਰ ਇੱਕ ਦੀ ਸੋਚ ਹੈ। ਕਈ ਕਹਿੰਦੇ ਨਹੀਂ ਜੀ ਸਰਪ੍ਰਾਈਜ਼ਸ ਸਾਨੂੰ ਜ਼ਿਆਦਾ ਵਧੀਆ ਲੱਗਦੇ ਆ ਵੀ ਇਹ ਐਂਦੇ, ਹੈ ਨਾ। ਕਈ ਬੰਦੇ ਸੋਚਦੇ ਵੀ ਨਹੀਂ ਸਰਪ੍ਰਾਈਜ਼ ਤਾਂ ਹੋਵੇ ਪਰ ਉਹ ਚੀਜ਼ ਵੀ ਕੋਈ ਹੋਵੇ ਤੁਹਾਡੇ ਲਈ ਅਕੋਰਡਿੰਗਲੀ ਹੋਵੇ। ਈਵਨ ਸਾਡੇ ਘਰ ਦੇ ਲਈ ਵੀ ਕੋਈ ਅਸੀਂ ਚੀਜ਼ ਲਿਆਉਣੀ ਹੁੰਦੀ ਹੈ, ਮੋਸਟਲੀ ਸਾਡੇ ਇਹ ਹੁੰਦਾ ਵੀ ਆਪਾਂ ਆਹ ਚੀਜ਼ ਇੰਝ ਹੈਗੀ ਆ ਐਂ ਲੈ ਲਈਏ ਜਾਂ ਐਂ ਕਰ ਲਈਏ, ਤਾਂ ਅਸੀਂ ਡਿਸਕਸ ਕਰਕੇ ਜਾਂ ਉਹੋ ਜਿਹੀ ਚੀਜ਼ਾਂ ਦੇ ਵਿੱਚ ਹਮੇਸ਼ਾ, ਚਾਹੇ ਕੋਈ ਉਹ ਸਾਡੇ ਘਰ ਦੀ ਕੋਈ ਮਹਿੰਗੀ ਚੀਜ਼ ਖਰੀਦਣੀ ਹੈ, ਚਾਹੇ ਕੋਈ ਆਮ ਚੀਜ਼ ਖਰੀਦਣੀ ਆ, ਅਤੇ ਉਹ ਅਸੀਂ ਆਮ ਤੌਰ 'ਤੇ ਸਾਡਾ ਇੰਝ ਹੀ ਚੱਲਦਾ। ਸੋ ਉਹਨੂੰ ਚਾਹੇ ਤੁਸੀਂ ਇਹ ਕਹਿ ਲਓ ਵੀ ਤੁਹਾਡੀ ਇੱਕ ਕੋਆਰਡੀਨੇਸ਼ਨ ਜੀ ਬਣੀ ਹੋਈ ਆ
ਜਾਂ ਇਵੇਂ ਦੀ। ਨਹੀਂ, ਸੋਹਣੀ ਗੱਲ ਹੈ ਕਿ ਜਿਵੇਂ ਤੁਸੀਂ ਕਿਹਾ ਵੀ ਜ਼ਰੂਰੀ ਨਹੀਂ ਹਰ ਵਾਰ ਤੁਹਾਨੂੰ ਕੋਈ ਸਰਪ੍ਰਾਈਜ਼ ਦੇਵੇ, ਹੈ ਨਾ। ਇਹ ਵੀ ਚੀਜ਼ ਹੁੰਦੀ ਹੈ ਵੀ ਅੱਜ ਮੇਰਾ ਮਨ ਕੀਤਾ ਤੇਰੇ ਲਈ ਇਹ ਖਰੀਦਣ ਲਈ, ਚਲੋ ਆਪਾਂ ਇਕੱਠੇ ਚੱਲਦੇ ਹਾਂ, ਉਹ ਵੀ ਬੜਾ ਸੋਹਣਾ ਹੋ ਸਕਦਾ ਹੈ ਨਾ। ਤੁਹਾਨੂੰ ਇਹਨਾਂ ਦਾ ਸਭ ਤੋਂ ਸੋਹਣਾ, ਮੈਂ ਕਰੈਕਟਰ ਨਹੀਂ ਕਹੂੰਗੀ, ਇਹ ਕਹੂੰਗੀ ਕਿ ਸਭ ਤੋਂ ਸੋਹਣਾ ਇਹਨਾਂ ਦਾ ਜਿਹੜਾ ਇਹ ਰੋਲ ਪਲੇ ਕਰਦੇ ਨੇ ਉਹ ਕਿਹੜਾ ਪਸੰਦ ਹੈ ਨਾ, ਬੀਇੰਗ ਅ ਹਸਬੈਂਡ ਜਾਂ ਫਿਰ ਇੱਕ ਫਾਦਰ ਦੇ ਤੌਰ ਤੇ? ਨਹੀਂ, ਜਾਂ ਇੱਥੇ ਮੈਂ ਇੱਥੇ ਹੀ ਖ਼ਤਮ ਕਰ ਦੂੰਗੀ ਤੁਹਾਡੀ ਗੱਲ ਵੀ ਸਾਰੇ ਰੋਲਸ ਇਹ ਦੇਖੋ, ਵੈਸੇ ਤਾਂ ਉਹੀ ਗੱਲ ਹੈ ਵੀ ਲੋਕ ਜਿਵੇਂ ਕਹਿ ਰਹੇ ਸੀ ਵੀ ਲੋਕ ਕਹਿਣਗੇ ਵੀ ਇਹ ਤਾਂ ਝੂਠ ਮਾਰਦਾ ਜਾਂ ਕੈਮਰੇ ਅੱਗੇ ਆ ਕੇ ਤਾਰੀਫ ਕਰਦਾ, ਬਟ ਮੈਨੂੰ ਲੱਗਦਾ ਵੀ ਜਿਹੜੇ ਲੋਕ ਇਹਨਾਂ ਨੂੰ ਪਰਸਨਲੀ ਜਾਣਦੇ ਨੇ ਹੈ ਨਾ, ਜਾਂ ਇਹਦਾ ਜਵਾਬ ਸ਼ਾਇਦ ਮੇਰੀ ਬੇਟੀ ਜਾਂ ਬੱਚੇ ਜਾਂ ਮੇਰੇ ਮਦਰ ਇਨ ਲਾ ਜਾਂ ਈਵਨ ਮੇਰੇ ਪੇਰੈਂਟਸ। ਸਿਰਫ ਗੱਲ ਆਪਾਂ ਇੱਥੇ ਹੀ ਖ਼ਤਮ ਨਾ ਕਰ ਦਈਏ। ਦੇਖੋ, ਜਿਹੜਾ ਇੱਕ ਕੋਈ ਵੀ ਹਸਬੈਂਡ ਹੈ ਜੇ ਉਹ ਤੁਹਾਡੇ ਪੇਰੈਂਟਸ ਨੂੰ ਵੀ ਓਨੀ ਹੀ ਇੱਕ ਕਦਰ ਜਾਂ ਉਹਨਾਂ ਲਈ ਓਨਾ ਹੀ ਸੋਚਦਾ ਤੁਹਾਡੀ ਫੈਮਿਲੀ ਲਈ ਆਇਆ, ਉਸ ਤੋਂ ਵੱਡੀ ਚੀਜ਼ ਮੈਨੂੰ ਨਹੀਂ ਲੱਗਦਾ ਕਿਸੇ ਇੱਕ ਹਸਬੈਂਡ ਦੇ ਲਈ। ਕੋਈ ਲੇਡੀ ਆਪਣੇ ਹਸਬੈਂਡ ਤੋਂ ਇਸ ਤੋਂ ਵੱਧ ਸ਼ਾਇਦ ਐਕਸਪੈਕਟ ਨਹੀਂ ਕਰੂਗੀ। ਪਰ ਮੈਂ ਉਹੀ ਇੱਥੇ ਕਹੂੰਗੀ ਵੀ ਇਹਨਾਂ ਨੇ ਹਰ ਇੱਕ ਚੀਜ਼ ਦੇਖੋ, ਇਹ ਪਰਫੈਕਟ ਜਿਵੇਂ ਹਸਬੈਂਡ ਤਾਂ ਹੈ ਹੀ ਹੈ, ਮੈਂ ਓਪਨਲੀ ਔਰ ਮੋਸਟਲੀ ਲੋਕ ਜਿਹੜੇ ਜਾਣਦੇ ਆ ਉਹਨਾਂ ਨੂੰ ਪਤਾ ਵੀ ਹੋਊਗਾ। ਫਾਦਰ, ਜਿਵੇਂ ਹੁਣ ਤੁਸੀਂ ਸਾਡੇ ਬੱਚਿਆਂ ਤੋਂ ਚਾਹੇ ਕਦੇ ਉਂਝ ਵੀ ਪੁੱਛ ਲਓ, ਇਹੋ ਜਿਹੇ ਲਵਿੰਗ ਕੇਅਰਿੰਗ ਫਾਦਰ। ਹਾਂਜੀ, ਜਿਵੇਂ ਮੇਰਾ ਬੇਟਾ ਬਾਹਰ ਸਾਡਾ ਗਿਆ ਹੋਇਆ, ਕਈ ਵਾਰ ਮੈਂ ਜਿਵੇਂ ਬਿਜ਼ੀ ਹੁੰਦੀ ਹਾਂ ਸਵੇਰੇ ਜਾਣਾ ਜੀ ਜਾਂ ਇੰਝ, ਤੁਹਾਡੇ ਕੋਲ ਪਤਾ ਆਪਣੇ ਕੋਲ ਰੁਝਾਨ ਹੁੰਦੇ ਆ, ਕਈ ਵਾਰ ਮੈਨੂੰ ਹੁੰਦਾ ਵੀ ਚੱਲ ਕਰ ਲਾਂਗੇ ਫੋਨ ਜਾਂ ਇੰਝ। ਤਾਂ ਜਿਵੇਂ ਇਹਨਾਂ ਦਾ ਇੱਕ ਦੇਖੋ ਵੀ ਇਦੋਂ ਵੱਧ ਕੀ ਰੂਟੀਨ ਹੈ ਵੀ ਇਹਨਾਂ ਨੇ ਆਪਣਾ ਦੋਨੋਂ ਟਾਈਮ, ਕਿਉਂਕਿ ਉਹ ਨਵਾਂ ਗਿਆ ਨਾ, ਤਾਂ ਉੱਥੇ ਜਾ ਕੇ ਬੱਚਾ ਡੋਲ ਨਾ ਜਾਵੇ ਜਾਂ ਸਾਨੂੰ ਪਤਾ ਲੱਗਦਾ ਰਹੇ ਵੀ ਸਾਡਾ ਬੱਚਾ ਕੀ ਕਰ ਰਿਹਾ, ਕਿੱਧਰ ਨੂੰ ਜਾ ਰਿਹਾ ਜਾਂ ਕਿਵੇਂ ਆ। ਤਾਂ ਮੇਰੇ ਤੋਂ ਵੱਧ ਇਹਨਾਂ ਦਾ ਹੁੰਦਾ ਵੀ ਬੱਚੇ ਦੇ ਨਾਲ ਮੈਂ ਇਨ ਟੱਚ ਰਵਾਂ। ਇਵੇਂ ਬੇਟੀ ਦੇ ਲਈ ਆ, ਹੈ ਨਾ। ਫਿਰ ਜਿਵੇਂ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ, ਕੋਈ ਆਪਾਂ ਮੈਡੀਸਿਨ ਲੈਣ ਜਾ ਰਹੇ ਹਾਂ, ਤੇਰੇ ਲਈ ਕੀ ਲਿਆਉਣਾ, ਤੇਰਾ ਕਿਹੜਾ ਆਇਆ ਹੋਇਆ, ਤੇਰਾ ਕਿਹੜਾ ਨਹੀਂ ਆਇਆ, ਹਰ ਸਟੈਪ ਦੇ ਵਿੱਚ ਇਹਨਾਂ ਨੇ ਸਾਡੇ ਕਰਨਾ। ਈਵਨ ਮੇਰੇ ਪੇਰੈਂਟਸ ਵੱਲ ਵੀ ਜਦੋਂ ਵੀ ਕਦੇ ਕਿਸੇ ਸਟੈਪ 'ਤੇ ਉਹਨਾਂ ਨੂੰ ਇਹਨਾਂ ਦੀ ਸਪੋਰਟ ਦੀ ਜ਼ਰੂਰਤ ਪਈ ਆ, ਇਹ ਜੇ ਅੱਜ ਉਹ ਇੱਥੇ ਹੋਣ ਤਾਂ ਸਿਰਫ ਉਹੀ ਦੱਸ ਸਕਦੇ ਆ ਵੀ ਹਾਂ ਇਹਨਾਂ ਨੇ ਕਿੰਨਾ ਉਹਨਾਂ ਨੂੰ ਹਰ ਉਸ ਸਟੈਪ 'ਤੇ, ਚਾਹੇ ਉਹ ਕਿਸੇ ਟਾਈਮ ਮੇਰੇ ਫਾਦਰ ਐਕਸਪਾਇਰ ਹੋਏ ਉਹ ਸਟੈਪ ਸੀ, ਚਾਹੇ ਉਹਨਾਂ ਨੂੰ ਕਿਸੇ ਹੋਰ ਮੈਂਟਲ ਸਪੋਰਟ ਦੀ ਜ਼ਰੂਰਤ ਹੋਈ, ਜਾਂ ਆਪਾਂ ਇੱਕ ਜਿਵੇਂ ਕਹਿ ਲਓ ਦੁਨੀਆ 'ਚ ਵਿਚਰਦੇ ਹਾਂ, ਕਈ ਵਾਰ ਆਪਾਂ ਨੂੰ ਹੋਰ ਚੀਜ਼ਾਂ ਦੀ ਵੀ ਸਪੋਰਟ ਪੈਂਦੀ। ਆਪਾਂ ਕਈ ਵਾਰ ਕੋਈ ਕੰਮ ਕਿਸੇ ਤੋਂ ਕਰਵਾਉਣਾ ਹੈ ਕਿਉਂਕਿ ਸਰਕਲ ਵਾਈਡ ਬਣਿਆ ਹੋਇਆ, ਹਰ ਇੱਕ ਬੰਦੇ ਦਾ ਉਨਾ ਵਾਈਡ ਨਹੀਂ ਹੁੰਦਾ, ਠੀਕ ਹੈ। ਆਮ ਤੌਰ 'ਤੇ ਆਪਾਂ ਕਹਿ ਦਿੰਦੇ ਲੈ ਤੇਰੇ ਅਸੀਂ ਉਹਦਾ ਮੈਂ ਠੇਕਾ ਚੱਕਿਆ ਹੋਇਆ, ਬਟ ਨਹੀਂ, ਕਈ ਵਾਰ ਆਪ ਇਹ ਕਹਿ ਕੇ ਵੀ ਤੁਹਾਡਾ ਆਹ ਚੀਜ਼ ਇੰਝ ਹੈਗਾ, ਉਹਨਾਂ ਨੂੰ ਪੁੱਛੋ ਆਪਾਂ ਇੰਝ ਕਰਾ ਦਈਏ, ਠੀਕ ਹੈ ਨਾ। ਉਹ ਇਹ ਫਿਰ ਐ ਨਹੀਂ ਹੁੰਦਾ ਜਿਵੇਂ ਆਪਾਂ ਲਾਈਫ ਪਾਰਟਨਰ ਦੇ, ਜਿਵੇਂ ਹੁਣ ਅੱਜ ਜੇ ਇੰਝ ਕਰ ਰਹੇ ਆ, ਜਿਵੇਂ ਆਪਾਂ ਕਹਿ ਰਹੇ ਸੀ ਨੂੰਹ ਸੱਸ ਦਾ, ਕੱਲ੍ਹ ਨੂੰ ਜੇ ਆਪਣੇ ਪੇਰੈਂਟਸ ਜਾਂ ਇੱਧਰ ਲਈ ਇੰਝ ਕਰਨਗੇ ਤਾਂ ਮੈਂ ਕਿਵੇਂ ਕਹਿ ਸਕੂੰਗੀ। ਮੋਸਟਲੀ ਤਾਂ ਇਸ਼ੂਜ਼ ਇੰਝ ਹੀ ਉੱਠਦੇ ਨੇ ਨਾ, ਹੈ ਨਾ। ਕਈ ਲੇਡੀਜ਼ ਵੀ ਇੰਝ ਹੀ ਕਰਦੀਆਂ ਨੇ। ਇਨ ਲॉज ਲਈ ਤਾਂ ਬਿਲਕੁਲ ਹੀ ਆਪਾਂ ਅਨਪ੍ਰੈਫਰੇਬਲ, ਉੱਦਾਂ ਤਾਂ ਕੁਝ ਹੋਵੇ ਹੀ ਨਾ ਕੋਈ ਚੱਕੇ ਹੀ ਨਾ ਤੁਹਾਡੇ ਵੱਲ, ਹੈ ਨਾ। ਆਪਾਂ ਨੂੰ ਉਹਨਾਂ ਨੂੰ ਕੁਝ ਵੀ ਉਹਨਾਂ ਦੀ ਨਾ ਹੈਲਪ ਕੋਈ ਨਾ ਕਰਨੀ ਪਵੇ, ਪਰ ਜਿਹੜੇ ਤੁਹਾਡੇ ਪੇਰੈਂਟਸ ਨੇ ਉਹਨਾਂ ਦੀ ਪੂਰੀ ਹੈਲਪ ਹੋਵੇ, ਠੀਕ ਹੈ। ਇੱਕ ਬਲੱਡ ਰਿਲੇਸ਼ਨ ਤਾਂ ਹੁੰਦਾ, ਪਰ ਕਈ ਰਾਈਟਸ ਇੱਥੋਂ ਦੇ ਆ, ਕਈ ਰਾਈਟਸ ਉੱਥੋਂ ਦੇ ਨੇ। ਇਵੇਂ ਹੀ ਜੇ ਮੇਰੇ ਦੋ ਜਗ੍ਹਾ 'ਤੇ ਰਾਈਟਸ ਨੇ ਤਾਂ ਜਿਹੜਾ ਇੱਕ ਹਸਬੈਂਡ ਆਪਣੇ ਦੋ ਜਗ੍ਹਾ 'ਤੇ ਰਾਈਟਸ ਸਮਝ ਲੂਗਾ, ਮੈਨੂੰ ਲੱਗਦਾ ਉੱਥੇ ਜਾ ਕੇ ਕੋਈ ਇਸ਼ੂਜ਼ ਨਹੀਂ। ਬਿਲਕੁਲ। ਸਾਡੇ ਇੱਕ ਵਿਊਅਰਸ ਉਹਨਾਂ ਨੇ ਕਮੈਂਟ ਕੀਤਾ ਸੀ ਇੱਕ ਦਿਨ, ਉਹ ਕਹਿੰਦੇ ਵੀ ਮੇਰੇ ਦੋਸਤ ਦੀ ਘਰ ਵਾਲੀ ਆ, ਦੋਸਤ ਹਮੇਸ਼ਾ ਇਸ ਚੀਜ਼ ਦੀ ਕੰਪਲੇਨ ਕਰਦਾ ਵੀ ਜਦੋਂ ਤਾਂ ਉਹਦੇ ਪੇਕਿਆਂ ਨੇ ਆਉਣਾ ਹੁੰਦਾ ਤਾਂ ਉਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਸਾਰਾ ਕੁਝ ਸੰਭਾਲਦੀ ਹੈ, ਬੜਾ ਵਧੀਆ ਖਾਣਾ ਬਣਾਉਂਦੀ ਹੈ, ਅਤੇ ਜਦੋਂ ਫਿਰ ਮੇਰੇ ਪਰਿਵਾਰ 'ਚੋਂ ਕਿਸੇ ਨੇ ਆਉਣਾ ਹੁੰਦਾ ਤਾਂ ਉਹਦਾ ਜਿਹੜਾ ਰਿਐਕਸ਼ਨ ਹੁੰਦਾ ਨਾ, ਤਾਂ ਮੈਂ ਉਦੋਂ ਫੇਸ ਨਹੀਂ ਕਰ ਪਾ ਰਿਹਾ ਹੁੰਦਾ, ਮੈਨੂੰ ਹੁੰਦਾ ਵੀ ਮੇਰੇ ਰਿਸ਼ਤੇਦਾਰ ਕਿਉਂ ਆਏ। ਤਾਂ ਇਹ ਤੁਹਾਡੀ ਚੀਜ਼ ਬਹੁਤ ਸੋਹਣੀ ਹੈ ਵੀ ਜੇ ਅਸੀਂ ਦੋ ਜਗ੍ਹਾ 'ਤੇ ਆਪਣਾ ਕਰੈਕਟਰ ਪਲੇ ਕਰ ਰਹੇ ਹਾਂ ਅਤੇ ਜੇ ਹਸਬੈਂਡ ਕਰ ਰਿਹਾ, ਸਾਨੂੰ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ, ਹੈ ਨਾ। ਜਿਵੇਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਦਰ ਨੇ ਉਹਨਾਂ ਨੂੰ ਇਕੱਲੇ ਪਾਲਿਆ, ਤਾਂ ਇਹ ਇੱਕ ਬਹੁਤ ਨੈਚੁਰਲ ਚੀਜ਼ ਹੈ ਕਿ ਜਿਹੜੇ ਬੱਚੇ ਨੇ ਆਪਣੀ ਮਦਰ ਨਾਲ ਇੰਨਾ ਵਕਤ ਵੇਖਿਆ ਹੈ, ਜਦੋਂ ਮਦਰ ਸਾਰਾ ਕੁਛ ਬੱਚਿਆਂ ਲਈ ਕਰ ਰਹੀ ਆ, ਤਾਂ ਅਟੈਚਮੈਂਟ ਹੋਣੀ ਸੁਭਾਵਿਕ ਚੀਜ਼ ਆ, ਹੈ ਨਾ। ਅਤੇ ਉਹਨੂੰ ਤੁਸੀਂ ਇਸ ਰੂਪ 'ਚ ਵੀ ਦੇਖ ਸਕਦੇ ਹੋ ਕਿ ਜਦੋਂ ਕੱਲ੍ਹ ਮੇਰਾ ਬੱਚਾ ਮੇਰੇ ਲਈ ਕਰੇਗਾ ਤਾਂ ਮੈਨੂੰ ਕਿੰਨੀ ਖੁਸ਼ੀ ਹੋਏਗੀ, ਹੈ ਨਾ। ਬਜਾਏ ਇਹ ਦੇਖਣ ਦੇ ਵੀ ਇਹ ਸਾਰਾ ਦਿਨ ਕੁੜੀਆਂ ਕਹਿ ਦਿੰਦੀਆਂ ਨੇ ਮਾਂ ਦੇ ਪੱਲੇ ਨਾਲ ਹੀ ਬੰਨਿਆ ਰਹਿੰਦਾ, ਹੈ ਨਾ। ਤਾਂ ਉਹ ਚੀਜ਼ ਮੈਨੂੰ ਸੋਹਣੀ ਲੱਗੀ ਤੁਹਾਡੀ ਇਹ ਗੱਲ ਵੀ ਇੱਦਾਂ ਵੀ ਲਾਈਫ ਨੂੰ ਬੈਲੈਂਸ ਕੀਤਾ ਜਾ ਸਕਦਾ। ਨਹੀਂ, ਕਈ ਵਾਰ ਆਉਂਦੀ ਹੈ ਤੁਹਾਡੇ ਮਨ 'ਚ ਇਹ ਫੀਲਿੰਗ ਆ ਜਾਂਦੀ ਹੈ ਬੰਦੇ ਦੇ ਵੀ ਕਦੇ ਆਪਾਂ ਇੱਕ ਵਾਰ ਨੈਗੇਟਿਵਿਟੀ, ਉਹੀ ਗੱਲ ਹੈ ਵੀ ਜਦੋਂ ਤੁਹਾਡੇ ਨੈਗੇਟਿਵਿਟੀ ਆਉਣ ਲੱਗੇ, ਜੇ ਥੋੜ੍ਹੀ ਜਿਹੀ ਨਾਲ ਤੁਸੀਂ ਪੋਜ਼ੀਟਿਵਿਟੀ ਲੈ ਆਓ ਨਾ, ਉਹ ਚੀਜ਼ ਉੱਥੇ ਖਤਮ ਹੋ ਜਾਂਦੀ ਹੈ। ਭਾਜੀ ਮੇਰੇ ਇੱਕ ਕਜ਼ਨ ਨੇ USA ਰਹਿੰਦੇ ਨੇ, ਤਾਂ ਉਹਨਾਂ ਨਾਲ ਇੱਕ ਵਾਰੀ ਅਸੀਂ ਬੱਚਿਆਂ ਬਾਰੇ ਗੱਲਾਂ ਕਰਨ ਲੱਗ ਗਏ। ਉਹ ਕਹਿੰਦੇ ਵੀ ਬੱਚੇ ਨਾ ਜਿੰਨਾ ਚਿਰ ਛੋਟੇ ਹੁੰਦੇ ਨੇ ਉਨਾ ਚਿਰ ਵਧੀਆ ਹੁੰਦਾ, ਕਹਿੰਦੇ ਜਦੋਂ ਵੱਡੇ ਹੋ ਜਾਂਦੇ ਆ ਨਾ ਤਾਂ ਮੀਆਂ ਬੀਵੀ ਬੱਚਿਆਂ ਪਿੱਛੇ ਹੀ ਲੜਦੇ ਰਹਿੰਦੇ ਆ। ਤਾਂ ਜਦੋਂ ਮੈਂ ਉਹਨਾਂ ਨੂੰ ਕਾਰਨ ਪੁੱਛਿਆ, ਉਹ ਕਹਿੰਦੇ ਵੀ ਬਹੁਤ ਸਾਰੇ ਮਸਲੇ ਇਹੋ ਜਿਹੇ ਹੁੰਦੇ ਆ, ਮਾਂ ਕਹਿੰਦੀ ਆ ਵੀ ਇਮੋਸ਼ਨਲੀ ਹੈਂਡਲ ਕਰੋ ਅਤੇ ਪਿਓ ਕਹਿੰਦਾ ਹੁੰਦਾ ਵੀ ਨਹੀਂ ਸਿਰਫ ਗੁੱਸੇ ਨਾਲ ਸਿੱਧਾ ਹੋ ਸਕਦਾ ਕੰਮ। ਤਾਂ ਕਦੀ ਇੱਦਾਂ ਦੀ ਸਿਚੁਏਸ਼ਨਸ ਆਉਂਦੀਆਂ ਨੇ? ਨਹੀਂ, ਇੱਦਾਂ ਦੀ ਸਿਚੁਏਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਆਉਂਦੀਆਂ।
ਪਰ ਉਹ ਗੱਲ ਇਹਨਾਂ ਵਾਲੀ ਉੱਥੇ ਹੀ ਆ ਗਈ ਵੀ ਫਿਰ ਉਹ ਪੋਜ਼ਿਟਿਵਿਟੀ ਨੂੰ ਨੈਗੇਟਿਵਿਟੀ 'ਤੇ ਹਾਵੀ ਰੱਖੀਦਾ। ਜੇ ਤਾਂ ਨੈਗੇਟਿਵਿਟੀ ਉੱਤੇ ਹੋ ਗਈ ਫਿਰ ਤਾਂ ਸਮਝ ਲਓ ਵੀ ਦੋਵਾਂ 'ਚੋਂ ਵੀ ਮੰਨ ਲਓ ਮੇਰੀ ਚੱਲ ਗਈ ਵੀ ਨਹੀਂ ਇਸ ਤਰੀਕੇ ਨਾਲ ਉਹ ਕਰਨਾ। ਪਰ ਜਦੋਂ ਤੁਹਾਡੀਆਂ ਉਹੀ ਜਿਹੜੀ ਮੈਂ ਤੁਹਾਨੂੰ ਸੰਵਾਦ ਦੀ ਗੱਲ ਕਹੀ ਆ, ਜਦੋਂ ਆਪਸ 'ਚ ਫਿਰ ਸੰਵਾਦ ਹੁੰਦਾ ਤੁਹਾਡਾ, ਬੰਦਾ ਉਦੋਂ ਮੈਨੂੰ ਹੋ ਸਕਦਾ ਲੱਗਦਾ ਹੋਵੇ ਵੀ ਮੈਂ ਆਉਂਦੀ ਹੋਵੇ, ਵੈਸੇ ਮੈਂ ਆਉਣ ਨਹੀਂ ਦਿੰਦਾ ਹੁੰਦਾ, ਬਟ ਬੰਦਾ ਫਿਰ ਜਸਟ 2-3 ਮਿੰਟ ਬਾਅਦ ਸੋਚਦਾ ਵੀ ਨਹੀਂ ਇਹ ਗੱਲ ਠੀਕ ਹੋ ਸਕਦੀ ਹੈ। ਫਿਰ ਉਹ ਡਿਸਕਸ ਸ਼ੁਰੂ ਕਰ ਲੈਂਦਾ ਆਪਣੇ ਪਾਰਟਨਰ ਨਾਲ ਗੱਲ। ਫਿਰ ਉਹਦੇ 'ਚੋਂ ਜਿਹੜਾ ਰਿਜ਼ਲਟ ਨਿਕਲਦਾ ਉਹ ਬਹੁਤ ਹੀ ਵਧੀਆ ਹੁੰਦਾ, ਅਤੇ ਉਹ ਕਹਿ ਲਓ ਉਹ ਬੱਚਿਆਂ ਦੇ ਹਿੱਤਾਂ 'ਚ ਹੁੰਦਾ ਅਤੇ ਮਾਪਿਆਂ ਦੇ ਹਿੱਤਾਂ 'ਚ ਤਾਂ ਹੁੰਦਾ ਹੀ ਹੈ ਜੀ। ਇੱਥੇ ਮੈਂ ਨਾਲ ਇੱਕ ਹੋਰ ਚੀਜ਼ ਜੋੜ ਦਿੰਦੀ ਹਾਂ ਤੁਹਾਨੂੰ। ਆਮ ਤੌਰ 'ਤੇ ਜਿਹੜੇ ਬੱਚੇ ਨੇ ਨਾ, ਦੇਖੋ ਫੈਮਲੀਜ਼ ਦੇ ਵਿੱਚ ਸਿਰਫ ਇੱਕ ਹਸਬੈਂਡ ਵਾਈਫ ਦੀ ਜਾਂ ਇੰਝ ਪ੍ਰੋਬਲਮ ਨਹੀਂ ਹੁੰਦੀ, ਬੱਚਿਆਂ ਦੇ ਨਾਲ ਵੀ ਬਹੁਤ ਆਪਾਂ ਨੂੰ ਪਤਾ ਲਾਈਫ ਦੇ ਵਿੱਚ ਸਿਸਟਮ ਚੱਲਦਾ। ਜਿਹੜੇ ਹਰ ਇੱਕ ਬੰਦਾ ਨਾ ਤੁਹਾਡੀ ਇੱਕ ਸਾਈਕੋਲੋਜੀ ਜਾਂ ਤੁਹਾਡੇ ਸਿਸਟਮ ਨੂੰ ਰੀਡ ਕਰ ਲੈਂਦਾ, ਜਿਹਨੇ ਵੀ ਕੋਈ ਕਰਨਾ। ਜਿਹੜੇ ਫੈਮਲੀਜ਼ ਦੇ ਵਿੱਚ ਬੱਚੇ ਜਿਵੇਂ ਹੁੰਦੇ ਆ, ਉਹ ਇੱਕ ਹਸਬੈਂਡ ਵਾਈਫ ਦੀ ਜਿਹੜੀ ਪਾਰਟਨਰਸ਼ਿਪ ਆ ਜਾਂ ਜਿਵੇਂ ਉਹ ਕੰਮ ਕਰਦੇ ਆ, ਜਿਵੇਂ ਉਹ ਘਰ 'ਚ ਰਹਿੰਦੇ, ਉਹਨੂੰ ਉਹ ਰੀਡ ਕਰਦੇ ਆ ਅਤੇ ਵਾਚ ਕਰਦੇ ਆ, ਹੈ ਨਾ, ਉਹਦੇ ਅਕੋਰਡਿੰਗਲੀ ਉਹ ਐਕਟ ਕਰਦੇ ਆ। ਮੈਂ ਬੀਇੰਗ ਟੀਚਰ ਕਹਿ ਲਓ ਜਾਂ ਬੀਇੰਗ ਪ੍ਰਿੰਸੀਪਲ ਕਈ ਐਸੀ ਜਗ੍ਹਾ 'ਤੇ ਨੋਟਿਸ ਕਰਦੀ ਹਾਂ। ਕਈ ਵਾਰ ਸਾਡੇ ਕੋਲ ਕੰਪਲੇਂਟਸ ਆ ਜਾਂਦੀਆਂ ਨੇ ਕਿ ਵੀ ਬੱਚਾ ਸਾਡੇ ਲਈ ਮਿਸਚੀਵੀਅਸ ਹੋ ਗਿਆ ਜਾਂ ਬੱਚੇ ਨੇ ਆਹ ਪ੍ਰੋਬਲਮ ਕਰਤੀ ਜਾਂ ਇੰਝ ਕਰ ਦਿੱਤਾ, ਤਾਂ ਉਹਦੇ 'ਚ ਕਈ ਵਾਰ ਉਹ ਕਹਿ ਦਿੰਦੇ ਸਾਡਾ ਮਦਰ ਦੀ ਆਹ ਪ੍ਰੋਬਲਮ ਹੈ ਜੀ, ਸਾਡੇ ਇਹ ਫਾਦਰ ਦੀ ਪ੍ਰੋਬਲਮ ਆ। ਤਾਂ ਐਂਡ 'ਚ ਜਦੋਂ ਮੈਂ ਜਾ ਕੇ ਕਨਕਲੂਜਨ ਕੱਢਦੀ ਹਾਂ ਉਸ ਚੀਜ਼ ਦਾ, ਤਾਂ ਉਹ ਇਹ ਨਿਕਲਦਾ ਕਿ ਜਦੋਂ ਹਸਬੈਂਡ ਵਾਈਫ ਦੀ ਆਪਸ ਦੇ ਵਿੱਚ ਟੈਲਿੰਗ ਨਹੀਂ ਨਾ ਹੁੰਦੀ ਵੀ ਜਿਵੇਂ ਉਹ ਆਪਸ 'ਚ ਵਧੀਆ ਨਹੀਂ ਉਹਨਾਂ ਦਾ ਰਿਸ਼ਤਾ ਹੁੰਦਾ ਜਾਂ ਆ, ਉਸ ਚੀਜ਼ ਦਾ ਮਿਸਯੂਜ਼ ਬੱਚੇ ਵੀ ਨਾਲ ਕਈ ਵਾਰ ਕਰ ਲੈਂਦੇ ਆ, ਉਹਦੇ 'ਚੋਂ ਇਹ ਕਰ ਲੈਂਦੇ ਆ। ਹੁਣ ਜਿਵੇਂ ਸਾਡੇ ਬੱਚੇ ਨੇ, ਉਹਨਾਂ ਨੇ ਤਾਂ ਕਈ ਵਾਰ ਸਾਨੂੰ ਇਹ ਕਹਿ ਦਿੰਦੇ, ਜਿਵੇਂ ਅਸੀਂ ਕਈ ਵਾਰ ਕੋਈ ਗੱਲ ਹੋਵੇ ਵੀ ਸਾਨੂੰ ਪਤਾ ਨਾ ਲੱਗੇ ਵੀ ਹੁਣ ਇਹਨੂੰ ਕੀ ਕਹਿਣਾ, ਸੀ ਕਹਿੰਦੇ ਅੱਛਾ ਪਾਪਾ ਤੋਂ ਪੁੱਛ ਲਓ, ਜਾਂ ਉਹ ਕਈ ਵਾਰ ਕਹਿਣਗੇ ਮੰਮੀ ਕੀ ਕਹਿੰਦੇ ਆ, ਉਹ ਕਹਿੰਦੇ ਵੀ ਜੋ ਮਰਜ਼ੀ ਆਪਸ 'ਚ ਦੂਰ ਵੈਸੇ ਸਾਨੂੰ ਪਤਾ ਵੀ ਐਂਡ 'ਚ ਤੁਹਾਡੀ ਗੱਲ ਤਾਂ ਇੱਕੋ ਹੀ ਹੋ ਜਾਣੀ ਹੈ ਉੱਥੇ, ਹੈ ਨਾ, ਵੀ ਗੱਲ ਉੱਥੇ ਜਾ ਕੇ ਦੇਖੋ ਇਸ ਚੀਜ਼ ਦਾ ਬੱਚਿਆਂ 'ਤੇ ਵੀ ਪੋਜ਼ੀਟਿਵ ਇਫੈਕਟ ਤਾਂ ਹੈਗਾ ਹੀ ਹੈ ਨਾ। ਬੱਚੇ ਉਸ ਚੀਜ਼ ਨੂੰ ਸਟੱਡੀ ਕਰ ਰਹੇ ਆ, ਕਿਉਂਕਿ ਜਦੋਂ ਆਪਸ 'ਚ ਜਿਵੇਂ ਮੈਂ ਵਾਲੀ ਇਹ ਗੱਲ ਕਰ ਰਹੇ ਵੀ ਮੇਲ ਮੈਂਬਰ ਜੈਂਟਸ ਕਹਿ ਦੇਣ ਵੀ ਮੈਂ ਹੀ ਆਪਣੀ ਚਲਾਉਣੀ ਹੈ, ਤਾਂ ਬੱਚਾ ਤਾਂ ਹਮੇਸ਼ਾ ਐਕਸਪਲੋਇਟ ਕਰਦਾ ਸੀ, ਜਾਂ ਕੋਈ ਬਾਹਰ ਦਾ ਬੰਦਾ ਵੀ ਐਕਸਪਲੋਇਟ ਕਰਦਾ ਉਸ ਚੀਜ਼ ਨੂੰ, ਹੈ ਨਾ। ਤਾਂ ਉਹ ਬੱਚਿਆਂ ਨੂੰ ਵੀ ਸਭ ਪਤਾ ਲੱਗ ਜਾਂਦਾ ਵੀ ਤੁਸੀਂ ਕਿਵੇਂ ਆਪਣੇ ਉਸ ਸਿਸਟਮ ਨੂੰ ਚਲਾਉਂਦੇ ਆ। ਉਹ ਜੇ ਆਪਣੀ ਰਜ਼ਾਮੰਦੀ, ਗੱਲ ਤਾਂ ਫਿਰ ਉੱਥੇ ਜਾ ਕੇ ਜੁੜ ਗਈ ਵੀ ਜੇ ਤੁਹਾਡੇ ਰਿਸ਼ਤੇ ਆਪਸ ਦੇ ਵਿੱਚ ਬਹੁਤ ਸੁਖਾਵੇਂ ਨੇ ਜਾਂ ਇੰਝ, ਉਸ ਚੀਜ਼ ਦਾ ਇਫੈਕਟ ਤਾਂ ਹਰ ਇੱਕ ਚੀਜ਼ 'ਤੇ। ਬਿਲਕੁਲ, ਜਿਵੇਂ ਦੀ ਖੁਸ਼ਬੂ ਹੀ ਤੁਸੀਂ ਘਰ 'ਚੋਂ ਉਠਾਉਂਦੇ ਹੋ, ਮੈਨੂੰ ਲੱਗਦਾ ਬਾਹਰ ਉਹੀ ਜਾਣੀ ਆ, ਹੈ ਨਾ, ਚਾਹੇ ਉਹ ਸੜੇ ਦੀ ਆ ਚਾਹੇ ਉਹ ਸੋਹਣੇਪਣ ਦੀ ਆ, ਉਹ ਉੱਦਾਂ ਹੀ ਫੈਲੇਗੀ। ਪਰ ਜੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਇਹਨਾਂ ਨਾਲ ਹੁਣ ਤੱਕ ਦੇ ਸਫ਼ਰ 'ਚ ਸਭ ਤੋਂ ਯਾਦਗਾਰ ਕੀ ਸੀਗਾ ਜਿਹੜਾ ਤੁਸੀਂ ਇਹਨਾਂ ਲਈ ਕਹਿਣਾ ਚਾਹੋ, ਜਾਂ ਫਿਰ ਸਭ ਤੋਂ ਦਿਨ ਤਾਂ ਸਾਰੇ ਸੋਹਣੇ ਹੁੰਦੇ ਆ ਜਦੋਂ ਅਸੀਂ ਇੱਕ ਸਫ਼ਰ 'ਚ ਹੁੰਦੇ ਹਾਂ ਨਾ, ਤਾਂ ਸਭ ਤੋਂ ਯਾਦਗਾਰ ਤੁਹਾਡਾ ਦੋਨਾਂ ਦਾ ਕੀ ਰਿਹਾ ਆਪਸ ਵਿੱਚ? ਦੇਖੋ ਬਹੁਤ ਗੱਲਾਂ ਨੇ। ਮੈਂ ਤੁਹਾਨੂੰ ਦੱਸਦਾ ਭੈਣ ਜੀ ਕਿ ਜਿਹੜੀ ਪਿਛਲੀ ਸਰਕਾਰ ਸੀ ਉਹਦੇ 'ਚ ਮੈਂ OSD ਸੀ, ਮੈਨੂੰ ਚੰਡੀਗੜ੍ਹ ਮੇਰੀ ਡਿਊਟੀ ਸੀ। ਹੁਣ ਸਾਡੇ ਬੱਚੇ ਵੀ ਵੱਡੇ ਹੋ ਗਏ, ਇਹ ਗੱਲ ਆ ਕਹਿ ਲਓ ਅੱਜ ਤੋਂ 4-5 ਸਾਲ ਪਹਿਲਾਂ ਦੀ, ਉਦੋਂ ਵੀ ਫਿਰ 5 ਸਾਲ ਪਹਿਲਾਂ ਤੋਂ ਸ਼ੁਰੂ ਹੋਈ ਸੀ, ਬੱਚੇ ਛੋਟੇ ਸੀ, ਔਰ ਮੈਨੂੰ ਕਈ ਵਾਰ 10-10 ਦਿਨ ਚੰਡੀਗੜ੍ਹ ਰਹਿਣਾ ਪੈਂਦਾ ਸੀ। ਔਰ ਇਹ ਇੱਥੋਂ ਫੋਨ 'ਤੇ ਜਿਹੜੀ ਗੱਲ ਕਹਿ ਦਿੰਦੇ ਸੀ ਨਾ ਵੀ ਪਰਵਾਹ ਨਾ ਕਰੋ, ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਸੀ ਵੀ ਕੋਈ ਗੱਲ ਨਹੀਂ। ਔਰ ਔਖੇ ਹੋਏ ਦੇਖੋ ਸਾਰਾ ਕੰਮ ਟੈਕਲ ਕਰਨਾ, ਉਦੋਂ ਬੱਚੇ ਸਕੂਲ 'ਚ ਸੀਗੇ, ਬੱਚਿਆਂ ਦੀ ਕੋਈ ਪੇਰੈਂਟ ਟੀਚਰ ਮੀਟਿੰਗ, ਬੱਚਿਆਂ ਦੀਆਂ ਫੀਸ, ਬੱਚਿਆਂ ਦੇ ਹੋਰ ਸਿਸਟਮ ਨੂੰ ਕਰਨਾ। ਮੈਂ ਜਾਣੀ ਉਹ ਇੰਨਾ ਕੁ ਉੱਥੇ ਫ੍ਰੀ ਹੁੰਦਾ ਸੀ ਮੈਂਟਲੀ ਕਿ ਮੈਨੂੰ ਪਤਾ ਸੀ ਕਿ ਇਹਨਾਂ ਨੇ ਉੱਥੇ ਸਾਰਾ ਕੁਝ ਕਰ ਲੈਣਾ, ਔਰ ਉਹ ਵਧੀਆ ਤਰੀਕੇ ਨਾਲ ਹੋਇਆ। ਉਹ ਜਾਣੀ ਜਿਹੜੀ ਉਹੀ ਜਿਹੀਆਂ ਗੱਲਾਂ ਨੇ, ਮਤਲਬ ਸਿਚੁਏਸ਼ਨ ਨੂੰ ਹੈਂਡਲ ਕਰਨਾ ਜਾਂ ਮਤਲਬ ਔਖੀ ਸਿਚੁਏਸ਼ਨ ਨੂੰ ਸੌਖਾ ਕਰਨਾ, ਕਿਸੇ ਔਖਿਆਈ ਨੂੰ ਸੁਖਿਆਈ 'ਚ ਬਦਲਣਾ, ਉਹ ਇਹਨਾਂ ਦਾ ਸੁਭਾਅ ਹੈਗਾ। ਸੋ ਉਸ ਚੀਜ਼ ਦਾ ਮੈਂ ਹਮੇਸ਼ਾ ਐਡਵਾਂਟੇਜ ਚੱਕੀ ਆ ਜੀ। ਮੈਂ ਰਿਲੈਕਸ ਰਿਹਾ, ਮਤਲਬ ਇਹ ਜਿਵੇਂ ਕਹਿ ਲਓ ਵੀ ਮੈਂ ਤਾਂ ਕਹਿੰਦਾ ਕਿ ਮੈਂਟਲ ਪ੍ਰੈਸ਼ਰ ਲੈਂਦੇ ਆ, ਸੋ ਇਹ ਮੈਂਟਲ ਪ੍ਰੈਸ਼ਰ ਲੈ ਕੇ ਉਹ ਸਾਡੇ ਸਾਰਿਆਂ ਦਾ ਹੀ ਬੇੜਾ ਤਾਰ ਦਿੰਦੇ ਆ ਜੀ। ਕਈ ਹਾਲਾਤਾਂ 'ਚ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਆ। ਇਹ ਆਲਵੇਜ਼ ਮੈਂ ਇਹ ਚੀਜ਼ ਨੂੰ ਨਾ ਇਹਨਾਂ ਦੀ ਨੂੰ ਐਪਰੀਸ਼ੀਏਟ ਕਰਦਾ ਕਿ ਇਹ ਚੀਜ਼ ਬਹੁਤ ਵਧੀਆ। ਔਰ ਇਹ ਮੈਨੂੰ ਲੱਗਦਾ ਅਮੂਮਨ ਨਾਰਮਲੀ ਇਹ ਔਰਤਾਂ 'ਚ ਹੁੰਦੀ ਆ, ਔਰਤਾਂ ਕਰਦੀਆਂ ਨੇ, ਕੋਈ ਘੱਟ ਕਰਦੀ ਆ ਕੋਈ ਵੱਧ ਕਰਦੀ ਆ, ਬਟ ਇਹਦੇ ਨਾਲ ਇਹ ਇੱਕ ਬਹੁਤ ਵੱਡੀ ਮਰਦਾਂ ਲਈ ਐਡਵਾਂਟੇਜ ਆ ਕਿ ਔਰਤ ਜਦੋਂ ਆਪਣੇ ਉੱਤੇ ਭਾਰ ਚੱਕਦੀ ਆ ਨਾ ਸਾਰਾ, ਤਾਂ ਉਹ ਸਾਨੂੰ, ਅਸੀਂ ਜੇ ਕਿਤੇ ਬਾਹਰ ਵਿਚਰਨਾ ਹੁੰਦਾ, ਸਾਨੂੰ ਸੁਖਾਲਿਆਂ ਕਰਦੀ ਆ। ਉਹ ਚੀਜ਼ ਮੈਂ ਸਮਝਦਾ ਕਿ
ਮੇਰੇ ਲਈ ਇੱਕ ਯਾਦਗਾਰੀ ਤੋਹਫਾ ਜੀ। ਸੋ ਵਿਆਹ ਮੈਂ ਤਾਂ ਇਹੀ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦਾ, ਤੁਸੀਂ ਅਖਬਾਰਾਂ 'ਚ ਅਜੀਤ ਪੜ੍ਹ ਲਓ। ਅਜੀਤ 'ਚ ਲਿਖਿਆ ਹੋਊਗਾ ਰਿਸ਼ਤਿਆਂ ਵਾਲੇ ਦਿਨ ਕਿ ਜੱਟ ਸਿੱਖ ਲੜਕਾ ਸੋ ਐਂਡ ਸੋ ਕੈਨੇਡਾ ਦਾ ਸਿਟੀਜ਼ਨ, ਸਿਰਫ ਉਹੀ ਸੰਪਰਕ ਕਰਨ ਜਿਹੜਾ ਉਹਦੇ ਇੰਡੀਆ ਦੇ ਮਾਮੇ ਦੇ ਮੁੰਡੇ ਨਾਲ ਰਿਸ਼ਤਾ। ਮਤਲਬ ਸਾਡੇ ਰਿਸ਼ਤਿਆਂ ਦੀ ਜਿਹੜੀ ਸਾਡੇ ਰਿਸ਼ਤਿਆਂ 'ਚ ਇਹ ਮੈਟੀਰੀਅਲਿਸਟਿਕ ਚੀਜ਼ਾਂ ਆ ਗਈਆਂ ਨਾ, ਇਹਨਾਂ ਨੇ ਸਾਨੂੰ ਗਰਕ ਕੀਤਾ। ਅਸੀਂ ਦੇਖਦੇ ਨਹੀਂ ਕਿ ਕਿੱਥੇ ਕਿਹੜਾ ਮੈਚ ਯੋਗ ਆ। ਜਦੋਂ ਅਸੀਂ ਯੋਗਤਾ ਨਹੀਂ ਨਾ ਬਣਾਉਂਦੇ ਇੱਕ ਦੂਜੇ ਨਾਲ, ਉੱਥੇ ਸਾਡੇ ਜਿਹੜੇ ਰਿਸ਼ਤੇ ਨੇ ਉਹ ਸਾਹ ਤੋੜਦੇ ਨੇ। ਇਹ ਰਿਸ਼ਤਾ ਕਿਉਂਕਿ ਬਹੁਤ ਨਾਜ਼ੁਕ ਆ। ਜੇ ਤੁਸੀਂ ਐਵੇਂ ਦੇ ਰਿਸ਼ਤੇ ਬਣਾਈ ਗਏ ਵੀ ਜੇ ਅਸੀਂ ਇੰਗਲੈਂਡ ਕੁੜੀ ਭੇਜਣੀ ਆ ਜਾਂ ਮੁੰਡਾ ਭੇਜਣਾ, ਜਾਂ ਉਹ ਚੀਜ਼ਾਂ ਤੁਸੀਂ ਨਹੀਂ ਦੇਖਦੇ, ਜਾਂ ਤੁਸੀਂ ਆਪਣੇ ਬੱਚਿਆਂ ਦੀ ਉਸ ਹਿਸਾਬ ਨਾਲ ਉਹਨਾਂ ਦੀ ਮੈਂਟੈਲਿਟੀ ਰੀਡ ਨਹੀਂ ਕਰਦੇ, ਤਾਂ ਨੈਚੁਰਲੀ ਗਾਂਹ ਜਾ ਕੇ ਉਹਨਾਂ ਨੂੰ ਔਖਾ ਹੀ ਹੋਣਾ। ਜੇ ਤੁਸੀਂ ਉਹਨਾਂ ਨੂੰ ਇਹ ਚੀਜ਼ ਬਹੁਤ ਵਧੀਆ ਤਰੀਕੇ ਨਾਲ, ਕਿਉਂਕਿ ਡਿਊਟੀ ਆ ਪੇਰੈਂਟਸ ਦੀ, ਜਿਵੇਂ ਇਹ ਕਹਿੰਦੇ ਆ ਕਿ ਇਹਨਾਂ ਦੇ ਪੇਰੈਂਟਸ ਨੇ ਜੋ ਕੀਤਾ ਵਧੀਆ ਕੀਤਾ, ਬੜੀ ਉਹਨਾਂ ਨੇ ਰਿਸਪੌਂਸਿਬਿਲਟੀ ਨਾਲ ਕੀਤਾ। ਮੇਰੇ ਮਦਰ ਸੀ, ਉਹਨਾਂ ਨੇ ਜੋ ਕੀਤਾ ਵਧੀਆ ਕੀਤਾ, ਬਹੁਤ ਰਿਸਪੌਂਸਿਬਿਲਟੀ ਨਾਲ ਕੀਤਾ। ਪੇਰੈਂਟਸ ਜੇ ਰਿਸਪੌਂਸਿਬਿਲਟੀ ਦਿਖਾਉਣ ਤਾਂ ਬੱਚੇ ਜਿਹੜੇ ਜਿਨ੍ਹਾਂ ਦੇ ਵਿਆਹ ਹੁੰਦੇ ਨੇ ਉਹ ਅੱਗੇ ਜਿਉਂ ਲਾਈਫ 'ਚ ਵਿਚਰਦੇ ਆ ਉਹ ਵਧੀਆ ਵਿਚਰਨਗੇ। ਜੇ ਅਸੀਂ ਕੋਈ ਸੌਦੇਬਾਜ਼ੀਆਂ ਦੇ ਚੱਕਰਾਂ 'ਚ ਪੈਂਦੇ ਹਾਂ, ਕੋਈ ਇਹਦੇ 'ਚ ਹੇਠ ਉੱਤਾ ਕਰਦੇ ਹਾਂ, ਉੱਥੇ ਸਾਨੂੰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਫ਼ਰ ਤਾਂ ਕਰਨਾ ਹੀ ਪੈਂਦਾ, ਸਾਡੇ ਉਹ ਬੱਚਿਆਂ ਨੂੰ ਸਫ਼ਰ ਕਰਨਾ ਪੈਂਦਾ। ਇਹ ਸਾਡੇ ਲਈ ਹੁਣ ਪ੍ਰੋਬਲਮ, ਸਾਡੀ ਤਰਾਸਦੀ ਵੀ ਇਹੀ ਆ। ਤੁਸੀਂ ਸਾਰਾ ਦੇਖ ਹੀ ਰਹੇ ਹੋ ਕਿ ਕਿਵੇਂ ਹੁਣ ਨੋਰਮਲੀ ਜਿਹੜੇ 40-50% ਕੇਸਿਸ ਤਾਂ ਅਸੀਂ ਐਂ ਨੂੜ ਕੇ ਜੇ ਕਰ ਦਿੰਦੇ ਹਾਂ ਵੀ ਨਾ ਤਾਂ ਉੱਥੇ ਕੋਈ ਕਿਸੇ ਹਿਸਾਬ ਦਾ ਕੋਈ ਹੁੰਦਾ। ਉਸ ਚੀਜ਼ ਨਾਲ ਕਰਕੇ ਉਹ ਬਾਅਦ 'ਚ ਔਖਿਆਈਆਂ ਆਉਂਦੀਆਂ ਨੇ। ਜੇ ਉਹ ਪੁਰਾਣੇ ਟਾਈਮ ਸੀ ਜਿਹੜੇ ਆਪਣੇ ਵੇਲਿਆਂ ਦੇ, ਜਾਂ ਜਿਹੜੇ ਵਧੀਆ ਟਾਈਮ ਸੀ, ਜੇ ਉਹੇ ਜਿਹੇ ਟਾਈਮਾਂ ਅਨੁਸਾਰ ਹੀ ਵਿਆਹ ਸ਼ਾਦੀਆਂ ਹੋਣ ਨਾ, ਤਾਂ ਮੇਰਾ ਖਿਆਲ ਹੈ ਜਿੰਨੀ ਹੁਣ ਇਸ ਚੀਜ਼ 'ਚ ਇਹਨਾਂ ਰਿਸ਼ਤਿਆਂ 'ਚ ਕਿਤੇ ਨਾ ਕਿਤੇ ਰਿਸ਼ਤਿਆਂ 'ਚ ਪ੍ਰੋਬਲਮ ਆਈ ਆ, ਤਾਂ ਉਹ ਪ੍ਰੋਬਲਮ ਚਲੋ ਬਿਲਕੁਲ ਤਾਂ ਖ਼ਤਮ ਨਹੀਂ ਹੋਣੀ, ਪਰ ਬਹੁਤ ਜ਼ਿਆਦਾ ਘੱਟ ਜੂਗੀ। ਸੋ ਇਹ ਰਿਸ਼ਤਾ ਕਰਨਾ ਜਾਂ ਇਸ ਚੀਜ਼ ਦਾ ਆਪਸ 'ਚ ਮੈਚ ਕਰਨਾ, ਇਹ ਪੇਰੈਂਟਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ। ਅਤੇ ਉਹ ਜਦੋਂ ਪੇਰੈਂਟਸ ਜਿਹੜੇ ਵਧੀਆ ਨਿਭਾ ਜਾਂਦੇ ਨੇ, ਉਹਨਾਂ ਦੀ ਗਾਂਹ ਔਲਾਦ ਆ ਜਿਹੜੀ, ਉਹਨਾਂ ਦੇ ਜਿਹੜੇ ਅੱਗੇ ਮੈਰਿਡ ਬੱਚੇ ਨੇ ਉਹ ਵਧੀਆ ਰਹਿੰਦੇ ਨੇ, ਅਦਰਵਾਈਜ਼ ਫਿਰ ਪ੍ਰੋਬਲਮਸ ਆਉਂਦੀਆਂ। ਨਹੀਂ, ਬਹੁਤ ਚੰਗੀ ਗੱਲ ਹੈ ਕਿ ਤੁਸੀਂ ਇੰਨੇ ਸਾਲਾਂ ਦਾ ਸਫ਼ਰ ਹੈ ਨਾ ਇੰਨਾ ਸੋਹਣਾ ਕੱਢਿਆ। ਕਿਉਂਕਿ ਜਿੱਥੇ ਅਸੀਂ ਇਹ ਵੀ ਸੁਣ ਲੈਂਦੇ ਹਾਂ ਵੀ ਵਿਆਹ ਤੋਂ ਮਹੀਨਾ ਬਾਅਦ ਤਲਾਕ ਹੋ ਰਹੇ ਨੇ ਜਾਂ 2 ਮਹੀਨੇ, ਔਰ ਜਦੋਂ ਕਾਰਨ ਜਾਣੀਦਾ ਤਾਂ ਬਹੁਤ ਛੋਟੇ ਰੀਜ਼ਨ ਹੁੰਦੇ ਨੇ, ਔਰ ਲੱਗਦਾ ਹੁੰਦਾ ਅੱਛਾ ਇਹ ਵੀ ਕਾਰਨ ਹੋ ਸਕਦਾ ਵਿਆਹ ਟੁੱਟਣ ਦਾ। ਤਾਂ ਮੈਨੂੰ ਲੱਗਦਾ ਹੁੰਦਾ ਵੀ ਉਹ ਨਾ ਮੁੰਡੇ 'ਤੇ ਇਕੱਲੇ 'ਤੇ ਡਿਪੈਂਡ ਕਰਦਾ, ਨਾ ਹੀ ਇਕੱਲੀ ਕੁੜੀ 'ਤੇ ਨਿਰਭਰ ਆ, ਹੈ ਨਾ। ਵੀ ਇੱਕ ਕੁੜੀ ਆਪਣੇ ਚਾਅ ਮਾਰੀ ਜਾਵੇ, ਜਾਂ ਫਿਰ ਇੱਕ ਮੁੰਡਾ ਜਿਹੜਾ ਪਰਿਵਾਰ 'ਚ ਅਤੇ ਇੱਕ ਔਰਤ 'ਚ ਫਸ ਕੇ ਸਾਰੀ ਜ਼ਿੰਦਗੀ ਨਿਭਾ ਦੇਵੇ, ਇਹ ਵੀ ਗੱਲ ਨਹੀਂ ਹੋਣੀ ਚਾਹੀਦੀ। ਤਾਂ ਇਸ ਸਫ਼ਰ ਦਾ ਸੋਹਣੇ ਲੰਘਣ ਦਾ ਜਿਹੜਾ ਸਭ ਤੋਂ ਮੈਨੂੰ ਲੱਗਦਾ ਵੀ ਐਂਡ 'ਤੇ ਜੇ ਮੈਂ ਕਹਿਣਾ ਚਾਹਾਂ, ਇਹੀ ਕਾਰਨ ਸੀ ਕਿ ਤੁਸੀਂ ਭਾਵਨਾਵਾਂ ਦੀ ਕਦਰ ਕੀਤੀ, ਔਰ ਤੁਸੀਂ ਉਹਨਾਂ ਨੂੰ ਉਹ ਪਰਵਾਜ਼ ਦਿੱਤੀ ਜਿਹਨੂੰ ਸੱਚੀ ਜਿਹੜੀ ਇੱਕ ਔਰਤ ਆਪਣੇ ਪਾਰਟਨਰ ਤੋਂ ਚਾਹੁੰਦੀ ਹੈ ਨਾ। ਤਾਂ ਮੈਂ ਤਾਂ ਇਹੀ ਚਾਹੁੰਦੀ ਹਾਂ ਕਿ 50ਵੀਂ ਵਰ੍ਹੇਗੰਢ ਵੀ ਜਿਹੜੀ ਤੁਸੀਂ ਮਨਾਓ ਅਤੇ ਇਸੇ ਤਰੀਕੇ ਨਾਲ ਮਨਾਓ, ਅਤੇ ਤੁਹਾਨੂੰ ਉਦੋਂ ਵੀ ਲੱਗੇ ਕਿ ਸਾਡਾ ਜਿਹੜਾ ਸਫ਼ਰ ਸੀ ਅਸੀਂ 1995-96 'ਚ ਸ਼ੁਰੂ ਕੀਤਾ ਅਤੇ ਹੁਣ ਤੱਕ ਬਹੁਤ ਸੋਹਣਾ ਜਾ ਰਿਹਾ ਨਾ। ਧੰਨਵਾਦ, ਤੁਸੀਂ ਦੋਵਾਂ ਨੇ ਟਾਈਮ ਦਿੱਤਾ। ਬਹੁਤ ਸ਼ੁਕਰੀਆ ਜੀ। ਇਸੇ ਤਰੀਕੇ ਨਾਲ ਖੁਸ਼ ਰਹੋ। ਮਿਹਰਬਾਨੀ। ਇਹ ਸਨ ਸਹਿਜਪ੍ਰੀਤ ਮੰਗਟ ਅਤੇ ਮੈਮ ਜਸਵਿੰਦਰ। ਬੜਾ ਸੋਹਣਾ ਸਫ਼ਰ ਉਹਨਾਂ ਨੇ ਆਪਣਾ ਬਿਆਨਿਆ। ਜੋ ਸਫ਼ਰ ਦੀ ਸਭ ਤੋਂ ਵੱਡੀ ਖੂਬਸੂਰਤੀ ਸੀ ਉਹ ਇਹ ਸੀਗੀ ਕਿ ਆਪਾਂ ਹਮੇਸ਼ਾ ਕਹਿ ਦਿੰਦੇ ਹਾਂ ਕਿ ਇੱਕ ਕਾਮਯਾਬ ਮਰਦ ਦੇ ਪਿੱਛੇ ਔਰਤ ਦਾ ਹੱਥ ਹੁੰਦਾ, ਪਰ ਇਸ ਰਿਸ਼ਤੇ ਦੇ ਪਿੱਛੇ ਇੱਕ ਔਰਤ ਦੀ ਕਾਮਯਾਬੀ ਵੀ ਇੱਕ ਮਰਦ 'ਤੇ ਡਿਪੈਂਡ ਕੀਤੀ। ਉਹਨਾਂ ਨੇ ਪੂਰੀ ਉਹ ਪਰਵਾਜ਼ ਉਹਨਾਂ ਨੂੰ ਦਿੱਤੀ ਜਿਹੜੀ ਇੱਕ ਔਰਤ ਨੂੰ ਕਾਮਯਾਬ ਹੋਣ ਲਈ ਬਹੁਤ ਜ਼ਰੂਰੀ ਹੈ। ਸਭ ਤੋਂ ਖੂਬਸੂਰਤ ਗੱਲ ਜੋ ਸਹਿਜਪ੍ਰੀਤ ਮੰਗਟ ਹੋਣਾ ਨੇ ਕਹੀ ਕਿ ਤੁਸੀਂ ਆਪਣੇ ਨਿਆਣਿਆਂ ਨੂੰ ਅਸਲ 'ਚ ਦਿਖਾ ਰਹੇ ਹੁੰਦੇ ਹੋ ਕਿ ਵਿਆਹ ਕਿਹੋ ਜਿਹੀ ਸੰਸਥਾ ਹੈ, ਅਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਇਸ ਰਿਸ਼ਤੇ ਦੇ ਵਿੱਚ ਨਿਰਵਾਹ ਕਰਨਾ, ਉਹ ਤੁਹਾਡੇ ਬੱਚੇ ਤੁਹਾਡੇ ਰਿਸ਼ਤੇ ਨੂੰ ਲੰਘਦਾ ਹੋਇਆ ਵੇਖ ਕੇ ਸਿੱਖਦੇ ਨੇ। ਅਸੀਂ ਚਾਹਾਂਗੇ ਕਿ ਹਰ ਮਾਂ ਪਿਓ ਆਪਣੇ ਰਿਸ਼ਤੇ ਨੂੰ ਇਸੇ ਤਰੀਕੇ ਨਾਲ ਨਿਭਾਉਣ, ਤਾਂ ਜੋ ਜਿਹੜੇ ਸਾਡੇ ਅੱਜ ਦੇ ਬੱਚੇ ਕਹਿ ਦਿੰਦੇ ਨੇ ਕਿ ਵਿਆਹ ਇੱਕ ਬਹੁਤ ਅਕਿਵੇਂ ਵਾਲੀ ਚੀਜ਼ ਆ, ਜਾਂ ਕਾਸ਼ ਮੈਂ ਵਿਆਹ ਨਾ ਕਰਾਇਆ ਹੁੰਦਾ, ਉਹ ਇਹਨਾਂ ਤੋਂ ਸੇਧ ਲੈਣਗੇ। ਅਤੇ ਇਹੋ ਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਅਸੀਂ ਚਾਹਾਂਗੇ ਕਿ ਤੁਹਾਡੇ ਰੂਬਰੂ ਹਮੇਸ਼ਾ ਹੁੰਦੀਆਂ ਰਹਿਣ, ਤਾਂ ਜੋ ਅਸੀਂ ਵੀ ਆਪਣੇ ਰਿਸ਼ਤਿਆਂ ਨੂੰ ਧੀਰਜ ਅਤੇ ਸਨੇਹ ਨਾਲ ਇੱਦਾਂ ਹੀ ਨਿਭਾਈਏ। ਅਗਲੇ ਹਫ਼ਤੇ ਫਿਰ ਤੋਂ ਇੱਕ ਜੋੜੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।